ਅੱਜ ਆਪਾਂ ਸ੍ਰੀ ਰਾਗ ਦੇ ਵਿੱਚ ਜਿਹੜੀ ਵਾਰ ਲੈ ਰਹੇ ਹਾਂ ਉਹ 86 ਅੰਗ ਦੇ ਉੱਤੇ ਉਹਦੀ 11ਵੀਂ ਪੌੜੀ ਲੈਣ ਲੱਗੇ ਹਾਂ। ਉਹਦੇ ਨਾਲ ਸ਼ਲੋਕ ਹੈਗੇ ਮਹਾਰਾਜ ਮੇਹਰ ਕਰਨ ਅੰਗ 86। ਇਹਦੇ ਵਿੱਚ ਮਹਾਰਾਜ ਆਪਾਂ ਨੂੰ ਦੱਸ ਰਹੇ ਬਈ ਸੂਰਵੀਰ ਜਿਹੜੀ ਬਾਣੀ ਹੈਗੀ ਆ, ਯੋਧਾ ਜਿਹੜੀ ਹੈਗੀ ਆ, ਉਹ ਕਰਮਖੰਡ ਦਾ ਵਾਸੀ ਜਿਹੜਾ ਹੈਗਾ ਉਹ ਕੌਣ ਹੁੰਦਾ ਹੈ? ਬਹਾਦਰ ਜਿਹਨੂੰ ਕਹਿੰਦੀ ਹੈ ਬਾਣੀ, ਜਿਹਨੂੰ ਯੋਧਾ ਕਹਿੰਦੀ ਹੈ, ਜਿਹਨੂੰ ਸੂਰਵੀਰ ਕਹਿੰਦੀ ਆ, ਉਹ ਕੌਣ ਹੈ? ਬਾਣੀ ਦਾ ਕ੍ਰਾਈਟੇਰੀਆ ਕੀ ਹੈਗਾ? ਬਾਣੀ ਜਿਹੜੀ ਹੈ ਕਿਹਨੂੰ ਕਹਿੰਦੀ ਹੈ ਭਾਈ ਸਭ ਤੋਂ ਜ਼ਿਆਦਾ ਬਹਾਦਰ ਕੌਣ ਹੈ? ਤੀਸਰੀ ਪਾਤਸ਼ਾਹੀ ਗਿਆਨ ਦੇ ਰਹੇ ਆਪਾਂ ਨੂੰ। ਸ਼ਲੋਕ ਮਹਲਾ ਤੀਜਾ, ਨਾਨਕ ਸੋ ਸੂਰਾ ਵਰਿਆਮ। ਵਰਿਆਮ ਮਤਲਬ ਬਹਾਦਰ। ਨਾਨਕ ਸੋ ਸੂਰਾ ਵਰਿਆਮ। ਸੂਰਾ ਮਤਲਬ ਸ਼ੂਰਵੀਰ। ਕੌਣ? ਜਿਨੇ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ। ਕਹਿੰਦੇ ਜਿਹਨੇ ਆਪਣੇ ਅੰਦਰੋਂ ਹੰਕਾਰ ਜਿਹੜਾ ਹੈਗਾ, ਦੁਸ਼ਟ ਹੰਕਾਰ ਜਿਹੜਾ ਦੂਰ ਕਰ ਲਿਆ, ਉਹ ਸੂਰਵੀਰ ਹੈਗਾ, ਉਹ ਯੋਧਾ ਹੈਗਾ। ਗੋਰਖੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਜਰ ਸਾਹਿਬ ਅੱਜ ਤੇ ਮੈਂ ਘਰੇ ਸੀ, ਫਿਰ ਵੀ 3 ਮਿੰਟ ਲੇਟ ਫੋਨ ਆ ਗਿਆ ਇਹਦਾ। ਕੋਈ ਨਹੀਂ ਅਸੀਂ 86 ਸ਼ੁਰੂ ਕਰੋ। ਹਾਂਜੀ ਕਥਾ ਸ਼ੁਰੂ ਕਰੋ। ਸਾਧ ਸੰਗਤ ਜੀ ਹੁਣ ਨਾ ਫਤਿਹ ਨਾ ਬੁਲਾਇਓ। ਅਸੀਂ ਕਰਤੀ ਸ਼ੁਰੂ ਜੀ। 86 ਅੰਗ ਤੇ ਹੈਗੇ ਆ ਤੇ ਮਹਾਰਾਜ ਜਿਹੜੇ ਹੈਗੇ ਦੱਸ ਰਹੇ ਵੀ ਗੁਰਬਾਣੀ ਜਿਹੜੀ ਹੈਗੀ ਆ, ਇਹ ਬ੍ਰਹਮ ਗਿਆਨ ਜਿਹੜਾ ਹੈਗਾ, ਸੂਰਵੀਰ ਕਿਹਨੂੰ ਕਹਿੰਦਾ ਆ? ਕੌਣ ਆ ਸੂਰਵੀਰ? ਕੌਣ ਆ ਯੋਧਾ? ਕੌਣ ਆ ਬਹਾਦਰ? ਕਹਿੰਦੇ ਉਹ ਬਹਾਦਰ ਹੈਗਾ ਜਿਨੇ ਨਾਨਕ ਸੋ ਸੂਰਾ ਵਰਿਆਮ। ਮਹਲਾ ਤੀਜਾ, ਸ਼ਲੋਕ ਮਹਲਾ ਤੀਜਾ, ਨਾਨਕ ਸੋ ਸੂਰਾ ਵਰਿਆਮ। ਵਰਿਆਮ ਜਿਨੇ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ। ਕਹਿੰਦੇ ਉਹ ਸੂਰਾ ਹੈ, ਉਹ ਯੋਧਾ ਹੈਗਾ, ਉਹ ਵਰਿਆਮ ਹੈਗਾ, ਉਹ ਬਹਾਦਰ ਹੈਗਾ ਜਿਸ ਨੇ ਆਪਣੇ ਅੰਦਰੋਂ ਇਹ ਦੁਸ਼ਟ ਜਿਹੜਾ ਹੈਗਾ, ਅਹੰਕਾਰ ਜਿਹੜਾ ਹੈਗਾ, ਇਹ ਹਉਮੈ ਜਿਹੜੀ ਹੈਗੀ, ਇਹਨੂੰ ਖਤਮ ਕਰ ਦਿੱਤਾ, ਇਹਨੂੰ ਮਾਰ ਲਿਆ, ਇਹਨੂੰ ਕਾਬੂ ਕਰ ਲਿਆ। ਇਹ ਫੋਕਾ ਜਿਹੜਾ ਹੈਗਾ ਆਪਣਾ ਕੁਛ ਨਹੀਂ ਹੈਗਾ, ਆਪਣਾ ਹੰਕਾਰ ਹੈਗਾ ਭਾਈ। ਆਹੀ ਹੰਕਾਰ ਆਪਣੇ ਅੰਦਰ ਆਪਣਾ ਹੈਗਾ, ਇਹਨੂੰ ਆਪਾਂ ਨੇ ਡਰਾਪ ਕਰਨਾ ਹੈਗਾ। ਬਾਕੀ ਸਾਰਾ ਜਿਹੜਾ ਹੈਗਾ ਗੇਮ ਜਿਤਾਇਆ। ਜੇ ਹੰਕਾਰ ਜਿਹੜਾ ਹੈਗਾ ਆਪਣਾ, ਆਪਣੇ ਆਪ ਨੂੰ ਜਿਹੜਾ ਹੈਗਾ ਆਪਾਂ ਕੁਛ ਮੰਨਦੇ ਹਾਂ, ਕਰਤਾ ਮੰਨਦੇ ਹਾਂ, ਆਪਾਂ ਫਿਰ ਪੈਰਲਲ ਆ ਜਾਂਦੇ ਮਾਲਕ ਪਰਮਾਤਮਾ ਦੇ। ਜੇ ਆਪਾਂ ਇਕਾਈ ਮੰਨਦੇ ਹਾਂ, ਆਪਣੇ ਆਪ ਨੂੰ ਕਹਿੰਦੇ ਹਾਂ ਮੈਂ ਕੁਛ ਹੈਗਾ ਆ, ਤੇ ਬਸ ਫਿਰ ਮਾਲਕ ਦੇ ਪੈਰਲਲ ਆ ਗਏ ਆਪਾਂ। ਫਿਰ ਕੰਪੀਟੀਸ਼ਨ ਸ਼ੁਰੂ ਹੋ ਗਿਆ, ਫਿਰ ਆਪਾਂ ਵੀ ਕਰਤਾ ਹੋ ਗਏ, ਉਹ ਵੀ ਕਰਤਾ ਹੋ ਗਿਆ ਭਾਈ। ਆਪਾਂ ਝੂਠੇ ਕਰਤਾ ਹੈਗੇ ਆ। ਨਾਨਕ ਸੋ ਸੂਰਾ ਵਰਿਆਮ ਜਿਨ੍ਹਾਂ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ। ਕਿਵੇਂ ਮਾਰਿਆ ਭਾਈ? ਆਪੇ ਐਵੇਂ ਥੋੜੀ ਨਾ ਮਾਰ ਜਾਏਗਾ ਵੀ ਹੰਕਾਰ ਕਿਤੇ ਦਿਸਦਾ ਹੈ ਆਪਾਂ ਨੂੰ ਮਾਰ ਲਾਂਗੇ ਆਪਾਂ। ਗੁਰਮੁਖੇ ਨਾਮ ਸਲਾਹੇ ਜਨਮ ਸਵਾਰਿਆ। ਕਹਿੰਦੇ ਭਾਈ ਧਿਆਨ ਸਿਮਰਨ ਕਰਕੇ ਗੁਰੂ ਦੇ ਅਨੁਸਾਰ, ਤੇ ਨਾਲ ਤੇਰਾ ਜਨਮ ਵੀ ਸਵਰ ਜਾਏਗਾ। ਇਹ ਮਨੁੱਖੀ ਜੂਨ ਪਾਈ ਹੋਈ ਹੈ ਜਿਹੜੀ ਇਹ ਸਵਾਰੀ ਜਾਏਗੀ। ਦੇਖ ਲਾ ਤੇਰਾ ਜੀਵਨ ਸਵਰ ਜਾਏਗਾ ਇੱਕਦਮ। ਲੋਕੀ ਜਿਹੜੇ ਤੇਰੀ ਜਿਹੜੀ ਹੈ ਸੋਭਾ ਗਾਉਣ ਲੱਗ ਪੈਣਗੇ। ਲੋਕੀ ਤੇਰੇ ਕੋਲ ਆ ਜਾਣਗੇ, ਤੇਰੇ ਕੋਲੋਂ ਜਿਹੜੀ ਹੈ ਮੱਤ ਲੈਣਗੇ। ਤੇਰਾ ਜਨਮ ਸਵਰ ਜਾਏਗਾ ਪਿਆਰਿਆ, ਔਰ ਅਹੰਕਾਰ ਵੀ ਮਰ ਜਾਏਗਾ। ਨਾਨਕ ਸੋ ਸੂਰਾ ਵਰਿਆਮ ਜਿਨੇ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ। ਗੁਰਮੁਖੇ ਨਾਮ ਸਲਾਹੇ ਜਨਮ ਸਵਾਰਿਆ। ਨਾਮ ਨੂੰ ਸਲਾਉਣਾ ਹੈਗਾ, ਨਾਮ ਤਾਂ ਪ੍ਰਗਟ ਕਰਨਾ ਹੈ। ਨਾਮ ਨੂੰ ਸਲਾਵਾਂਗੇ, ਸਵਾਸ ਦੇਵਾਂਗੇ ਨਾਮ ਤੇ ਨਾਮ ਪ੍ਰਗਟ ਹੋਏਗਾ। ਆਪ ਹੋਆ ਸਦਾ ਮੁਕਤ ਸਭ ਕੁਲ ਨਿਸਤਾਰਿਆ। ਕਹਿੰਦੇ ਆਪ ਤਾਂ ਹਮੇਸ਼ਾ ਵਾਸਤੇ ਮੁਕਤ ਹੋ ਜਾਏਗਾ, ਕਿਉਂਕਿ ਨਹੀਂ ਤਾਂ ਹਮੇਸ਼ਾ ਵਾਸਤੇ ਆਪਾਂ ਜਿਹੜੇ ਆ ਬੰਨੇ ਹੋਏ ਆ ਇਹ ਮਾਇਆ ਦੀ ਕੈਦ 'ਚ, ਇਹ ਸੰਗਲਾਂ 'ਚ, ਇਹ ਸਰੀਰ 'ਚ, ਇਹ ਜੂਨਾਂ ਦੇ ਵਿੱਚ। ਆਪ ਹੋਆ ਸਦਾ ਮੁਕਤ ਸਭ ਕੁਲ ਨਿਸਤਾਰਿਆ। ਔਰ ਉਹਦੇ ਕੁਲ ਜਿਹੜਾ ਹੈਗਾ, ਉਹਦੇ ਨਾਲ, ਉਹਦੇ ਗ੍ਰਸਥੀ ਦੇ ਵਿੱਚ, ਉਹਦੇ ਸੰਗਤ ਦੇ ਵਿੱਚ ਜਿਹੜੇ ਵੀ ਉਹਦੀ ਫੈਮਿਲੀ ਦੇ ਵਿੱਚ ਉਹਦਾ ਕਹਿਣਾ ਮੰਨਣਗੇ ਜਾਂ ਉਹਦੀ ਸੰਗਤ ਕਰਨਗੇ ਜਾਂ ਉਹਨੂੰ
ਉਹਦੇ ਕੋਲੋਂ ਗੁਣ ਲੈ ਲੈਣਗੇ, ਉਹ ਵੀ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਣਗੇ ਭਾਈ, ਉਹ ਵੀ ਜਿਹੜੇ ਹੈਗੇ ਵਰਿਆਮ ਹੋ ਜਾਣਗੇ। ਸੋਹਨ ਸੱਚ ਦੁਆਰ ਨਾਮ ਪਿਆਰਿਆ, ਕਹਿੰਦੇ ਬਸ ਜਿਹੜੇ ਨਾਮ ਸਲਾਉਂਦੇ ਆ, ਜਿਨ੍ਹਾਂ ਨੂੰ ਨਾਮ ਦੇ ਨਾਲ ਪਿਆਰ ਹੋ ਜਾਂਦਾ ਆ, ਉਹ ਫਿਰ ਸੱਚ ਦੇ ਦੁਆਰੇ 'ਤੇ ਸੋਭਦੇ ਆ। ਸੱਚ ਦਾ ਦੁਆਰਾ ਕੀ ਹੈਗਾ? ਉਹ ਦਸਮ ਦੁਆਰ ਹੈਗਾ ਭਾਈ, ਸੱਚ ਦਾ ਦੁਆਰਾ। ਜਿੱਥੇ ਸੱਚ ਆ, ਮਾਲਕ ਨੇ ਇੱਕੋ ਹੀ ਰਸਤਾ ਰੱਖਿਆ ਹੋਇਆ ਨਿਕਲਣ ਦਾ, ਸੱਚਾ। ਸੋਹਨ ਸੱਚ ਦੁਆਰ ਨਾਮ ਪਿਆਰਿਆ। ਮਨਮੁਖ, ਹੁਣ ਜਿਹੜੇ ਮਨ ਦੇ ਵਿੱਚ ਚੱਲ ਰਹੇ ਭਾਈ, ਜਿਨ੍ਹਾਂ ਨੇ ਨਹੀਂ ਮੰਨਣਾ ਇਸ ਗੱਲ ਨੂੰ, ਜਿਨ੍ਹਾਂ ਨੇ ਆਪਣਾ ਹੰਕਾਰ ਨਹੀਂ ਮਾਰਨਾ, ਤੇ ਉਹ ਹੰਕਾਰ ਨੇ ਉਹਨਾਂ ਨੂੰ ਮਾਰ ਦੇਣਾ। ਫਿਰ ਗੱਲ ਤਾਂ ਕੋਈ ਨਹੀਂ ਆ, ਇਹਨੇ ਨਹੀਂ ਤੇ ਉਹਨੇ ਜਿੱਤਣਾ ਤਾਂ ਇੱਕ ਨੇ ਹੈਗਾ। ਭਾਵੇਂ ਹੰਕਾਰ ਜਿੱਤ ਜੇ, ਭਾਵੇਂ ਜਿਹੜਾ ਹੈਗਾ ਅਭਿਆਸੀ ਜਿੱਤ ਜਾਏ, ਭਾਵੇਂ ਜਿਹੜਾ ਹੈਗਾ ਮਨੁੱਖ ਜਿੱਤ ਜਾਏ, ਭਾਵੇਂ ਹੰਕਾਰ ਜਿੱਤ ਜਾਏ। ਮਨਮੁਖ ਮਰੇ ਹੰਕਾਰ ਮਰਨ ਵਿਗਾੜਿਆ, ਕਹਿੰਦੇ ਇਹ ਤਾਂ ਫਿਰ ਪੈੜਾ ਮਰਨਾ ਹੋ ਗਿਆ ਭਾਈ। ਮਰਨਾ ਤਾਂ ਸਾਰਿਆਂ ਨੇ ਹੈਗਾ, ਮਰਨਾ ਤਾਂ ਸਭ ਨੇ, ਸਰੀਰ ਤਾਂ ਸਾਰਿਆਂ ਦਾ ਜਾਊਗਾ ਭਾਈ। ਇਹ ਚਾਂਸ ਜਿਹੜਾ ਮਿਲਿਆ ਹੋਇਆ, ਇਹ ਜਿਹੜਾ ਹੈਗਾ ਹਾਰ ਜਾਵਾਂਗੇ ਆਪਾਂ ਬਾਜੀ। ਆਹ ਖੇਡ ਹੈਗੀ ਭਾਈ। ਚਾਹੇ ਤਾਂ ਮਰਨ ਨੂੰ ਵਿਗਾੜ ਲਓ, ਚਾਹੇ ਮਰਨ ਨੂੰ ਸਵਾਰ ਲਓ। ਚਾਹੇ ਹੰਕਾਰ ਦੇ ਹੱਥੋਂ ਮਰ ਜਾਓ, ਜਾਂ ਹੰਕਾਰ ਨੂੰ ਮਾਰ ਲਓ। ਚਾਹੇ ਗੁਰੂ ਦੇ ਰਾਹੀਂ ਜਿਹੜਾ ਹੈਗਾ ਲਿਵ ਵਾਲੇ ਰਸਤੇ 'ਤੇ ਚੱਲ ਪਓ, ਚਾਹੇ ਜਿਹੜਾ ਹੈਗਾ ਮਾਇਆ ਵੱਲ ਨੂੰ ਚੱਲ ਪਓ। ਦੋ ਹੀ ਤਾਂ ਆਪਸ਼ਨ ਹੈਗੇ, ਤੀਸਰੀ ਤਾਂ ਆਪਸ਼ਨ ਹੀ ਨਹੀਂ ਹੈ, ਤੀਸਰਾ ਕੋਈ ਰਸਤਾ ਹੀ ਨਹੀਂ ਹੈਗਾ। ਮਨਮੁਖ ਮਰੇ ਅਹੰਕਾਰ ਮਰਨ ਵਿਗਾੜਿਆ, ਸਭੋ ਵਰਤੈ ਹੁਕਮ ਕਿਆ ਕਰੇ ਵਿਚਾਰਿਆ। ਕਹਿੰਦੇ ਮਾਲਕਾ ਦੋਨੋਂ ਰਸਤੇ ਤੇਰੇ ਆ, ਤੇਰਾ ਹੁਕਮ ਚੱਲ ਰਿਹਾ ਹੈ, ਅਸੀਂ ਜੀਵ ਵਿਚਾਰੇ ਕੀ ਕਰ ਸਕਦੇ ਆ। ਉਹ ਜਿਹੜੇ ਹੈਗੇ ਮਾਇਆ ਇੰਨੀ ਪ੍ਰਬਲ ਆ, ਸਵਾਦ ਚੋਗੇ ਇੰਨੇ ਪ੍ਰਬਲ ਹੈਗੇ, ਔਰ ਸੰਸਕਾਰ ਹੈਗੇ ਪਿਛਲੇ, ਜਿਨ੍ਹਾਂ ਦੇ ਅਨੁਸਾਰ ਇਨਸਾਨ ਜਿਹੜਾ ਹੈਗਾ ਉਹਨਾਂ ਦੇ ਅਧੀਨ ਜਿਹੜਾ ਹੈਗਾ, ਉਹ ਨਕੇਲ ਹੁੰਦੀ ਹੈ ਇਹਦੇ ਨੱਕ ਦੇ ਵਿੱਚ। ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ। ਇਹ ਵਿਚਾਰੇ ਜੀਵ ਕੀ ਕਰ ਸਕਦੇ ਆ? ਆਪੋਂ ਦੂਜੇ ਅਲੱਗ ਖਸਮ ਵਿਸਾਰਿਆ, ਕਹਿੰਦੇ ਆਪ ਹੀ ਜਿਹੜਾ ਹੈਗਾ ਜਿਹੜਾ ਮਾਇਆ ਦੇ ਨਾਲ ਲੱਗ ਕੇ ਤੇ ਤੈਨੂੰ ਭੁੱਲ ਜਾਂਦੇ ਆ, ਖਸਮ ਨੂੰ ਵਿਸਾਰ ਦਿੰਦੇ ਆ। ਨਾਨਕ ਬਿਨ ਨਾਮੇ ਸਭ ਦੁੱਖ ਸੁੱਖ ਵਿਸਾਰਿਆ, ਕਹਿੰਦੇ ਬਸ ਫਿਰ ਜਿਹੜਾ ਹੈਗਾ ਨਾਮ ਤੋਂ ਬਗੈਰ ਤਾਂ ਪਾਈ ਦੁੱਖੋ ਦੁੱਖ ਹੈ। ਮਾਲਕ ਨੇ ਜਿਹੜੀ ਗੇਮ ਪਾਈ ਹੋਈ ਆ, ਸੁੱਖ ਪਾਇਆ ਨਾਮ ਦੇ ਵਿੱਚ, ਔਰ ਮਾਇਆ ਦੇ ਵਿੱਚ ਜਿਹੜੀ ਹੈ ਚਮਕਦੀ ਆ, ਜਿਹਦੇ ਵਿੱਚ ਸਵਾਦ ਹੈ, ਜਿਹਦੇ 'ਚ ਲੱਗਦੇ ਆ ਆਪਾਂ ਨੂੰ ਬਈ ਇਹਦੇ ਵਿੱਚ ਸੁੱਖ ਹੈਗੇ ਆ, ਪਰ ਉਹ ਸੁੱਖ ਨਹੀਂ ਹੈਗੇ ਭਾਈ। ਉਹ ਤਾਂ ਸਿਰਫ ਜਿਹੜੀ ਹੈਗੀ ਆ ਇਹ ਵਿਸ਼ ਗੰਧਣਾ ਜਿਹੜੀਆਂ ਹੈਗੀਆਂ ਖੰਡ ਦੇ ਨਾਲ ਲਿਬੜੀਆਂ ਹੋਈਆਂ ਆ ਭਾਈ। ਜਿੰਨੇ ਵੀ ਸਵਾਦ ਹੈਗੇ ਇਹਨਾਂ ਦੇ ਪਿੱਛੇ ਵਿਸ਼ ਹੈਗਾ, ਵਿਸ਼ ਇਹਨਾਂ ਦੇ ਅੰਦਰ ਵਿਸ਼ ਹੈਗਾ, ਅਤੇ ਸੁੱਖ ਜਿਹੜਾ ਹੈਗਾ ਵਿਸਰ ਜਾਂਦਾ ਹੈ, ਜਿਹੜਾ ਵੀ ਇਹ ਸਵਾਦਾਂ ਦੇ ਵਿੱਚ ਜਾਂਦਾ ਹੈ। ਹਾਂਜੀ ਵੀਰ ਜੀ। ਠੀਕ ਹੈ ਜੀ। ਸਾਧ ਸੰਗਤ ਜੀ ਦੇਖੋ, ਉੱਪਰ ਤੁਕ ਚ ਉਹਨਾਂ ਨੇ ਸਮਝਾਇਆ, ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚ ਦੁਸ਼ਟ ਅਹੰਕਾਰ ਮਾਰਿਆ। ਹੁਣ ਸਭ ਤੋਂ ਪਹਿਲੀ ਗੱਲ ਤੇ ਹੈ ਕਿ ਪਹਿਲਾਂ ਕਿਸੇ ਚੀਜ਼ ਨੂੰ ਮਾਰਨ ਤੋਂ ਪਹਿਲਾਂ ਨਿੱਜਰ ਸਾਹਿਬ ਪਹਿਲਾਂ ਨੂੰ ਆਇਡੈਂਟੀਫਾਈ ਕਰਨਾ ਪਊਗਾ। ਬਿਲਕੁਲ ਆਇਡੈਂਟੀਫਾਈ ਕਰਨਾ ਪਊਗਾ। ਆ ਬਾਣੀ ਆਪਾਂ ਨੂੰ ਆਇਡੈਂਟੀਫਾਈ ਕਰਵਾ ਰਹੀ ਹੈ। ਹਾਂ, ਤੇ ਇਹ ਚੀਜ਼ ਜੇ ਹੈ ਸਾਡੇ ਅੰਦਰ ਤੇ ਸਾਨੂੰ ਪਹਿਲਾਂ ਉਹ ਚੀਜ਼ ਨੂੰ ਵੈਰੀਫਾਈ ਕਰਨਾ ਪਊਗਾ। ਹੰਕਾਰ ਦਾ ਮਤਲਬ ਕੀ ਹੈ? ਜਦੋਂ ਤੁਸੀਂ ਆਪਣੇ ਆਪ ਨੂੰ ਕਿਸੇ ਪਦਾਰਥ ਦੇ ਰਾਹੀਂ ਰਿਪਰੈਜ਼ੈਂਟ ਕਰਦੇ, ਜੋ ਤੁਸੀਂ ਕਹਿੰਦੇ ਆ ਕਿ ਇਹ ਮੇਰਾ, ਮੇਰੀ ਕੋਈ ਚੀਜ਼ ਏਦਾਂ ਦੀ ਜਿਹੜੀ ਮੇਰੀ ਹੰਕਾਰ ਨੂੰ ਪੋਲਿਸ਼ ਕਰਦੀ ਹੈ, ਉਹ ਕੋਈ ਵੀ ਕੁਛ ਵੀ ਹੋ ਸਕਦਾ ਨੇ, ਜੈਸਾ ਤੁਹਾਡਾ ਗਿਆਨ ਵੀ ਹੋ ਸਕਦਾ ਜੀ। ਬਿਲਕੁਲ। ਮਮਤਾ ਮਤਲਬ ਮੇਰੀ ਮੇਰੀ ਹਾਂ, ਗਿਆਨ ਵੀ ਜਿਹੜਾ ਹੁੰਦਾ ਵਾ ਉਹ ਵੀ ਅਹੁਦਾ, ਰੁਤਬਾ, ਧਨ ਸੰਪਤੀ, ਖੂਬਸੂਰਤ ਪਤਨੀ, ਪਤੀ, ਬੱਚੇ, ਇਹ ਬਹੁਤ ਕੁਛ, ਸਭ ਤੁਹਾਡਾ ਚੰਗਾ ਸਰੀਰ, ਤੁਹਾਡੇ ਚੰਗੇ ਕੱਪੜੇ, ਬਹੁਤ ਕੁਛ, ਇਹ ਸਾਰਾ ਕੁਝ ਵਿੱਚ ਆ ਜਾਂਦਾ। ਸੋ ਆਪ ਦੇਖੋ, ਆਪ ਜਦੋਂ ਗੱਲ ਕਰਦੇ ਤੇ ਆਪ ਨੋਟਿਸ ਕਰੋ ਕਿ ਉਹ ਕਿਤੇ ਉਹ ਤੁਹਾਡੇ ਅੰਦਰ ਕੋਈ ਗਲਤ ਚੀਜ਼ ਤੇ ਨਹੀਂ ਤਰੰਗ ਜੀ ਉੱਠਦੀ।
ਇਹਦੇ ਤੁਸੀਂ ਗੱਲ ਕਰਦੇ ਜੋ, ਤੁਸੀਂ ਇਹ ਕਹੋ ਕਿ ਘਰ ਅਸੀਂ ਇਸ ਕਰਕੇ ਵੱਡਾ ਲਿਆ ਹੈ ਕਿਉਂਕਿ ਸਾਡੀ ਜ਼ਰੂਰਤ ਆ, ਸਾਨੂੰ ਹੁਣ ਥੋੜਾ ਜਿਹਾ ਆਸਾਨੀ ਹੋ ਗਈ ਆ, ਪਰਿਵਾਰ ਵੱਡਾ ਹੋ ਗਿਆ। ਥੋੜਾ ਜਿਹਾ ਫਿਰ ਜਦੋਂ ਜ਼ਿਆਦਾ ਵੱਡਾ ਘਰ ਹੋ ਜਾਂਦਾ ਹੈ ਤਾਂ ਉਹਦੇ ਨਾਲ ਕੀ ਹੁੰਦਾ ਕਿ ਸਾਡੀਆਂ ਜਿਹੜੀਆਂ ਨਾ ਮਤਲਬ ਜਿਹੜੀਆਂ ਸਮੱਸਿਆਵਾਂ ਉਹ ਘਟ ਜਾਂਦੀਆਂ। ਇਹ ਇੱਕ ਕਹਿਣ ਦਾ ਤਰੀਕਾ ਹੈ। ਤੇ ਜੇ ਆਪਾਂ ਉਹਨੂੰ ਕਿਸੇ ਹੋਰ ਤਰੀਕੇ ਨਾਲ, ਗਲਤ ਤਰੀਕੇ ਨਾਲ ਰਿਪਰੈਜ਼ੈਂਟ ਕਰਦੇ ਆ, ਉਹ ਇੱਕ ਹਉਮੈ ਆ। ਠੀਕ ਹੈ ਨਾ ਜੱਜ ਸਾਹਿਬ? ਬਿਲਕੁਲ ਗੋਰਖ ਸਾਹਿਬ। ਔਰ ਜਿਹੜਾ ਨਾ ਆਪਣਾ ਬੋਲਣ ਦਾ ਤਰੀਕਾ ਜਿਹੜਾ ਹੈਗਾ, ਬੋਲ ਬਾਣੀ ਜਿਹੜੀ ਹੁੰਦੀ ਆ, ਉੱਥੋਂ ਹੀ ਹੰਕਾਰ ਪ੍ਰਗਟ ਹੋ ਜਾਂਦਾ। ਹਾਂ, ਔਰ ਖਾਸ ਕਰਕੇ ਉਹ ਸਾਡੇ ਲਫ਼ਜ਼ਾਂ ਚ ਜਦੋਂ ਨਿਕਲਦਾ ਹੈ ਨਾ, ਉਹ ਸਾਨੂੰ ਪਤਾ ਵੀ ਹੁੰਦਾ ਕਿ ਆਪਾਂ ਥੋੜਾ ਜਿਹਾ ਟਰੈਕ ਤੋਂ ਆਊਟ ਹੋ ਗਏ ਆ। ਤੁਸੀਂ ਨੋਟਿਸ ਕਰੋਗੇ। ਠੀਕ ਹੈ, ਹੁਣ ਇੱਕ ਚੀਜ਼ ਨੂੰ ਆਪ ਸਮਝੋ, ਆਪ ਜੀ ਨੂੰ ਸ਼ਾਇਦ ਪਤਾ ਹੋਵੇ, ਕੇਵਲ ਸਾਨੂੰ ਪਤਾ ਲੱਗ ਜੇ ਕਿ ਮੇਰੇ ਚ ਕਾਮ ਆ, ਕ੍ਰੋਧ ਆ, ਲੋਭ ਆ, ਮੋਹ ਆ, ਹੰਕਾਰ ਆ, ਕੇਵਲ ਸਾਨੂੰ ਪਤਾ ਲੱਗ ਜੇ ਤੇ ਸਮਝ ਲਓ ਨਿੱਜਰ ਸਾਹਿਬ ਉਹ ਚੀਜ਼ ਦਾ ਅਸਰ ਖਤਮ ਹੋ ਜਾਂਦਾ ਜੀ। ਆਪ ਸਮਝਦੇ ਮੇਰੀ ਗੱਲ ਨੂੰ? ਬਿਲਕੁਲ ਬੜੀ ਗੱਲ ਕੀਤੀ ਆ। ਹਾਂ ਬਿਲਕੁਲ ਗੋਰਖੀ ਸਾਹਿਬ, ਜਦ ਆਪਾਂ ਨੂੰ ਪਤਾ ਲੱਗੇ ਵੀ ਮੇਰੇ ਅੰਦਰ ਆਹ ਡਿਫੈਕਟ ਹੈਗਾ ਤੇ ਬੰਦਾ ਜਿਹੜਾ ਇਲਾਜ ਵੀ ਕਰੂਗਾ, ਉਹਦਾ ਪਤਾ ਹੀ ਨਹੀਂ ਆਪਾਂ ਨੂੰ ਤਾਂ। ਹੁਣ ਦੇਖੋ, ਤੁਸੀਂ ਕਹਿੰਦੇ ਏਦਾਂ ਕਿੱਦਾਂ ਹੋ ਸਕਦਾ? ਆਪ ਜਸਟ ਦੇਖੋ, ਜਦੋਂ ਆਪਾਂ ਕੋਈ ਸੁਪਨਾ ਦੇਖਦੇ ਆ ਤੇ ਆਪਾਂ ਜਦੋਂ ਉੱਠ ਜਾਂਦੇ ਆ ਤੇ ਸੁਪਨਾ ਭੁੱਲ ਜਾਂਦਾ ਨਾ। ਹੰਕਾਰ ਵੀ ਜਦੋਂ ਤੁਹਾਡੇ ਅੰਦਰ ਤਰੰਗ ਪੈਦਾ ਹੁੰਦੀ ਹੈ ਨਾ, ਤੁਹਾਨੂੰ ਪਤਾ ਲੱਗ ਗਿਆ ਨਾ, ਨਾਲ ਹੀ ਸ਼ਾਂਤ ਹੋ ਜਾਣੀ ਆ। ਬਿਲਕੁਲ ਸ਼ਾਂਤ ਹੋ ਜਾਣੀ ਹੈ। ਜਿੱਦਾਂ ਆਪਾਂ ਜਾਗ ਪਏ ਤੇ ਸੁਪਨਾ ਟੁੱਟ ਜਾਂਦਾ ਹੈ ਨਾ, ਇਸੇ ਤਰ੍ਹਾਂ ਹੰਕਾਰ ਨੇ ਵੀ ਟੁੱਟ ਜਾਣਾ। ਗੋਰਖੀ ਸਾਹਿਬ ਜਦ ਘਰ ਵਾਲਾ ਜਾਗ ਗਿਆ ਤੇ ਚੋਰ ਰਹਿ ਜਾਊਗਾ। ਹਾਂ, ਇਹ ਕੇਵਲ ਸਾਡੇ ਬੇਹੋਸ਼ ਹੋਣ ਦੇ ਕਰਕੇ ਹੀ ਅਸੀਂ ਇਹ ਸਭ ਚੀਜ਼ਾਂ ਚ ਇਨਵੋਲਵ ਹੋ ਜਾਂਦੇ ਆ। ਸਾਡੇ ਜਾਗਣ ਦੀ ਲੋੜ ਆ ਬਸ। ਬਾਣੀ ਕਹੇ ਤੇ ਸੇਵਕ ਜਨ ਮਾਨੇ, ਤੇ ਪ੍ਰਤੱਖ ਗੁਰੂ ਨਸਤਾਰੇ। ਪ੍ਰਤੱਖ ਹੋ ਜਾਊਗਾ ਸਾਰਾ ਕੁਝ। ਤੁਹਾਡੀ ਜਾਗਣ ਦੀ ਲੋੜ ਆ। ਕਿੰਨਾ ਭਿਅੰਕਰ ਸੁਪਨਾ ਸੀ ਤੇ ਉਹ ਚੱਲ ਰਿਹਾ ਸੀ। ਜਿੰਨਾ ਚਿਰ ਤੱਕ ਮੈਂ ਸੁੱਤਾ ਹਾਂ, ਮੈਂ ਕੰਬ ਰਿਹਾ ਸਾਂ, ਮੈਂ ਡਰਿਆ ਹੋਇਆ ਸਾਂ। ਕੇਵਲ ਮੇਰੀ ਅੱਖ ਖੁੱਲਣ ਦੀ ਦੇਰ ਉਹ ਸਭ ਭਰਮ ਖਤਮ ਹੋ ਗਿਆ। ਇਸੇ ਹੀ ਤਰ੍ਹਾਂ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਕੇਵਲ ਉਦੋਂ ਸਾਡੇ ਤੇ ਹਾਵੀ ਹੁੰਦੇ ਨੇ ਜਦੋਂ ਵਿਚਾਰ ਆ ਜਾਂਦੇ ਨੇ। ਤੇ ਵਿਚਾਰ ਆ ਜਾਂਦੇ ਨੇ ਤੇ ਚੇਤਨਾ ਸੌ ਜਾਂਦੀ ਉਦੋਂ। ਉਹ ਜਿਹੜਾ ਗਿਆਨ, ਹੁਣ ਵੇਖੋ ਆਮ ਹੀ ਇੱਥੇ ਲੋਕਾਂ ਨੂੰ ਨਾ, ਵੈਸੇ ਕਹਿੰਦਾ ਨਹੀਂ ਆ, ਪਰ ਵੀ ਇੱਥੇ ਆਪਣੇ ਨਾ, ਇੱਥੇ ਸਾਡੇ ਲਾਗੇ ਇੱਕ ਸੰਸਥਾ ਹੈ, ਗੁਰੂ ਇਕਬਾਲ ਜੀ ਚਲਾਉਂਦੇ ਨੇ। ਉਹ ਬੱਚਿਆਂ ਨੂੰ ਕਹਿੰਦੇ ਨੇ ਕਿ ਏਦਾਂ ਕਰੋਗੀ, ਇੰਨੇ ਪਾਠ ਤੁਸੀਂ ਜੇ ਕੰਠ ਕੀਤੇ ਆ ਤੇ ਸਟੇਜ ਤੇ ਆਓ, ਤੁਹਾਨੂੰ ਇਨਾਮ ਦੇਈਏ। ਠੀਕ ਆ, ਮੋਟੀਵੇਟ ਕਰਨਾ ਮਾੜੀ ਚੀਜ਼ ਨਹੀਂ ਆ। ਮੋਟੀਵੇਸ਼ਨ ਕਰਨਾ ਕੋਈ ਮਾੜੀ ਚੀਜ਼ ਨਹੀਂ ਆ, ਪਰ ਯਾਦ ਕਰਨ ਦੇ ਨਾਲ ਕੇਵਲ ਸਾਡੇ ਜਿਹੜੀ ਸਿਮਰਤੀ ਆ, ਸਾਡੀ ਜਿਹੜੀ ਮੈਮਰੀ ਆ, ਉਹਦੇ ਚ ਹੀ ਡਾਟਾ ਜਾਵੇਗਾ। ਨਿਜਰ ਸਾਹਿਬ? ਬਿਲਕੁਲ। ਉਹਦੇ ਨਾਲ ਸਾਡੇ ਜੀਵਨ ਚ ਕੋਈ ਚਮਕ ਨਹੀਂ ਚਮਕ ਨਹੀਂ ਆਏਗੀ। ਚਮਕ ਤਾਂ ਆਏਗੀ ਜੇ ਆਪਾਂ ਜਿਹੜੇ ਹੈਗੇ ਆ ਧਿਆਨ ਸਿਮਰਨ ਕਰਾਂਗੇ, ਜੇ ਉਹਨੂੰ ਪ੍ਰੈਕਟਿਸ ਜਿਹੜਾ ਹੈਗਾ, ਜੋ ਕਾਰਵਾਈ ਕਰਾਂਗੇ, ਜਿਹੜੀ ਗੁਰਬਾਣੀ ਦੱਸ ਰਹੀ ਹੈ, ਜਿਹੜੇ ਆਪਣੇ ਬ੍ਰਹਮ ਗਿਆਨੀ ਦੱਸ ਰਹੇ। ਹਾਂ, ਉਹਨੂੰ ਮਾਰਨਾ ਪਊਗਾ। ਆ ਮਾਰਿਆ ਨਾ, ਦੇਖੋ ਮਾਰਿਆ ਮਤਲਬ ਮਾਰ ਦਿੱਤਾ। ਕਈ ਚੀਜ਼ ਸੀ ਉਹਨੂੰ ਬਾਣੀ ਕਹਿੰਦੀ ਮਾਰਤਾ। ਤੇ ਫਿਰ ਕੀ ਹੁੰਦਾ? ਜਿਹੜਾ ਮਾਰ ਦਿੰਦਾ ਉਹ ਕਹਿੰਦੇ ਸੂਰਾ ਹੋ। ਤੇ ਫਿਰ ਕਹਿੰਦੇ ਵਿੱਚੋਂ ਦੁਸ਼ਟ ਦਾ ਮਤਲਬ ਦੁਸ਼ਟ ਚੀਜ਼। ਆਪਾਂ ਕਹਿੰਦੇ ਨੇ ਕੋਈ ਬੰਦਾ ਬੜਾ ਦੁਸ਼ਟ ਹੈਗਾ। ਬਿਲਕੁਲ। ਪਾਪ ਕਰਦਾ ਪਿਆ, ਇਹਨੂੰ ਅਕਲ ਨਹੀਂ ਹੈਗੀ। ਉਸ ਦੁਸ਼ਟ ਪੁਣੇ ਨੂੰ ਆਪਣੇ ਅੰਦਰੋਂ ਮਾਰ ਦੇਣਾ। ਦੇਖੋ ਉਹ ਦੁਸ਼ਟ ਪੁਣਾ ਕਿੱਥੇ ਹੈ? ਉਹ ਸਾਨੂੰ ਪਤਾ ਹੈ, ਮੇਰੇ ਅੰਦਰ, ਮੈਨੂੰ ਪਤਾ, ਮੇਰੇ ਚ ਕਈ ਔਗਣ ਹੈਗੇ ਆ, ਛੋਟੇ ਛੋਟੇ ਦੁਸ਼ਟ ਕਾਫੀ ਹੈਗੇ ਆ। ਹੁਣ ਉਹ ਦੁਸ਼ਟਾਂ ਨੂੰ ਕਿੱਦਾਂ ਮਾਰਨਾ? ਮਾਰਨ ਦਾ ਤਰੀਕਾ ਹੈ, ਉਹ ਕੋਈ ਡਾਂਗ ਲੈ ਕੇ ਥੋੜੀ ਮਾਰਨੇ। ਉਹ ਕਿਹੜੇ ਬੰਦੇ ਆ? ਉਹ ਕੇਵਲ ਸਾਡੀ ਭਾਵਨਾ ਹੈ। ਹੁਣ ਇੱਥੇ ਸਾਹਮਣੇ ਕੋਈ ਬੰਦਾ ਆ ਗਿਆ ਔਰ ਉਹ ਮੈਨੂੰ ਬੰਦਾ ਪਸੰਦ ਨਹੀਂ ਆ। ਉਹ ਦੁਸ਼ਟ ਮੇਰੇ ਅੰਦਰੋਂ ਨਿੱਜਰ ਸਾਹਿਬ ਉਹ ਪ੍ਰਗਟ ਹੋਣਾ ਪੈਂਦਾ, ਅੰਦਰੋਂ ਕਹਿੰਦਾ ਇਹ ਬੰਦਾ ਸਹੀ ਨਹੀਂ ਹੈ, ਇਹ ਬੰਦਾ ਇਹ ਹੈ, ਇਹ ਬੰਦਾ ਵੀ ਹੈ। ਕੁਛ ਨਾ ਕੁਛ ਗੱਲਾਂ ਆਪਾਂ ਕਰਦੇ ਹਾਂ, ਪਰ ਬਾਣੀ ਕਹਿੰਦੀ ਹਮ ਨਹੀਂ ਚੰਗੇ ਤੇ ਬੁਰਾ ਨਹੀਂ ਕੋਈ। ਉਹ ਹੁਣ ਅੱਗੇ ਬਾਣੀ ਇੱਥੇ ਤੁਕ ਹੋ ਰਹੀ ਵੀ ਆਈ ਆ ਕਿ ਉਹ ਵਿਚਾਰੇ ਦੀ ਗੱਲਾਂ 'ਚ ਰੱਸਾ ਪਾਇਆ ਉਹਨੇ। ਉਹ ਕਾਰਨ ਸਰੀਰ ਨੇ, ਉਹ ਤੂੰ ਹੀ ਫਿਰਦਾ ਵਾ, ਬਹੁਤ ਪਾਵਰਫੁਲ ਆ। ਹਾਂ, ਤੁਹਾਡੇ ਅੰਦਰ ਥੋੜੀ ਚੇਤਨਾ ਪ੍ਰਗਟ ਆ, ਤੁਹਾਨੂੰ ਗਿਆਨ ਹੋ ਗਿਆ ਕਿ ਇਹ ਬੰਦਾ ਗਲਤ ਕਰ ਰਿਹਾ, ਪਰ ਇਹ ਨਹੀਂ ਕਿ ਅਸੀਂ ਉਹ ਤੋਂ ਨਫ਼ਰਤ ਕਰੀਏ। ਉਹ ਤੇ ਬਿਮਾਰ ਹੈ, ਉਹਦੀ ਤਾਂ ਬਾਤ ਦੀ ਗੱਲ ਨਹੀਂ ਨਿੱਜਰ ਸਾਹਿਬ।
ਬਿਲਕੁਲ। ਔਰ ਜਿਹਦੇ ਵੱਸ ਦੀ ਗੱਲ ਨਹੀਂ, ਔਰ ਤਾਂ ਆਪਾਂ ਨਫ਼ਰਤ ਕਰਾਂਗੇ ਤੇ ਸਾਨੂੰ ਕੀ ਮਿਲੂਗਾ ਦੱਸੋ ਨਿੱਜਾ ਸਾਹਿਬ? ਕੁਝ ਮਿਲੂਗਾ? ਹੁਣ ਇੱਕ ਬੰਦੇ ਨੂੰ ਬੁਖਾਰ ਚੜਿਆ ਹੋਵੇ ਤੇ ਅਸੀਂ ਉਹਨੂੰ ਗਾਲਾਂ ਕੱਢੀਏ ਕਿ ਵੀ ਇਹਨੂੰ ਤੇ ਬੁਖਾਰ ਚੜ ਗਿਆ, ਇਹਨੂੰ ਅਕਲ ਨਹੀਂ, ਕੀ ਕਿੱਦਾਂ ਜੀਵਨ ਬਤੀਤ ਕਰਨਾ ਹੈ, ਤੇ ਉਹਦੇ ਨਾਲ ਸਾਨੂੰ ਕੁਝ ਪ੍ਰਾਪਤ ਹੋਊ ਜਾਂ ਉਹਨੂੰ ਕੋਈ ਫਾਇਦਾ ਹੋਊਗਾ? ਨਹੀਂ। ਉਹ ਤੇ ਉਹਨੇ ਤਾਂ ਕੁਝ ਗੜਬੜ ਕੀਤੀ ਜਿਹਦੇ ਕਰਕੇ ਅੱਜ ਉਹ ਬਿਮਾਰੀ ਉਹਦੇ ਸਰੀਰ 'ਚ ਪ੍ਰਗਟ ਹੋ ਰਹੀ ਹੈ, ਪਰ ਸਾਨੂੰ ਉਹਦੇ ਨਾਲ ਨਫ਼ਰਤ ਕਰਨ ਦੇ ਨਾਲ ਕੋਈ ਫਾਇਦਾ ਨਹੀਂ ਹੈ। ਇਸੇ ਕਰਕੇ ਬਾਣੀ ਕਹਿੰਦੀ ਕਿਸੇ ਦੀ ਨਿੰਦਿਆ ਨਹੀਂ ਕਰਨੀ। ਇਹ ਵੀ ਨਿੰਦਿਆ ਜੇ, ਸਹੀ ਨਜ਼ਰ ਸਾਹਿਬ? ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ ਗੁਰਕੀ ਸਾਹਿਬ। ਹਾਂ, ਗੁਰਮੁਖੇ ਨਾਮ ਸਲਾਹ ਜਨਮ ਸਵਾਰਿਆ। ਕਹਿੰਦੇ ਹੰਕਾਰ ਮਰੂਗਾ ਭਾਈ, ਜਦ ਪਤਾ ਲੱਗ ਗਿਆ ਆਪਾਂ ਨੂੰ, ਤੇ ਫਿਰ ਉਹਦੀ ਦਵਾਈ ਜਿਹੜੀ ਹੈਗੀ ਉਹ ਦਵਾਈ ਮਿਲਣੀ ਹੈ ਭਾਈ ਗੁਰੂ ਦੇ ਕੋਲੋਂ। ਗੁਰੂ ਦੇ ਕੋਲੋਂ ਦਵਾਈ ਮਿਲਣੀ ਆ ਵੀ ਕਿਵੇਂ ਆਪਾਂ ਦਵਾਈ ਲੈ ਸਕਦੇ ਹਾਂ। ਉਹਦੇ ਵਾਸਤੇ ਆਪਾਂ ਨੂੰ ਜਿਹੜਾ ਹੈਗਾ ਜੋ ਗੁਰੂ ਕਹਿ ਰਹੇ ਆ ਉਹ ਕਾਰਵਾਈ ਕਰਨੀ ਪੈਣੀ ਆ। ਗੁਰਮੁਖੇ ਨਾਮ ਸਲਾਹ ਜਨਮ ਸਵਾਰਿਆ। ਉਹ ਨਾਮ ਨੂੰ ਜਿਹੜਾ ਹੈਗਾ ਸਲਾਉਣਾ ਪੈਣਾ ਹੈ ਭਾਈ, ਨਾਮ ਨੂੰ ਖੋਜਣਾ ਪੈਣਾ ਹੈ। ਰਾਮ ਰਾਮ ਬੋਲ ਬੋਲ ਖੋਜਤੇ ਵੱਡ ਭਾਗੀ। ਔਰ ਆਪਣੇ ਮਨ ਨੂੰ ਜਗਾਉਣਾ ਪੈਣਾ ਹੈ ਭਾਈ। ਗੁਰਮੁਖੇ ਨਾਮ ਸਲਾਹ ਜਾਗ ਸਲੋਨੜੀਏ, ਬੋਲੇ ਗੁਰਬਾਣੀ ਰਾਮ। हे सलोनड़िए, हे इंसान, हे प्यारे इंसान, जाग, हे मेरे मना जाग, बोल। बोले गुरबाणी की मतलब है ਧਿਆਨ ਸਿਮਰਨ ਕਰ। ਗੁਰੂ ਜਿਹੜੀ ਬਾਣੀ ਦੱਸ ਰਿਹਾ ਹੈ, ਜੋ ਕਰਨ ਵਾਸਤੇ ਕਾਰਵਾਈ ਦੱਸ ਰਿਹਾ ਉਹ ਕਾਰਵਾਈ ਕਰ। ਗੁਰਮੁਖੇ ਨਾਮ ਸਲਾਹ ਜਨਮ ਸਵਾਰਿਆ, ਜਨਮ ਸਵਰ ਜਾਏਗਾ। ਤੇ ਆਪ ਹੁਆ ਸਦਾ ਮੁਕਤ, ਸਭ ਕੁਲ ਨਿਸਤਾਰਿਆ। ਆਪ ਵੀ ਮੁਕਤ, ਸਾਰਾ ਕੁਲ ਵੀ ਜਿਹੜਾ ਹੈਗਾ, ਜਿਹੜੇ ਵੀ ਉਹ ਤੋਂ ਸੇਧ ਲੈਣਗੇ ਉਹ ਵੀ ਮੁਕਤ ਹੋ ਜਾਣਗੇ। ਹਾਂਜੀ ਵੀਰ ਜੀ, ਠੀਕ ਹੈ ਜੀ। ਉਹ ਕਹਿੰਦੇ ਗੁਰਮੁਖਾਂ ਨੇ ਜੋ ਕਰਨ ਵਾਸਤੇ ਕਿਹਾ, ਹਾਂ, ਉਹਨੂੰ ਫੋਲੋ ਕਰੋ ਤੇ ਜਨਮ ਸਫਲ ਕਰ ਲਓ। ਬਿਲਕੁਲ। ਔਰ ਉਹ ਜਨਮ ਸਫਲ ਕਰ ਲਓ ਕਿੱਦਾਂ ਹੋਊਗਾ? ਪਹਿਲੀ ਗੱਲ ਇਹ ਆ ਕਿ ਹੁਣ ਨਿੱਜਾ ਸਾਹਿਬ ਜਿਹੜੇ ਫਾਰਮੂਲੇ ਮੇਰੇ ਕੋਲ ਹੈਗੇ ਆ ਉਹਦੇ ਨਾਲ ਤੇ ਕੰਮ ਨਹੀਂ ਹੋ ਰਿਹਾ। ਇਹਦਾ ਮਤਲਬ ਕਿ ਜੇ ਮੈਂ ਉਹੀ ਫਾਰਮੂਲੇ ਅੱਗੇ ਵਰਤੀ ਜਾਊਂਗਾ ਤੇ ਉਹ ਚਾਂਸ ਹੈਗਾ ਬਣ ਜੂ ਗੱਲ? ਨਾ 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 ਨਾ, ਬਿਲਕੁਲ ਪਹਿਲਾਂ ਡਰਾਪ ਕਰਨੇ ਪੈਣੇ ਆ। ਹੱਥ ਤਾਂ ਇੱਕੋ ਹੀ ਹੈ ਗੁਰੂ ਕੀ ਸਾਹਿਬ, ਉਹਦੇ ਵਿੱਚ ਜਿਹੜੀ ਚੀਜ਼ ਤਾਂ ਪਹਿਲੀ ਡਰਾਪ ਕਰੋਗੇ ਤਾਂ ਫੜੋਗੇ ਦੂਸਰਾ। ਪਰ ਉਹ ਫਾਰਮੂਲਾ ਕੋਈ ਚੇਂਜ ਨਹੀਂ ਜੇ ਕਰਦਾ। ਇਹ ਵੀ ਸੱਚ ਜੀ। ਅੱਜ ਮੈਨੂੰ ਇੱਕ ਭੈਣ ਦਾ ਫੋਨ ਆਇਆ, ਕਹਿੰਦੇ ਕਿ ਪਤਾ ਨਹੀਂ ਭਰਾ ਦਾ ਹੀ ਪਤਾ ਨਹੀਂ, ਭੁੱਲ ਗਿਆ ਮੈਂ। ਉਹ ਕਹਿੰਦੇ ਸਾਡੇ ਇੱਥੇ ਜਗ੍ਹਾ ਹੈਗੀ ਆ ਤੇ ਸਮੇਂ ਤੋਂ ਉੱਥੇ ਜਾਂਦੇ ਆ ਤੇ ਹੁਣ ਕੀ ਕਰੀਏ, ਮੈਂ ਉੱਥੇ ਜਾਂਦਾ ਵਾਂ। ਤੇ ਮੈਂ ਕੋਈ ਗੱਲ ਨਹੀਂ, ਚੱਲ ਜਿਆ ਕਰੋ ਭਰਾ। ਹੁਣ ਉਹ ਹਿੰਮਤ ਨਹੀਂ ਹੈਗੀ। ਮੈਂ ਪਹਿਲਾਂ ਨਾਮ ਤੇ ਪ੍ਰਗਟ ਹੋ ਲੈਂਦੇ। ਮੈਂ ਹੁਣ ਇਹਨੂੰ ਕਹੂੰ ਨਾ ਜਾ ਤੇ ਉੱਥੇ ਪੰਗਾ ਪੈ ਜਾਣਾ, ਉਹਨੇ ਡਰ ਜਾਣਾ। ਮੈਂ ਜਦੋਂ ਅਸਲੀ ਚੀਜ਼ ਤੁਹਾਡੇ ਹੱਥ 'ਚ ਆਈ, ਮੈਨੂੰ ਤਾਂ ਪਤਾ ਕਿ ਇੱਕ ਸਮਾਂ ਆਊਗਾ ਤੇ ਆਟੋਮੈਟਿਕਲੀ ਚੀਜ਼ ਤੁਹਾਡੇ ਕੋਲ ਛੁੱਟ ਜਾਣੀ ਹੈ। ਪਰ ਹੁਣ ਮੈਂ ਛੱਡਣ ਵਾਸਤੇ ਕਹਾਂ ਤੇ ਤੁਹਾਡੇ ਕੋਲ ਤੇ ਛੁੱਟਣੀ ਨਹੀਂ ਹੈ, ਕਿਉਂਕਿ ਤੁਸੀਂ ਅੰਦਰੋਂ ਇੰਨੇ ਪਾਵਰਫੁਲ ਨਹੀਂ। ਸੋ ਕਹਿਣ ਤੋਂ ਭਾਵ ਹੈ ਕਿ ਜੋ ਗੁਰੂ ਕਹਿੰਦੇ ਨੇ, ਉਹ ਜਦੋਂ ਆਪਾਂ ਗਿਆਨ ਪ੍ਰਾਪਤ ਕਰ ਲੈਂਦੇ ਹਾਂ ਤੇ ਫਿਰ ਜਨਮ ਸਵਾਰਿਆ ਜਾਂਦਾ ਹੈ। ਸਵਾਰੇ ਦਾ ਮਤਲਬ ਹੈ ਕਿ ਜਿਹਦੇ ਬੰਦੇ ਦੀ 84 ਕੱਟੀ ਗਈ ਹੈ ਉਹ ਸਵਾਰਿਆ ਗਿਆ ਵਾ। ਹਾਂ, ਸਵਾਰਨਾ ਹੌਲੀ ਹੌਲੀ ਸਵਾਰਿਆ ਜਾਊਗਾ, ਪੜਾਕੇ ਦੇ ਨਾਲ ਨਹੀਂ ਸਵਾਰਿਆ ਜਾਣਾ। ਆਪਾਂ ਨਹੀਂ ਕਹਿੰਦੇ ਕਈਆਂ ਦੇ ਵਾਲ ਬੜੇ ਸੋਹਣੇ ਸਵਾਰੇ ਆ, ਮਤਲਬ ਬੜੇ ਵਧੀਆ ਤਰੀਕੇ ਨਾਲ ਬੰਨੇ ਆ, ਪਰ ਸਵਾਰੇ 1 ਮਿੰਟ 'ਚ ਸਵਾਰੇ ਗਏ, ਉਹਨੂੰ ਟਾਈਮ ਲੱਗਾ। 10 15 20 ਮਿੰਟ ਲੱਗਦੇ ਆ ਕੰਘੀ ਦੇ ਨਾਲ ਕੱਲਾ ਕੱਲਾ ਵਾਲ ਉਹਨੂੰ ਸਵਾਰ ਕੇ ਫਿਰ ਉਹਨੂੰ ਬੰਨ੍ਹਦੀਆਂ ਔਰਤਾਂ ਸਿਆਣੀਆਂ ਜਿਹੜੀਆਂ ਹੁੰਦੀਆਂ। ਤੇ ਕਈਆਂ ਦੇ ਬੰਨੇ ਵੀ ਏਦਾਂ ਦੇ ਲੱਗਦੇ ਹੁੰਦੇ ਨੇ ਜਿਵੇਂ ਖਿਲਾਰੇ ਹੁੰਦੇ ਜਿੱਦਾਂ। ਬਿਲਕੁਲ ਠੀਕ। ਉਹ ਕਹਿੰਦੇ ਸਵਾਰੇ, ਠੀਕ ਹੈ ਜੀ। ਆਪ ਕਹਿੰਦੇ ਆਪ ਹੋਇਆ ਸਦਾ ਮੁਕਤ, ਸਭ ਕੁਲ ਨਿਸਤਾਰਿਆ। ਉਹ ਬੰਦੇ ਆਪ ਵੀ ਮੁਕਤ ਹੋ ਜਾਂਦੇ ਜਿਹੜੇ ਆਪਣੇ ਆਪ ਨੂੰ ਸਵਾਰ ਲੈਂਦੇ ਨੇ। ਹੁਣ ਕਿਸੇ ਦੇ ਕੱਪੜੇ ਧੋਤੇ ਵੇਖੋਗੇ ਨਾ ਤੇ ਤੁਹਾਡੇ ਮਨ 'ਚ ਵੀ ਆਉਣਾ ਇੱਛਾ ਕਿ ਮੈਂ ਵੀ ਧੋ ਕੇ ਪਾਵਾਂ। ਇਸੇ ਤਰ੍ਹਾਂ ਜਿਹੜੇ ਬੰਦੇ ਮੁਕਤ ਹੋ ਜਾਂਦੇ ਫਿਰ ਉਹ ਰਸਤਾ ਬਣਾ ਜਾਂਦੇ ਨੇ, ਸਾਨੂੰ ਬਾਣੀ ਦੇ ਰੂਪ 'ਚ ਗਿਆਨ ਦੇ ਜਾਂਦੇ ਨੇ ਤੇ ਉਹਦੇ ਨਾਲ ਕਿ ਫਿਰ ਕਈ ਕੁਲਾਂ ਜਿਹੜੀਆਂ ਨੇ ਉੱਥੋਂ ਗਿਆਨ ਪ੍ਰਾਪਤ ਕਰਕੇ ਆਪਣਾ ਜੀਵਨ ਸਵਾਰ ਲੈਂਦੀਆਂ। ਠੀਕ ਹੈ ਨਾ ਜੀ ਸਰ? ਬਿਲਕੁਲ। ਔਰ ਸੋਹਨ ਸੱਚ ਦੁਆਰ ਨਾਮ ਪਿਆਰਿਆ। ਸੱਚ ਦੇ ਦੁਆਰੇ, ਸੱਚ ਦਾ ਦੁਆਰਾ ਹੈ ਜਿਹੜਾ ਜਿੱਥੋਂ ਨਿਕਲਣਾ ਹੈ ਆਪਾਂ ਨੇ ਸੰਸਾਰ ਸਮੁੰਦਰ ਤੋਂ। ਜਿਨ੍ਹਾਂ ਨੂੰ ਨਾਮ ਦੇ ਨਾਲ ਪਿਆਰ ਹੁੰਦਾ ਹੈ ਉਹ ਸੱਚ ਦੇ ਦੁਆਰ 'ਤੇ ਪਹੁੰਚ ਜਾਂਦੇ ਆ ਭਾਈ। ਉੱਥੇ ਸੋਭਦੇ ਆ, ਸੋਹਣਾ ਜੀਵਨ ਹੋ ਜਾਂਦਾ ਹੈ ਉਹਨਾਂ ਦਾ। ਮਨਮੁਖ ਮਰੇ ਅਹੰਕਾਰ, ਮਰਨ ਵਿਗਾੜਿਆ। ਅਤੇ ਮਨ ਦੇ ਪਿੱਛੇ ਚੱਲਣ ਵਾਲੇ ਅਹੰਕਾਰ ਜਿਹੜਾ ਹੈਗਾ ਉਹਦੇ ਨਾਲ ਹੀ ਜਿਹੜਾ ਹੈਗਾ ਜੂਝਦੇ ਆ। ਅਹੰਕਾਰ ਦੇ ਨਾਲ ਹੀ, ਅਹੰਕਾਰ ਨੂੰ ਛੱਡਦੇ ਨਹੀਂ ਹੈ ਔਰ ਅਹੰਕਾਰ ਦੇ ਨਾਲ ਹੀ ਜਿਹੜਾ ਹੈਗਾ ਜੀਵਨ ਗੁਜ਼ਾਰਦੇ ਆ।
ਤੇ ਫਿਰ ਉਹਨਾਂ ਦਾ ਮਰਨ ਜਿਹੜਾ ਹੈਗਾ ਵਿਗੜ ਗਿਆ ਭਾਈ। ਫਿਰ 84 'ਚ ਪਹੁੰਚ ਗਏ ਉਹ ਜੂਨਾਂ ਦੇ ਵਿੱਚ ਚੱਕਰ ਖਾਂਦੇ। ਹਾਂਜੀ ਵੀਰ ਜੀ। ਹਾਂਜੀ, ਫਿਰ ਉਹ ਕਹਿੰਦੇ ਨੇ ਕਿ ਉਹ ਸੋਹਣ ਹੈ, ਉਹ ਚੰਗੇ ਲੱਗਦੇ ਨੇ, ਪਿਆਰੇ ਲੱਗਦੇ ਨੇ ਰੱਬ ਨੂੰ, ਜਿਹੜੇ 84 ਤੋਂ ਮੁਕਤ ਹੋ ਕੇ ਜਾਂਦੇ ਨੇ, ਤੇ ਜਿਹੜੇ ਬਾਕੀ ਨਹੀਂ ਮੁਕਤ ਹੁੰਦੇ ਤੇ ਜਿਹੜੇ 84 ਤੋਂ ਮੁਕਤ ਨਹੀਂ ਹੁੰਦੇ ਉਹ ਫਿਰ ਵਾਪਸ ਆ ਜਾਂਦੇ। ਉਹ ਫਿਰ ਕਹਿੰਦੇ ਆਪਣਾ ਜਨਮ ਉਹ ਜੂਏ ਹਾਰ ਲੈਂਦੇ ਕਿਉਂਕਿ ਪ੍ਰਾਪਤੀ ਕੁਛ ਵੀ ਨਹੀਂ ਹੋਈ ਉਹਨਾਂ ਨੇ। ਗੁਰਕੀ ਸਾਹਿਬ ਦਾ ਨੰਬਰ ਸ਼ਾਇਦ ਕਾਲ ਡਰਾਪ ਹੋ ਗਈ ਮੈਨੂੰ ਲੱਗਦਾ। ਕੱਟ ਗਿਆ ਲੱਗਦਾ ਨੇਤਾ ਸਾਹਿਬ। ਹਾਂਜੀ ਹਾਂਜੀ ਹਾਂਜੀ। ਮਨਮੁਖ ਮਰੇ ਅਹੰਕਾਰ ਮਰਨ ਵਿਗਾੜਿਆ। ਕਹਿੰਦੇ ਇਹ ਤਾਂ ਪਾਏ ਇਹ ਤਾਂ ਕੋਈ ਜੀਵਨ ਨਹੀਂ ਹੋਇਆ, ਆਹ ਤਾਂ ਕੋਈ ਸੰਸਾਰ ਤੋਂ ਵਿਦਾਇਗੀ ਨਹੀਂ ਹੋਈ। ਅਮਰਜੀਤ ਜੀ ਤੁਸੀਂ ਆਪਣਾ ਕੈਮਰਾ ਬੰਦ ਕਰ ਦਿਓ ਪਲੀਜ਼। ਅਮਰਜੀਤ ਸਿੰਘ ਕੈਮਰਾ ਬੰਦ ਕਰ ਦਿਓ ਜੀ। ਪਤਾ ਨਹੀਂ ਤੁਸੀਂ ਕਿੱਧਰ ਦੀ ਯਾਤਰਾ ਕਰ ਰਹੇ ਹੋ। ਮਨਮੁਖ ਮਰੇ ਅਹੰਕਾਰ ਮਰਨ ਵਿਗਾੜਿਆ। ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ। ਕਹਿੰਦੇ ਸਾਰਾ ਮਾਲਕਾ ਤੇਰੀ ਖੇਡ ਆ, ਤੂੰ ਮਾਇਆ ਪਾਈ ਹੋਈ ਆ, ਤੂੰ ਜਿਹੜਾ ਹੈਗਾ ਇਹ ਚਮਕਦੀ ਦੁਨੀਆ ਬਣਾਈ ਹੋਈ ਆ ਜਿਹਦੇ ਵਿੱਚ ਇਨਸਾਨ ਫਸ ਜਾਂਦਾ ਹੈ। ਤੇਰਾ ਹੁਕਮ ਆ ਤੇ ਇਹਦੇ ਵਿੱਚ ਦੇਖ ਲਓ ਮਾਲਕ ਪਰਮਾਤਮਾ ਦਾ ਹੁਕਮ ਹੈ। ਦੋਨੋਂ ਰਸਤੇ ਮਾਲਕ ਨੇ ਬਣਾਏ ਆ। ਮਾਲਕ ਸਿਰਫ ਜਿਹੜਾ ਹੈਗਾ ਦੇਖ ਰਿਹਾ ਆ ਬਈ ਕਿਹੜਾ ਇਨਸਾਨ, ਕਿਹੜਾ ਜੀਵ, ਕਿਹੜੀ ਗੋਟੀ ਕਿੱਧਰ ਨੂੰ ਜਾਣਾ ਚਾਹੁੰਦੀ ਆ। ਉਸ ਦੋਨਾਂ ਰਸਤਿਆਂ ਦੇ ਉੱਤੇ ਉਸ ਪਾਸੇ ਨੂੰ ਮਾਲਕ ਉਹਨੂੰ ਤੋੜ ਦਿੰਦਾ ਹੈ। ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ। ਆਪੋਂ ਦੂਜੇ ਲੱਗ ਖਸਮ ਵਿਸਾਰਿਆ। ਕਹਿੰਦੇ ਆਪ ਹੀ ਜਿਹੜਾ ਹੈਗਾ ਇਨਸਾਨ ਨੇ ਚੋਇਸ ਕੀਤੀ ਮਾਇਆ ਦੀ, ਡੁਅਲਿਟੀ ਦੀ। ਆਪ ਖੁਦ ਹੀ ਜਿਹੜਾ ਹੈਗਾ ਇਹ ਵਿਚਾਰਾਂ ਵਾਲਾ ਰਸਤਾ ਜਿਹੜਾ ਹੈਗਾ, ਇਹ ਹੰਕਾਰ ਵਾਲਾ ਰਸਤਾ ਜਿਹੜਾ ਹੈਗਾ, ਆਪ ਖੁਦ ਹੀ ਜਿਹੜਾ ਹੈਗਾ, ਆਪ ਖੁਦ ਹੀ ਹੰਕਾਰ ਵਾਲਾ ਰਸਤਾ ਜਿਹੜਾ ਹੈਗਾ ਚੂਜ਼ ਕਰਦਾ ਇਨਸਾਨ ਔਰ ਮਾਲਕ ਨੂੰ ਵਿਸਾਰ ਦਿੰਦਾ ਹੈ ਪਾਏ। ਉਹ ਕਹਿੰਦਾ ਮੈਨੂੰ ਤਾਂ ਮਾਇਆ ਵਾਲਾ, ਇਹ ਸਵਾਦਾਂ ਵਾਲਾ, ਆਕਾਰ ਵਾਲਾ, ਇਹ ਪਦਾਰਥਾਂ ਵਾਲਾ ਜਿਹੜਾ ਮੈਂ ਤਾਂ ਇਸ 'ਤੇ ਆਪਣੇ ਸਾਰੇ ਦੇ ਸਾਰੇ 24 ਘੰਟੇ ਇਸੇ 'ਤੇ ਲਾਉਣੇ ਆ ਭਾਈ। ਆਪੋਂ ਦੂਜੇ ਲੱਗ ਖਸਮ ਵਿਸਾਰਿਆ। ਤੇ ਫਿਰ ਭਾਈ ਨਾਨਕ ਬਿਨ ਨਾਮੇ ਸਭ ਦੁੱਖ ਸੁੱਖ ਵਿਸਾਰਿਆ। ਨਾਮ ਤੋਂ ਬਗੈਰ ਸਾਰਾ ਦਾ ਸਾਰਾ ਦੁੱਖ ਹੀ ਦੁੱਖ ਹੈਗਾ ਭਾਈ। ਸੁੱਖ ਜਿਹੜਾ ਹੈਗਾ ਉਹ ਖਤਮ ਹੋ ਜਾਂਦਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਵਿੱਚ ਫੋਨ ਆ ਗਿਆ ਸੀ। ਨਹੀਂ ਕੋਈ ਨਹੀਂ। ਕਹਿੰਦੇ ਕਿ ਮਨਮੁਖ ਜਿਹੜਾ ਹੁੰਦਾ ਉਹ ਹੰਕਾਰ 'ਚ ਹੀ ਆਪਣਾ ਜੀਵਨ ਬਤੀਤ ਕਰਦਾ ਹੈ ਤੇ ਮਰਨ ਵਿਗਾੜ ਲੈਂਦਾ। ਦੇਖੋ ਮਰਨਾ ਸਵਾਰਿਆ ਵੀ ਜਾਂਦਾ ਹੈ। ਬਿਲਕੁਲ। ਤੇ ਜੇ ਸਵਾਰਿਆ ਨਹੀਂ ਗਿਆ ਤੇ ਫਿਰ ਸਮਝ ਲਓ ਵਿਗਾੜ ਹੀ ਲਿਆ ਆਪਾਂ। ਹੁਣ ਜਿੱਦਾਂ ਦੇ ਤੁਸੀਂ ਜੰਮੇ ਜੋ ਉਦਾਂ ਦੇ ਵਾਪਸ ਚੱਲ ਜਾਓ ਤੇ ਕਿੰਨਾ ਕੁ ਵਧੀਆ ਕੰਮ ਹੋਇਆ। ਹੁਣ ਮੇਰੇ 'ਚ ਔਗਣ ਨੇ, ਮੈਂ ਆਪ ਕਹਿੰਦਾ ਮੇਰੇ 'ਚ ਬਹੁਤ ਔਗਣ। ਹੁਣ ਜੇ ਕੱਲ ਨੂੰ ਮੈਂ ਇਹਨਾਂ ਦੇ ਨਾਲ ਹੀ ਮਰ ਜਾਂਦਾ ਹੈ ਤੇ ਮੇਰਾ ਮਰਨਾ ਸੌਰਿਆ ਥੋੜੀ ਹੈ, ਵਿਗੜ ਹੀ ਗਿਆ ਨਜਰ ਸਾਹਿਬ। ਬਿਲਕੁਲ। ਕਿਉਂਕਿ ਉਲਟਾ ਵਧਾ ਲਿਆ ਮੈਂ। ਬਿਲਕੁਲ। ਇਹ ਵੀਰ ਜੀ ਇਹ ਨਾ ਸਕਦਾ ਕਿ ਜਦੋਂ ਮੈਂ ਗੋਰਖੀ ਸਾਹਿਬ ਇਹ ਅਮਰਜੀਤ ਜਿਹੜੇ ਹੈਗੇ ਸੁਣ ਨਹੀਂ ਰਹੇ ਆਪਣੇ। ਅਮਰਜੀਤ ਸਿੰਘ ਕੈਮਰਾ ਬੰਦ ਕਰ ਦਿਓ ਪਲੀਜ਼। ਦੇਖੋ ਕੈਮਰਾ ਬੰਦ ਕਰ ਉਹਨਾਂ ਦਿਓ। ਨੂੰ ਪਤਾ ਨਹੀਂ, ਹੱਥ ਪਤਾ ਨਹੀਂ ਲੱਗ ਰਿਹਾ। ਨਹੀਂ ਅੱਛਾ ਚਲੋ। ਹਾਂ ਅਮਰਜੀਤ ਸਿੰਘ ਜੀ ਆਪਣਾ ਮਾਈਕ ਕੈਮਰਾ ਬੰਦ ਕਰ ਦਿਓ, ਤੁਹਾਡੀਆਂ ਟੈਲਾਂ ਆ ਰਹੀਆਂ ਨਜ਼ਰ। ਹਾਂਜੀ ਹਾਂ ਬਹੁਤ ਮਾਈਕ ਬੰਦ, ਤੁਹਾਡਾ ਕੈਮਰਾ ਬੰਦ ਕਰ ਦਿਓ ਪਲੀਜ਼। ਨਹੀਂ ਉਹਨਾਂ ਨੂੰ ਨਹੀਂ ਪਤਾ ਲੱਗਣ ਦੇ। ਚਲੋ ਕੋਈ ਨਹੀਂ। ਠੀਕ ਹੈ। ਤੇ ਮਰਨਾ ਸਵਾਰਿਆ ਜਾਂਦਾ ਤੇ ਕਈਆਂ ਦਾ ਵਿਗਾੜਿਆ ਜਾਂਦਾ। ਕੋਈ ਕਹਿ ਨਹੀਂ ਦੇਈਦੇ ਕਿ ਇਹਦਾ ਤਾਂ ਮਰਨਾ ਹੀ ਵਿਗੜ ਗਿਆ, ਕੁਛ ਨਹੀਂ ਪ੍ਰਾਪਤ ਹੋਇਆ। ਮਤਲਬ ਉਹ ਪਦਾਰਥਾਂ ਕਰਕੇ ਵੀ ਲੋਕੀ ਕਹਿ ਦਿੰਦੇ ਆ ਕਿ ਇਹਨੇ ਤਾਂ ਬੜੇ ਮਕਾਨ ਮਕੂਨ ਬਣਾਏ ਸੀ, ਹੁਣ ਦੋ ਤਿੰਨ ਵੇਚਦੇ ਆ, ਬਾਕੀ ਥੋੜੇ ਰਹਿ ਗਏ ਆ। ਤੇ ਇਹ ਬੰਦੇ ਨੇ ਕੋਈ ਫਾਇਦਾ ਨਹੀਂ ਖੱਟਿਆ, ਨੁਕਸਾਨ ਕਰ ਲਿਆ। ਉਸੇ ਹੀ ਤਰ੍ਹਾਂ ਜਦੋਂ ਸਾਨੂੰ ਜੀਵਨ ਮਿਲਿਆ ਆਪਾਂ ਕੋਈ ਚੀਜ਼ ਪ੍ਰਾਪਤ ਨਹੀਂ ਕੀਤੀ, ਆਪਾਂ ਓਦਾਂ ਹੀ ਚਲੇ ਗਏ ਆ ਵਾਪਸ। ਤੇ
ਫਿਰ ਤੇ ਸਮਝ ਲਓ ਕਿ ਵਧੀਆ ਕੰਮ ਤੇ ਨਹੀਂ ਨਾ ਹੋਇਆ। 84 ਲੱਖ ਜੂਨ ਦੇ ਵਿੱਚੋਂ ਜਿਹੜੀ ਸਰਵ ਉੱਤਮ ਜੂਨੀ ਆ ਮਨੁੱਖ ਦੀ ਦੇਹ, ਉਹ ਸਾਨੂੰ ਮਿਲੀ ਤੇ ਅਸੀਂ ਕੋਈ ਫਾਇਦਾ ਨਹੀਂ ਉਠਾਇਆ, ਉਦਾਂ ਹੀ ਵਾਪਸ ਚਲ ਗਏ। ਤੇ ਫਿਰ ਕਹਿੰਦੇ ਆ ਕਿ ਉਹ ਪ੍ਰਮਾਤਮਾ ਦੇ ਦਰ 'ਚ ਫਿਰ ਸੋਭਾ ਥੋੜੀ ਮਿਲਣੀ ਹੈ ਸਾਨੂੰ, ਅਸੀਂ ਕੋਈ ਚੰਗਾ ਕੰਮ ਕੀਤਾ ਨਹੀਂ ਮਿਲੇਗੀ, ਬਿਲਕੁਲ ਨਹੀਂ ਮਿਲੇਗੀ, ਕਿਉਂਕਿ ਆਪਾਂ ਉਸ ਚੀਜ਼ ਨੂੰ ਸੁਣਿਆ ਹੀ ਨਹੀਂ। ਗ੍ਰੰਥਾਂ 'ਚ ਕੀ ਲਿਖਿਆ ਹੈ, ਉਹ ਕੀ ਕਹਿ ਕੇ ਗਏ ਨੇ, ਅਸੀਂ ਕੇਵਲ ਆਪਣੀ ਧੁਨ ਦੇ ਵਿੱਚ ਆਪਣਾ ਇੱਕ ਜੀਵਨ ਬਤੀਤ ਕੀਤਾ ਹੈ, ਹੰਕਾਰ ਦੇ ਵਿੱਚ ਜੰਮੇ ਆ, ਹੰਕਾਰ 'ਚ ਹੀ ਮਰ ਗਏ ਤੇ ਸਾਰਾ ਜੀਵਨ ਹੀ ਹੰਕਾਰ 'ਚ। ਗੁਰਦੁਆਰੇ ਵੀ ਕੰਮ ਜਾ ਕੇ ਕੀਤਾ ਤੇ ਕੇਵਲ ਹੰਕਾਰ, ਜੇ ਕਿਸੇ ਦੀ ਮਦਦ ਵੀ ਕੀਤੀ ਉੱਥੇ ਵੀ ਹੰਕਾਰ, ਜੇ ਕੱਪੜਾ ਪਾਇਆ ਉੱਥੇ ਹੰਕਾਰ, ਸਭ ਕੁਛ ਹੰਕਾਰ ਦੇ ਨਾਲ ਹੀ ਕੀਤਾ ਹੈ। ਤੇ ਫਿਰ ਵਿਗਾੜਿਆ ਲਿਆ ਜੀਵਨ, ਸਵਾਰਿਆ ਤੇ ਨਹੀਂ। ਕਹਿੰਦੇ ਸਭ ਵਰਤੇ ਹੁਕਮ ਕਿਆ ਕਰੇ ਵਿਚਾਰਿਆ। ਪਰ ਕਈ ਕਹਿੰਦੇ ਕਿ ਉਹ ਹੁਣ ਵਿਚਾਰ ਕਰਕੇ ਵੀ ਦੇਖਿਆ ਵਾ, ਭਾਣਾ ਤੇ ਪ੍ਰਮਾਤਮਾ ਦਾ ਹੀ ਆ, ਪਰ ਪ੍ਰਮਾਤਮਾ ਥੋੜੀ ਸਾਨੂੰ ਨਿੱਜਰ ਸਾਹਿਬ ਕਹਿੰਦਾ ਕਿ ਚੋਰੀ ਕਰ ਲੈ। ਇਹ ਤੇ ਸਾਡੀ ਮਰਜ਼ੀ ਹੈ ਨਾ ਕਿ ਮੈਂ ਰਿਜ਼ਕ ਕਿਹੜਾ ਲਿਆਉਣਾ, ਕਿਉਂਕਿ ਸਾਡੇ ਕੋਲ ਬੁੱਧੀ ਹੈ, ਅਸੀਂ ਕੋਈ ਜਾਨਵਰ ਥੋੜੀ ਹੈਗੇ ਆ। ਤੇ ਜੇ ਅਸੀਂ ਜਾਨਵਰ ਨਹੀਂ ਹੈ, ਅਸੀਂ ਇਨਸਾਨ ਆ, ਸਾਡੇ ਅੰਦਰ ਚੇਤਨਾ ਵਾ, ਤੇ ਸਾਨੂੰ ਆਪਣੇ ਤੇ ਬਗਾਨੇ 'ਚ ਜੋ ਫਰਕ ਹੈਗਾ, ਜੋ ਭੇਦ ਹੈਗਾ ਨਹੀਂ ਪਤਾ। ਪਰ ਆ ਗ੍ਰੰਥਾਂ 'ਚ ਤੇ ਲਿਖਿਆ ਹੈ ਨਾ ਕਿ ਇਹਨੂੰ ਪੜ੍ਹੋ। ਬਿਲਕੁਲ ਪੜ੍ਹੋ। ਆਹ ਤੇ ਗ੍ਰੰਥ ਦਾ ਮਤਲਬ ਕੀ ਹੈ? ਗ੍ਰੰਥ ਕਿਉਂ ਲਿਖੇ ਗਏ? ਉਹ ਕਹਿੰਦੇ ਗ੍ਰੰਥ ਸਾਰੇ ਗਿਆਨ ਆਇਆ ਪ੍ਰਮਾਤਮਾ ਤੋਂ, ਚਾਹੇ ਕਿਸੇ ਵੀ ਰੂਪ 'ਚ ਹੈ। ਜਿਹੜਾ ਗਿਆਨ ਹੈ ਪ੍ਰਮਾਤਮਾ 'ਚ ਹੀ ਆਉਂਦਾ ਹੈ, ਕਲਾ ਸਾਰੀ ਪ੍ਰਮਾਤਮਾ ਦੀ ਵਰਤ ਰਹੀ ਹੈ। ਤੇ ਜੇ ਮੈਨੂੰ ਨਹੀਂ ਆਉਂਦਾ, ਕਮ ਸੇ ਕਮ ਪੜ੍ਹ ਪੁੜ ਕੇ ਥੋੜਾ ਫਿਰ ਵੀ ਆਪਣੇ ਆਪ ਨੂੰ ਸੁਧਾਰ ਲਾ। ਹੁਣ ਬਾਣੀ ਤੇ ਕਹਿੰਦੀ ਆ, ਪਰ ਜੇ ਨਹੀਂ ਕੁਛ ਸੁਧਾਰਦਾ ਤੇ ਇਹ 'ਚ ਪ੍ਰਮਾਤਮਾ ਦਾ ਕੋਈ ਕਸੂਰ ਨਹੀਂ ਹੈ, ਇਹ ਸਾਡਾ ਆਪਣਾ ਕਸੂਰ ਹੈ। ਤੇ ਕਹਿੰਦੇ ਆਪੋ ਦੂਜੇ ਲੱਗ ਖਸਮ ਵਸਾਰਿਆ। ਹਾਂ, ਆਪਣਾ ਕਸੂਰ ਆ, ਆਪ ਹੀ ਆਪਾਂ ਨੇ ਚੁਆਇਸ ਕੀਤਾ ਹੈ ਦੂਸਰਾ ਪਾਸਾ, ਮਾਇਆ ਵਾਲਾ ਪਾਸਾ। ਮਾਇਆ ਨੂੰ ਲੱਗ ਕੇ ਖਸਮ ਨੂੰ ਸੈਕੰਡਰੀ ਕਰਤਾ। ਕਹਿੰਦੇ ਵੀ ਰੱਬ ਨਹੀਂ ਚਾਹੀਦਾ, ਸਾਨੂੰ ਮਾਇਆ ਚਾਹੀਦੀ। ਮਾਇਆ ਦੀ ਤੁਸੀਂ ਕਿਸੇ ਨੂੰ ਕਹੋ ਰੱਬ ਵੱਲ ਜਾਣਾ, ਤੁਸੀਂ ਉਹਦੀ ਸ਼ਕਲ ਵੇਖੋ, ਤੁਹਾਨੂੰ ਖੁਦ ਹੀ ਪਤਾ ਲੱਗ ਜਾਊਗਾ। ਇੱਥੇ ਬਾਬੇ ਸ਼ਹੀਦੀ ਦਰਬਾਰ ਸਾਹਿਬ, ਇੱਥੇ ਮੈਨੂੰ ਤਾਂ ਲੱਗਦਾ ਲੱਖ ਬੰਦਾ ਰੋਜ਼ ਦਾ ਆਉਂਦਾ। ਇਹਨਾਂ ਸਾਰਿਆਂ ਨੂੰ ਖਿਲਾ ਕੇ ਪੁੱਛੋ, ਸੱਚੀ ਤੁਸੀਂ ਰੱਬ ਨੂੰ ਮਿਲਣਾ ਚਾਹੁੰਦੇ? ਇਹਨਾਂ ਦਾ ਗੁੱਟ ਫੜ ਲਓ। ਉਹਨੇ ਕਹਿਣਾ ਕਿਹੜਾ ਰੱਬ? ਇਹ ਰੱਬ ਜਿਹੜਾ ਇੱਥੇ ਸਾਨੂੰ ਨੀ ਰੱਬ ਰੂਪ ਨਾਲ ਕੋਈ ਲੈਣਾ ਦੇਣਾ, ਇਹ ਵਧੀਆ ਵਾ, 2 ਮਿੰਟ 'ਚ ਮਿਲ ਲਈਦਾ, ਆਉਂਦੇ ਜਾਂਦੇ ਲੰਘ ਕੇ ਮੱਥਾ ਟੇਕਦੀ ਆ। ਉਹ ਕਹਿੰਦੇ ਅਸਲੀ ਰੱਬ ਨੂੰ ਮਿਲਣਾ ਹੀ ਉਹ ਸਰਾਂ 'ਚ ਨਹੀਂ ਬੰਦਾ ਜਾਂਦਾ ਸੀ ਇੱਕ ਉੱਥੇ, ਉਹ ਜਿਹੜੇ ਵੀ ਬਾਬੇ ਆਉਣੇ ਨੇ ਉਹਨਾਂ ਨੂੰ ਪਰੇਸ਼ਾਨ ਕਰਨ ਵਾਸਤੇ ਚੱਲ ਜਾਣਾ। ਉਹਨੇ ਕਹਿਣਾ ਕਿ ਬਈ ਮੈਨੂੰ ਰੱਬ ਨਾ ਮਿਲਾਓ। ਉਹਨੇ ਦੱਸਣੀਆਂ ਗੱਲਾਂ ਗੁੱਲਾਂ ਗ੍ਰੰਥਾਂ ਦੀਆਂ। ਉਹ ਕਹਿੰਦਾ ਗ੍ਰੰਥਾਂ ਦੀਆਂ ਗੱਲਾਂ ਗੁੱਲਾਂ ਨਹੀਂ ਚਾਹੀਦੀਆਂ ਮੈਨੂੰ ਅਸਲੀ ਗੱਲ ਕਰੋ। ਏਦਾਂ ਕੋਈ ਬਾਬਾ, ਉਹ ਕਹਿੰਦੇ ਉਹਨਾਂ ਕੋ ਵਿਚਾਰਿਆਂ ਕੋਈ ਜਵਾਬ ਨਾ ਹੋਵੇ, ਕਿਉਂਕਿ ਸਾਰੇ ਉਹ ਤੋਤੇ ਹੈਗੇ ਸੀ, ਪੜਿਆ ਗਿਆਨ ਸੀ, ਆਪਣਾ ਕੁਛ ਵੀ ਨਹੀਂ ਸੀ। ਇੱਕ ਸੰਤ ਅਸਲੀ ਚਲ ਗਿਆ ਉੱਥੇ ਕਿਤੇ ਸਰਾਂ 'ਚ। ਇਹੋ ਹੀ ਜਿਹੜਾ ਉਹ ਬੰਦਾ ਸੀ ਸਰਾਂ ਦਾ ਮਾਲਕ, ਉੱਥੇ ਪਹੁੰਚ ਗਿਆ ਬੜਾ ਜਿਹੜੀ ਨਾ ਸ਼ਰਧਾ ਜੀ ਨਾਲ, ਮਹਾਰਾਜ ਮੈਂ ਨਾ ਤੁਹਾਨੂੰ ਨਮਸਕਾਰ ਕਰਦਾ ਹੈ ਤੇ ਮੇਰਾ ਇੱਕ ਸਵਾਲ ਹੈ। ਕਹਿੰਦੇ ਕੀ? ਕਹਿੰਦਾ ਮੈਂ ਤੇ ਰੱਬ ਨੂੰ ਮਿਲਣਾ ਚਾਹੁੰਦਾ ਹੈ ਤੇ ਮੈਨੂੰ ਦਰਸ਼ਨ ਕਰਾਓ। ਪਰ ਗੱਲਾਂ ਗੁੱਲਾਂ 'ਚ ਨਹੀਂ, ਅਸਲੀ। ਉਹ ਬਾਬਾ ਬੜਾ ਤਗੜਾ ਸੀ, ਥੋੜਾ ਹੈਲਥੀ ਜੈਸਾ, ਥੋੜਾ ਜਵਾਨ ਹੀ ਸਰੀਰ ਦਾ। ਉਹਨੇ ਬੰਦੇ ਦਾ ਗੁੱਟ ਫੜ ਲਿਆ, ਕਹਿੰਦਾ ਹੁਣੇ ਮਿਲਣਾ ਹੀ। ਉਹ ਐਸਾ ਜਵਾਬ ਤੇ ਨਹੀਂ ਕਿਤੇ ਸੁਣਿਆ ਨਹੀਂ ਨਾ, ਉਹ ਤਿਆਰ ਸੀ, ਉਹ ਡਰ ਗਿਆ। ਕਹਿੰਦਾ ਨਹੀਂ ਏਦਾਂ ਤੁਸੀਂ ਦੱਸੋ, ਗੱਲਾਂ ਗੁੱਲਾਂ 'ਚ ਨਹੀਂ ਕਰੋਗੇ, ਮਤਲਬ ਜਿੱਦਾਂ ਆਮ ਗੱਲਾਂ 'ਚ ਸਮਝਾਉਂਦੇ ਸੀ। ਕਹਿੰਦਾ ਨਹੀਂ, ਉਹ ਛੱਡ ਦੇ, ਤੂੰ ਹੁਣ ਮਿਲਣਾ ਚਾਹੁੰਦਾ, ਤੂੰ ਤਿਆਰ ਹੈ? ਉਹ ਕਹਿੰਦੇ ਨਹੀਂ, ਮੈਂ ਨਾ ਅਜੇ ਤਿਆਰ ਨਹੀਂ ਆ, ਮੈਂ ਵਿਚਾਰ ਕਰਾਂਗਾ, ਮੈਨੂੰ ਪਤਾ ਹੀ ਨਹੀਂ ਏਦਾਂ ਦਾ ਭਾਣਾ ਵਾਪਰ ਜੂਗਾ, ਮੈਂ ਕੱਲ ਆਊਂਗਾ। ਉਹ ਆਇਆ ਨਹੀਂ ਮੁੜ ਕੇ। ਬਿਲਕੁਲ ਗੁੱਟ ਫੜ ਲਿਆ ਉਹਨੇ। ਉਹ ਜਿੱਦਾਂ ਕਿ ਹੁਣੇ ਤੈਨੂੰ ਲੈ ਕੇ ਜਾਊਂਗਾ ਰੱਬ ਦੇ ਕੋਲ, ਤੇ ਉਹ ਡਰ ਗਿਆ। ਉਹ ਕਹਿੰਦਾ ਮੈਂ ਤੇ ਤਿਆਰ ਹੀ ਨਹੀਂ ਹੈਗਾ ਜੀ। ਸੋ ਸਾਡਾ ਵੀ ਰੱਬ ਨੂੰ ਮਿਲਣਾ ਕਈ ਵਾਰੀ ਪੂਰਾ ਨਹੀਂ ਹੁੰਦਾ, ਅਧੂਰਾ ਹੁੰਦਾ। ਕੇਵਲ ਵਿੰਡੋ ਸ਼ਾਪਿੰਗ, ਬਾਹਰੋਂ ਖਲੋ ਕੇ ਸ਼ੀਸ਼ੇ 'ਚ ਜਾਣਾ ਹੈ, ਕੱਪੜੇ ਵੀ ਵੇਖਣੇ ਆ, ਫਰੋਲਣੇ, ਸਾਰਾ ਕੁਝ ਕਰਨਾ ਹੈ, ਪਰ ਖਰੀਦਣੇ ਨਹੀਂ। ਵੀ ਆਰ ਨੋਟ ਇੰਟਰਸਟਿਡ, ਓਨਲੀ ਲੁਕਿੰਗ। ਸੋ ਇਹ ਗੱਲ ਹੈ। ਤੇ ਬਾਣੀ ਕਹਿੰਦੀ ਹੈ ਫਿਰ ਦੂਜੇ ਦੇ ਨਾਲ ਲੱਗੇ ਨੇ ਜਿਹੜੇ ਆਪਣੇ ਖਸਮ ਨੂੰ ਵਸਾਰ ਦਿੰਦੇ ਨੇ, ਉਹ ਕੀ ਕਰ ਸਕਦੇ ਉਹਨਾਂ ਨੂੰ? ਨਾਨਕ ਬਿਨ ਨਾਵੇਂ ਸਭ ਦੁੱਖ ਸੁੱਖ ਵਿਸਾਰਿਆ, ਸੁੱਖ ਤਾਂ ਗਿਆ। ਹਾਂ, ਉਹ ਕਹਿੰਦੇ ਤੁਸੀਂ ਗਲਤ ਚੀਜ਼ ਦੀ ਚੁਆਇਸ ਕਰ ਲਈ, ਬਸ ਯੂ ਮੇਕ ਅ ਰੋਂਗ ਡਿਸੀਜਨ। ਤੁਸੀਂ ਇੱਕ ਹੀਰਾ ਸੀ ਜਿਹਦੇ ਬਦਲੇ ਆਲੂ ਗੰਢੇ ਮਕਾਨ ਖਰੀਦ ਲਏ, ਬਸ ਮਿੱਟੀ ਕਰਦਾ, ਮਿੱਟੀ ਖਰੀਦ ਲਈ। ਬਿਲਕੁਲ ਸਿੱਧੀ ਜੀਵਨ ਹਾਰ ਲਿਆ। ਯੂਅਰ ਆਊਟਪੁੱਟ ਇਜ਼ ਜ਼ੀਰੋ।
ਬਿਲਕੁਲ। ਔਰ ਬਾਣੀ, ਗੁਰਕੀ ਸਾਹਿਬ ਬਾਣੀ ਕਹਿੰਦੀ ਤੂੰ ਆਖਰੀ ਦਮ ਤੱਕ ਤੂੰ ਵੋਟ ਬਦਲ ਸਕਦਾ ਹੈ, ਤੂੰ ਸ਼ਿਫਟ ਹੋ ਸਕਦਾ ਹੈ। ਬਸ ਜੇ ਤੈਨੂੰ ਪਤਾ ਲੱਗ ਗਿਆ ਵੀ ਤੇਰੀ ਗਲਤ ਜਿਹੜੀ ਹੈਗੀ, ਗਲਤ ਕਿਸ਼ਤੀ 'ਚ ਬੈਠ ਗਿਆ ਆ, ਡੁੱਬ ਰਹੀ ਆ, ਤੇ ਛੱਡ ਉਹਨੂੰ ਤੇ ਜਹਾਜ਼ 'ਚ ਬੈਠ। ਨਿੱਜਰ ਸਾਹਿਬ ਨਹੀਂ ਨਿੱਜਰ ਸਾਹਿਬ, ਜਦੋਂ ਮੋਹ ਦਾ ਧਾਗਾ ਹੁੰਦਾ ਨਾ, ਉੱਥੋਂ ਬੜਾ ਉਤਰਨਾ ਜਾਊਗਾ। ਬਹੁਤ ਔਖਾ। ਫਿਰ ਤਾਂ ਡੁੱਬੇਗਾ। ਕਬੀਰ ਸਾਹਿਬ ਵਾਂਗੂ ਬੜਾ ਜਿਗਰਾ ਚਾਹੀਦਾ, ਕਿਉਂਕਿ ਬੰਦੇ ਨੂੰ ਨਾ ਉਹ ਕਹਾਣੀ ਯਾਦ ਹੈ ਨਾ ਤੁਹਾਨੂੰ। ਵੈਸੇ ਕਈ ਵਾਰੀ ਗੱਲ ਲੰਬੀ ਹੋ ਜਾਂਦੀ ਹੈ, ਮਾਤਾ ਵੀ ਕਹਿੰਦੀ ਚਰਨਜੀਤ ਤੂੰ ਬਹੁਤੀਆਂ ਗੱਲਾਂ ਘੱਟ ਕਰਿਆ ਕਰ, ਕੰਮ ਟੂ ਪੁਆਇੰਟ ਗੱਲ ਕਰਿਆ ਕਰ। ਉੱਥੇ ਇੱਕ ਨਾ ਕੁਝ ਊਠ ਲੈ ਕੇ ਜਾ ਰਹੇ ਸੀ, ਤੇ ਉਹ ਬੜੀ ਪੁਰਾਣੀ ਕਹਾਣੀ ਹੈ, ਸਾਰੇ ਲੋਕ ਯੂਜ਼ ਕਰਦੇ, ਆਪਾਂ ਵੀ ਯੂਜ਼ ਕਰ ਲੈਂਦੇ ਹਾਂ। ਤੇ ਉਹ ਊਠਾਂ ਦੇ ਵਿੱਚ ਨਾ, ਉਹ ਊਠ ਜ਼ਿਆਦੇ ਸੀ ਤੇ ਇੱਕ ਰੱਸੀ ਘੱਟ ਸੀ। ਤੇ ਉਹਨਾਂ ਨੇ ਵੇਖਿਆ ਤੇ ਯਾਰ ਇਹ ਰਾਤ ਨੂੰ ਸੌਣਾ ਵੀ ਆ, ਤੇ ਊਠ ਬੰਨਾਂਗੇ ਨਹੀਂ ਤੇ ਇਹਨੂੰ ਮਤਲਬ ਕਿੱਦਾਂ ਸਾਂਭਾਂਗੇ ਆਪਾਂ, ਮੁਸ਼ਕਿਲ ਹੋ ਜਾਏਗੀ, ਇਹ ਚਲੇ ਜਾਊਗਾ ਹਾਂ ਭੱਜ ਸਕਦਾ। ਉਹਨਾਂ ਨੇ ਇੱਕ ਬੁੱਢੇ ਦਾ ਘਰ ਲਾ ਕੇ ਵੇਖਿਆ, ਉੱਥੇ ਗਏ, ਉਹਦੇ ਕੋਲ ਕਹਿੰਦੇ ਬਜ਼ੁਰਗੋ ਸਾਡੇ ਇੱਕ ਊਠ ਹੈਗਾ ਤੇ ਸਾਡੇ ਕੋਲ ਰੱਸੀ ਨਹੀਂ ਹੈਗੀ ਤੇ ਨਾ ਹੀ ਕਿੱਲਾ ਹੈਗਾ। ਉਹ ਕਹਿੰਦਾ ਕਿਹੜੀ ਗੱਲ ਹੈ? ਕਹਿੰਦਾ ਮੈਂ ਊਠਾਂ ਨੂੰ ਬੜੇ ਚੰਗੀ ਤਰ੍ਹਾਂ ਜਾਣਦਾ, ਕਿਉਂਕਿ ਮੈਂ ਰਹਿੰਦਾ ਰੇਗਿਸਤਾਨ 'ਚ ਆ। ਤੁਸੀਂ ਏਦਾਂ ਕਰੋ ਕਿ ਉਹਦੇ ਗਲ 'ਚ ਰੱਸੀ ਬੰਨ ਦਿਓ, ਨਾਲੇ ਕਿੱਲਾ ਕੱਢ ਦਿਓ। ਉਹ ਕਹਿੰਦੇ ਬਾਬਾ ਸਾਡੇ ਕੋਲ ਰੱਸੀ ਨਹੀਂ ਹੈਗੀ, ਨਾ ਕਿੱਲਾ ਹੈਗਾ ਤੇ ਇਹ ਕਿੱਦਾਂ ਟਿਕੂ? ਕਹਿੰਦਾ ਨਹੀਂ ਤੁਸੀਂ, ਮੈਂ ਊਠਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ। ਕਹਿੰਦਾ ਜਾਓ। ਓਦਾਂ ਹੀ ਨਾ ਕੀਤਾ, ਨਕਲੀ ਰੱਸੀ ਬਣਾਈ, ਉਹਦੇ ਗਲ 'ਚ ਗੰਢਾਂ ਮਾਰਤੀਆਂ, ਤੇ ਇੱਕ ਬੰਦੇ ਨੇ ਨਕਲੀ ਉੱਥੇ ਕਿੱਲਾ ਕੱਢਤਾ, ਥੋੜੇ ਮਾਰੀ ਗਿਆ ਕਿੱਲਾ ਕੱਢਤਾ। ਤੇ ਉਹ ਚਲੋ ਸੌਂ ਗਏ। ਵੇਖਿਆ ਤੇ ਨਿੱਜਾ ਸਾਹਿਬ ਊਠ ਉੱਥੇ ਬੈਠਾ। ਉਹ ਕਹਿੰਦਾ ਠੀਕ ਆ। ਫਿਰ ਉਹਨਾਂ ਦੂਜੇ ਊਠ ਖੋਲਤੇ, ਇਹਨੂੰ ਖੋਲਿਆ ਨਾ ਨਿੱਜਾ ਸਾਹਿਬ। ਖੋਲਿਆ ਕਿੱਥੋਂ? ਖੋਲਣਾ ਨਹੀਂ, ਖੋਲਣਾ ਕੀ, ਉਹਨੂੰ ਬੰਨਿਆ ਹੀ ਨਹੀਂ ਸੀ। ਤੇ ਉਹ ਹਿੱਕਣ ਊਠ ਉੱਠੇ ਨਾ, ਉਹ ਇੰਜ ਕਰੇ, ਐਕਟਿੰਗ ਕਰੇ ਕਿ ਜਿੱਦਾਂ ਉਹਦੇ ਗਲ 'ਚ ਰੱਸੀ ਬੱਧੀ ਆ। ਉਹ ਫਿਰ ਉਹ ਬਾਬੇ ਕੋ ਗਏ, ਕਹਿੰਦੇ ਬਜ਼ੁਰਗੋ ਤੁਸੀਂ ਤੇ ਕੋਈ ਚਮਤਕਾਰ ਕਰਤਾ, ਜਾਦੂ ਪਾਤਾ, ਸਾਡਾ ਊਠ ਤੇ ਹਿਲਦਾ ਨਹੀਂ ਪਿਆ। ਉਹ ਕਹਿੰਦਾ ਮੂਰਖੋ ਇਹਨੂੰ ਰੱਸੀ ਖੋਲੋ। ਕਹਿੰਦਾ ਕਿਹੜੀ ਰੱਸੀ? ਕਹਿੰਦਾ ਜਿਹੜੀ ਰਾਤੀ ਬੱਧੀ। ਕਹਿੰਦਾ ਰਾਤੀ ਤੇ ਬੱਧਾ ਹੀ ਕੁਛ ਨਹੀਂ। ਕਹਿੰਦਾ ਇਹ ਤੇ ਊਠ ਆ। ਕਹਿੰਦਾ ਮੈਂ ਵੇਖੇ ਇਨਸਾਨ ਵੀ ਗਲਾਂ 'ਚ ਰੱਸੀਆਂ, ਨਕਲੀ ਝੂਠੀਆਂ ਰੱਸੀਆਂ ਪਾ ਦਿੱਤੀਆਂ ਨੇ, ਇਨਸਾਨ ਨਹੀਂ ਹਿਲਦਾ, ਇਹ ਤੇ ਫਿਰ ਵੀ ਊਠ ਹੈ। ਉਹਨੇ ਜਿਸ ਰੱਸੀ ਪਾਈ ਹੁੰਦੀ ਹੈ ਸੂਖਮ ਮੁਕਤੀ ਦੀ। ਤੇ ਕਬੀਰ ਸਾਹਿਬ ਹੀ ਉਹਨਾਂ ਨੂੰ ਪਤਾ ਲੱਗ ਗਿਆ ਨਕਲੀ ਰੱਸੀ ਆ, ਪਰ ਬੰਦਾ ਕਿੱਥੇ ਲਾਉਂਦਾ? ਬੰਦਾ ਕਹਿੰਦਾ ਨਕਲੀ ਹੈਗੀ ਪਰ ਰੱਸੀ ਤੇ ਰੱਸੀ ਹੈ ਨਾ, ਛੱਡਦਾ ਨਹੀਂ ਬੰਦਾ ਉੱਥੋਂ। ਊਠ ਦਾ ਹੀ ਭਰਾ ਵਾ। ਊਠ ਤੇ ਚਲੋ ਜਾਨਵਰ ਸੀ, ਇਨਸਾਨ ਵੀ ਏਦਾਂ ਦੇ ਹੁੰਦੇ ਨੇ, ਸਾਰੀ ਜ਼ਿੰਦਗੀ ਗਰਕ ਕਰ ਲੈਂਦੇ ਨੇ। ਆਹ ਦੇਖੋ ਬਾਣੀ 'ਚ ਲਿਖਿਆ ਹੈ, ਉਹਨਾਂ ਨੇ ਕੀ ਕੀਤਾ? ਆਪਣਾ ਜੀਵਨ ਵਿਗਾੜ ਲਿਆ। ਬਿਲਕੁਲ। ਪਰ ਕਿਤੇ ਆਊਟਪੁੱਟ ਨਹੀਂ ਵੇਖੀ। ਆਊਟਪੁੱਟ ਬਾਣੀ ਪਤਾ ਕੀ ਕਹਿੰਦੀ ਆ? ਬਾਣੀ ਇਹ ਨਹੀਂ ਕਹਿੰਦੇ ਕਿ ਤੂੰ ਸੁਖਮਨੀ ਸਾਹਿਬ ਦੇ ਕਿੰਨੇ ਪਾਠ ਕੀਤੇ ਤੇ ਤੈਨੂੰ ਕਿੰਨਾ ਕੁ ਯਾਦ ਹੈ ਗੁਰੂ ਗ੍ਰੰਥ ਸਾਹਿਬ। ਉਹ ਕਹਿੰਦੇ ਉੱਪਰਲਾ ਗੱਲ ਕਰ, ਹੰਕਾਰ ਮਾਰੇ ਜਾਂ ਮਾਰੇ ਜਾਂ ਮਾਰਨ ਦੀ ਕੋਸ਼ਿਸ਼ ਕੀਤੀ, ਕੁਛ ਤੇ ਕਰ। ਪਰ ਹੰਕਾਰ ਦੇ ਬਾਰੇ ਤਾਂ ਗੱਲ ਕਰਦੇ ਨਹੀਂ। ਉਹ ਕਹਿੰਦੇ ਛੱਡੋ ਖੜਾ, ਤੁਸੀਂ ਇੱਥੇ ਆਓ, ਸੇਵਾ ਕਰੋ ਤੇ ਘਰ ਨੂੰ ਜਾਓ, ਲੰਗਰ ਛਕੋ, ਵਧੀ ਗੱਲ ਤੇ ਜਾਂ ਇੱਥੇ ਕੁਝ ਹੋਰ ਕੰਮ ਕਰ ਲਓ। ਬਸ ਹੰਕਾਰ ਦੀ ਗੱਲ ਨਾ ਕਰੋ, ਕਾਮ ਦੀ ਗੱਲ ਨਾ ਕਰੋ, ਕ੍ਰੋਧ ਦੀ ਗੱਲ ਨਾ ਕਰੋ, ਲੋਭ ਦੀ ਨਾ ਕਰੋ, ਮੋਹ ਦੀ ਨਾ ਕਰੋ। ਇਹ ਉਦੋਂ ਮਰੂਗਾ ਜਿੱਦਣ ਤੁਹਾਡਾ ਮਨ ਜਿਹੜਾ ਹੈ ਨਾ ਬ੍ਰਹਮ ਅਗਨ ਦੇ ਨਾਲ ਵਿੰਨਿਆ ਗਿਆ। ਉਹਨਾਂ ਚਿਰ ਤੱਕ ਹੰਕਾਰ ਨਹੀਂ ਜੋ ਮਰਨਾ। ਨਿੱਜਰ ਸਾਹਿਬ ਬਿਲਕੁਲ ਸਹੀ ਗੱਲ ਹੈ ਜੀ। ਕਿ ਤੁਹਾਡਾ ਮਨ ਜਿਹੜਾ ਨਾ ਜਦੋਂ ਦਸਮ ਦਵਾਰ ਦੇ ਵਿੱਚ ਲੰਘ ਕੇ ਪ੍ਰਾਣ ਊਰਜਾ ਉੱਪਰ ਜਾ ਕੇ ਤੁਹਾਡੇ ਗਰਾਊਂਡ ਚੱਕਰ ਨਾਲ ਟਕਰਾਈ ਨਾ, ਇਹ ਮਨ ਦੇ ਦੋ ਹਿੱਸੇ ਹੋ ਜਾਣੇ। ਜਿੱਦਾਂ ਬੀਜ ਨੂੰ ਵੱਢ ਦਈਦਾ ਨਾ, ਵੱਢ ਕੇ ਕੱਟ ਕੇ ਉਹਦੇ ਦੋ ਹਿੱਸੇ ਬਣਾ ਦਈਦੇ ਆ। ਉਸ ਤੋਂ ਬਾਅਦ ਉਸ ਬੀਜ ਨੂੰ ਤੁਸੀਂ ਬੀਜੋਗੇ, ਉਹ ਚੋਂ ਕੁਛ ਵੀ ਨਹੀਂ ਉੱਗਣਾ, ਕਿਉਂਕਿ ਉਹਦੀ ਪੋਟੈਂਸ਼ੀਅਲ ਜਿਹੜੀ ਖਤਮ ਹੋ ਗਈ ਆ। ਇਸੇ ਹੀ ਤਰ੍ਹਾਂ ਤੁਹਾਡਾ ਮਨ ਜਦ ਤੱਕ ਸਾਬਤ ਆ, ਉਹਨਾਂ ਚਿਰ ਤੱਕ ਮਰਨ ਜੰਮਣ ਬਣਿਆ ਰਹੇਗਾ। ਔਰ ਜਦੋਂ ਬ੍ਰਹਮ ਅਗਨ ਨੂੰ ਵਿੱਚੋਂ ਪਾੜ ਦਿੰਦੀ ਆ, ਅਗਲੇ ਬੰਨੇ ਪਾੜਦੀ ਆ ਪੂਰਾ, ਇਹ ਦੋ ਹਿੱਸੇ ਹੋ ਜਾਊਗਾ, ਮਨ ਟੁੱਟ ਕੇ ਅਲੱਗ ਹੋ ਜਾਊਗਾ। ਉਸ ਤੋਂ ਬਾਅਦ ਜਦੋਂ ਦੋ ਹਿੱਸੇ ਹੋ ਗਏ ਤੇ ਫਿਰ ਕੀ ਹੋਊਗਾ? ਸਭ ਤੋਂ ਪਹਿਲਾਂ ਵਿਚਾਰ ਖਤਮ ਹੋਣਗੇ। ਬਸ ਉਹ ਇੱਕ ਹਿੱਸਾ ਖਤਮ ਹੋ ਜਾਏਗਾ। ਇਹ ਗਿਆਨੀਆਂ ਨੇ ਬਹੁਤ ਖੋਜ ਕੀਤੀ। ਮੈਂ ਹੈਰਾਨ ਹੁੰਦਾ ਵਾਂ, ਅੱਜ ਉਸ ਅਵਸਥਾ ਨੂੰ ਅਸੀਂ ਤੇ ਲੱਭ ਲਿਆ, ਕਿਉਂਕਿ ਪਹਿਲਾਂ ਤੇ ਫਾਰਮੂਲੇ ਲਿਖੇ ਹੋਏ ਸੀ, ਲੱਭਣਾ ਔਖਾ ਨਹੀਂ ਸੀ। ਪਰ ਇਹਨਾਂ ਨੂੰ ਕਿੱਦਾਂ ਪਤਾ ਲੱਗਾ ਕਿ ਮਨ ਬਿਮਾਰ ਹੈ? ਮੇਰੇ ਮਨ ਦਾ ਇੱਕ ਸਵਾਲ ਹੈ ਕਿ ਇਹਨਾਂ ਨੂੰ ਕਿੱਥੋਂ ਗਿਆਨ ਹੋਇਆ ਕਿ ਅਸੀਂ ਬਿਮਾਰ ਹੈਗੇ ਹਾਂ? ਗੁਰੂ ਨਾਨਕ ਪਾਤਸ਼ਾਹ ਨੇ ਕਿੱਦਾਂ ਕਲੇਮ ਕਰਤਾ ਕਿ ਜੋ ਜੋ ਦੀਸੇ ਸੋ ਸੋ ਰੋਗੀ। ਕਿੱਦਾਂ ਪਤਾ ਲੱਗ ਗਿਆ ਇਹਨਾਂ ਨੂੰ? ਕਿੱਥੋਂ ਹੀ ਇਹਨਾਂ ਨੂੰ ਗਿਆਨ ਮਿਲਿਆ? ਸ਼ੁਰੂ ਕਿੱਥੋਂ ਹੋਈ ਗਿਆਨ ਦੀ?
ਸ਼ੁਰੂਆਤ ਕਿੱਥੋਂ ਮਿਲੀ? ਉਹ ਇਹਦਾ ਪਰਮਾਤਮਾ ਦਾ ਮਤਲਬ ਕਿ ਪਰਮਾਤਮਾ ਅਰੇਂਜਮੈਂਟ ਕੀਤਾ ਸੀ ਨਜਾ ਸਾਹਿਬ, ਟਰੈਵਲ ਕਰ ਰਿਹਾ ਗਿਆਨ। ਬਿਲਕੁਲ। ਔਰ ਇਸ ਬੀਜ ਨੂੰ ਨਸ਼ਟ ਤੁਸੀਂ ਕਰ ਸਕਦੇ ਹੋ, ਮੈਂ ਆਪਣੇ ਨੂੰ ਕਰ ਸਕਦਾ, ਨਜਾ ਸਾਹਿਬ ਆਪਣੇ ਨੂੰ ਕਰ ਸਕਦੇ ਆ। ਤੇ ਜਦੋਂ ਇਹ ਬੀਜ ਨਸ਼ਟ ਹੋ ਗਿਆ, ਜਿੱਦਾਂ ਰੋਸਟ ਨਹੀਂ ਕਰਦੇ, ਜਿੱਦਾਂ ਕਹਿੰਦੇ ਭੁੱਜੇ ਹੋਣ ਨਾ ਬੀਜ, ਉਹ ਨਹੀਂ ਉੱਗਦੇ, ਉਸੇ ਹੀ ਤਰ੍ਹਾਂ ਇਸ ਬ੍ਰਹਮ ਅਗਨ ਨੇ ਇਸ ਬੀਜ ਨੂੰ ਭੁੰਨ ਦੇਣਾ, ਸਾੜ ਦੇਣਾ, ਸਵਾਹ ਕਰ ਦੇਣਾ, ਤੇ ਬਸ ਖਤਮ ਕਹਾਣੀ। ਮਰਨਾ ਜੰਮਣਾ ਹੋ ਗਿਆ। ਜਦੋਂ ਨਦੀ ਸਮੁੰਦਰ 'ਚ ਚਲ ਗਈ ਆ, ਫਿਰ ਨਦੀ ਥੋੜੀ ਰਹਿ ਗਈ, ਉਹ ਖਤਮ ਹੋ ਗਈ। ਬਿਲਕੁਲ। ਔਰ ਜਦ ਤੱਕ ਬੀਜ ਹੈਗਾ ਤਦ ਤੱਕ ਗਤੀ ਰਹੇਗੀ, ਫਿਰ ਘੁੰਮੀ ਜਾਵਾਂਗੇ, ਬਾਰ-ਬਾਰ ਸੂਈ ਦੇਵਾਂਗੇ। ਹਾਂਜੀ ਨਜਾ ਸਾਹਿਬ, ਅੱਗੇ ਚੱਲੀਏ। ਮਹਲਾ ਤੀਜਾ। ਗੁਰਪੁਰੇ ਹਰ ਨਾਮ ਦੜਾਇਆ, ਤਿਨੇ ਵਿੱਚੋਂ ਭਰਮ ਚੁਕਾਇਆ। ਆਹ ਦੇਖੋ ਭਾਈ, ਆਇਆ ਕਾਰਵਾਈ ਪੂਰੇ ਗੁਰੂ ਦੱਸ ਸਕਦਾ ਹੈ, ਜਿਹਨੇ ਆਪ ਜਿਹੜੀ ਯਾਤਰਾ ਕੀਤੀ ਹੋਏ। ਗੁਰੂ ਕੀ ਹੁੰਦਾ? ਪੂਰਾ ਗੁਰੂ। ਪੂਰਾ ਗੁਰੂ ਜਿਹੜਾ ਹੈਗਾ, ਉਹਦੀ ਪਹੁੰਚ ਜਿਹੜੀ ਹੈਗੀ ਉਹ ਕਰਤਾਰ ਤੱਕ ਵੀ ਹੁੰਦੀ ਆ, ਉਹਦੀ ਪਹੁੰਚ ਜਿਹੜੀ ਹੈ ਸੰਸਾਰ ਤੱਕ ਵੀ ਹੁੰਦੀ ਆ। ਉਹਨੇ ਸੰਸਾਰ ਤੋਂ ਲੈ ਕੇ ਕਰਤਾਰ ਤੱਕ ਦੀ ਯਾਤਰਾ ਕੀਤੀ ਹੁੰਦੀ ਆ। ਇੱਕ ਇੱਕ ਔਂਕੜ ਦਾ ਪਤਾ ਹੈ, ਇੱਕ ਇੱਕ ਰਸਤੇ ਦਾ ਪਤਾ ਹੈ। ਉਹ ਨਾਮ ਦੜਾਊਗਾ, ਉਹ ਦੱਸੂਗਾ ਭਾਈ ਇਸ ਤਰੀਕੇ ਦੇ ਨਾਲ ਭਗਤੀ ਕਰਨੀ ਆ। ਤੇ ਫਿਰ ਜਿਹੜਾ ਹੈਗਾ, ਜਿਹੜਾ ਵੀ ਕਰੂਗਾ ਭਗਤੀ ਉਸ ਹਿਸਾਬ ਦੇ ਨਾਲ, ਉਹਦਾ ਭਰਮ, ਉਹਦੀ ਭਟਕਣਾ ਜਾਣੀ ਲਾਜ਼ਮੀ ਹੈਗੀ, ਉਹਦੀ ਮਾਇਆ ਜਾਣੀ ਲਾਜ਼ਮੀ ਹੈਗੀ, ਉਹਦਾ ਹੰਕਾਰ ਮਰਨਾ ਲਾਜ਼ਮੀ ਹੈਗਾ। ਰਾਮ ਨਾਮ ਹਰ ਕੀਰਤ ਗਾਈ, ਕਰ ਚਾਨਣ ਮਗ ਦਿਖਾਇਆ। ਆਇਆ ਭਾਈ ਧਿਆਨ ਸਿਮਰਨ ਕਰਨਾ, ਇਹੀ ਪਰਮੇਸ਼ਰ ਦੀ ਕੀਰਤੀ ਆ, ਇਹੀ ਰਾਮ ਨਾਮ ਦੇ ਵਾਸਤੇ ਧਨ ਆ, ਇਹੀ ਚਾਨਣ ਹੈਗਾ ਭਾਈ, ਇਹੀ ਰਸਤਾ ਹੈਗਾ। ਰਾਮ ਨਾਮ ਹਰ ਕੀਰਤ ਗਾਈ, ਕਰੇ ਚਾਨਣ ਮਗ ਦਿਖਾਇਆ। ਕਿਉਂਕਿ ਗੁਰੂ ਨੇ ਉਹਨੂੰ ਚਾਨਣ ਦਿਖਾਤਾ, ਰਸਤਾ ਦੱਸ ਦਿੱਤਾ ਭਾਈ, ਬਈ ਆਹ ਲੈ, ਆਹ ਦੀਵੇ ਦੇ ਨਾਲ ਯਾਤਰਾ ਦੇਖ, ਆਹ ਗਿਆਨ ਲੈ, ਆਹ ਗਿਆਨ ਦਾ ਦੀਵਾ ਜਗਾ ਕੇ ਰੱਖ ਹਰ ਟਾਈਮ, ਔਰ ਇਹਦੇ ਅਨੁਸਾਰ ਜਿਹੜਾ ਹੈਗਾ ਚੱਲ, ਐਵੇਂ ਗੋਡੇ ਮੱਥਾ ਨਾ ਫਟਾ ਆਪਣਾ। ਹਉਮੈ ਮਾਰ ਏਕ ਲਿਵ ਲਾਗੀ, ਅੰਤਰ ਨਾਮ ਵਸਾਇਆ। ਆਹ ਦੇਖੋ ਕਿਵੇਂ ਜਿਹੜਾ ਹੈਗਾ ਉਹਦਾ ਜਿਹੜਾ ਹੈਗਾ ਅਹੰਕਰਨ ਜਾਂਦਾ ਹੈ। ਕਹਿੰਦੇ ਹਉਮੈ ਮਾਰ, ਕਹਿੰਦੇ ਫਿਰ ਲਿਵ ਲੱਗ ਗਈ ਭਾਈ ਪਰਮੇਸ਼ਰ ਦੇ ਨਾਲ। ਹਉਮੈ ਮਾਰ ਏਕ ਲਿਵ ਲਾਗੀ, ਜਦ ਧਿਆਨ ਸਿਮਰਨ ਕੀਤਾ ਤੇ ਲਾਜ਼ਮੀ ਹੈਗੀ ਉਹਦੀ ਲਿਵ ਲੱਗਣੀ ਔਰ ਹਉਮੈ ਮਾਰਨੀ। ਧਿਆਨ ਸਿਮਰਨ ਹੈ ਹੀ ਜਿਹੜਾ ਹੈਗਾ ਇਹ ਵਿਚਾਰ ਮਾਰਨਾ, ਵਿਚਾਰ ਹੀ ਤਾਂ ਹੈ ਹੰਕਾਰ। ਹਉਮੈ ਮਾਰ ਏਕ ਲਿਵ ਲਾਗੀ, ਅੰਤਰ ਨਾਮ ਵਸਾਇਆ। ਔਰ ਅੰਦਰ ਹਿਰਦੇ ਦੇ ਵਿੱਚ ਜਿੱਥੇ ਮਾਇਆ, ਜਿੱਥੇ ਵਿਚਾਰ, ਜਿੱਥੇ ਆਕਾਰ, ਜਿੱਥੇ ਸੰਸਾਰ ਵਸਿਆ, ਉੱਥੇ ਨਾਮ ਵਸ ਜਾਂਦਾ। ਗੁਰਮਤੀ ਜਮ ਜੋ ਨਾ ਸਾਕੈ, ਸਾਚੇ ਨਾਮ ਸਮਾਇਆ। ਆਹ ਹੈਗੀ ਭਾਈ ਦੇਖੋ ਕਲੀਅਰ ਕੱਟ। ਆਹ ਗੁਰਬਾਣੀ ਜਿਹੜੀ 1430 ਅੰਗ ਹੈਗੇ, ਇਹਨੂੰ ਬਾਣੀ ਜਿਹੜੀ ਹੈਗੀ ਆ, ਆਪਾਂ ਬਾਣੀ ਕਹਿ ਦਿੰਦੇ ਆ, ਪਰ ਇਹਨੂੰ ਗੁਰਮਤ ਕਹਿੰਦੀ ਆ। ਇਹਨੂੰ ਇਹ ਮਹਾਰਾਜ ਜਿਹੜੇ ਹੈਗੇ, ਇਹਦਾ ਨਾਂ ਗੁਰਮਤ ਪਾਇਆ, ਗੁਰੂ ਦੀ ਮੱਤ ਹੈਗੀ ਏ। ਇਹ ਆਈ ਇਹ ਬਾਣੀ ਗੁਰੂ ਦੇ ਮੁਖ ਤੋਂ ਹੀ ਆ ਰਹੀ ਹੈ, ਗੁਰੂਆਂ ਦੇ ਮੁਖ ਤੋਂ, ਪਰ ਇਹਨੂੰ ਗੁਰਮਤੀ ਦਾ ਨਾਮ ਦਿੱਤਾ ਹੈ। ਔਰ ਉਹ ਬਾਣੀ ਜਿਹੜੀ ਹੈਗੀ ਆ, ਜਿਹਦੇ ਨਾਲ ਆਪਾਂ ਨੇ ਹੰਕਾਰ ਮਾਰਨਾ ਆ, ਜਿਹੜੀ ਪ੍ਰੈਕਟੀਕਲ ਜਿਹੜੀ ਚੀਜ਼ ਕਰਨੀ ਆ, ਉਹਨੂੰ ਬਾਣੀ ਕਹਿੰਦੇ ਆ ਭਾਈ। ਉਹ ਹੈ ਬਾਣੀ ਜਿਹੜੀ ਬਣਾ ਦੇਗੀ ਆਪਾਂ ਨੂੰ ਪਰਮਾਤਮਾ ਵਰਗਾ। ਆਹ ਡੈਫੀਨੇਸ਼ਨ ਲੈਣੀ ਪਊਗੀ ਭਾਈ। ਹਮੇਸ਼ਾ ਯਾਦ ਰੱਖੋ, ਗੁਰਮੁਖ ਕਹੂਗੀ ਤੇ ਇਸ ਬਾਣੀ ਦੀ ਗੱਲ ਕਰ ਰਹੇ ਆ, ਜਿਹੜਾ ਹੈਗਾ ਗਿਆਨ ਦੀ ਗੱਲ ਕਰ ਰਹੇ ਆ ਮਹਾਰਾਜ, ਗੁਰੂ ਦੇ ਮੱਤ ਦੀ ਗੱਲ ਕਰ ਰਹੇ ਆ। ਕਹਿੰਦੇ ਜਿਹਨੇ ਗੁਰੂ ਦੀ ਮੱਤ ਲੈ ਲਈ, ਉਹਨੂੰ ਜਮ ਜਿਹੜਾ ਹੈਗਾ ਨਹੀਂ ਅੱਗੇ ਲਾ ਸਕਦਾ। ਗੁਰਮਤੀ ਜਮ ਜੋ ਨਾ ਸਾਕੇ, ਨਹੀਂ ਲਿਜਾ ਸਕਦਾ ਭਾਈ। ਉਹਨੂੰ ਧਰਮਰਾਜ ਦੇ ਕੋਲ, ਜੂਨਾ ਦੇ ਕੋਲ ਨਹੀਂ ਲਿਜਾ ਸਕਦਾ। ਕਿੱਥੇ ਜਾਏਗਾ? ਕਹਿੰਦੇ ਉਹ ਤਾਂ ਸੱਚੇ ਨਾਮ ਦੇ ਵਿੱਚ ਸਮਾਇਆ ਹੋਇਆ ਹੈ ਭਾਈ, ਉਹ ਤਾਂ ਮਾਲਕ ਪਰਮਾਤਮਾ ਦੇ ਨਾਲ ਮਰਜ ਹੋਏਗਾ। ਗੁਰਮਤੀ ਜਮ ਜੋ ਨਾ ਸਾਕੇ, ਸਾਚੇ ਨਾਮ ਸਮਾਇਆ। ਉਹ ਤਾਂ ਸੱਚ ਦੇ ਨਾਲ ਜੁੜਿਆ ਹੈ ਭਾਈ। ਜਮ ਦਾ ਰਸਤਾ ਕੱਚ ਦਾ ਹੈਗਾ। ਸਭ ਆਪੇ ਆਪ ਵਰਤੈ ਕਰਤਾ, ਜੋ ਪਾਵੈ ਸੋ ਨਾਇ ਲਾਇਆ। ਸਾਰਾ ਮਾਲਕ ਪਰਮਾਤਮਾ ਆਪ ਵਰਤ ਰਿਹਾ ਪੂਰੀ ਗੇਮ ਦੇ ਵਿੱਚ। ਚੌਕਸ ਹੋ ਕੇ ਮਾਲਕ ਪਰਮਾਤਮਾ ਜਿਹੜਾ ਹੈਗਾ ਇੱਕ ਮੋਰੇ ਨੂੰ ਚੱਲ ਰਿਹਾ ਆ। ਜੋ ਭਾਵੈ ਸੋ ਨਾਇ ਲਾਇਆ। ਜਿਹੜਾ ਵੀ ਇਨਸਾਨ ਜਿਹੜਾ ਹੈਗਾ ਲਿਵ ਵਾਲਾ ਰਸਤਾ ਪਾਉਂਦਾ ਹੈ, ਜਿਹਨੂੰ ਜਿਹੜਾ ਚਾਹੁੰਦਾ ਹੈ ਲਿਵ ਵਾਲੇ ਰਸਤੇ 'ਤੇ, ਮਾਲਕ ਉਹਨੂੰ ਨਾਮ ਵੱਲ ਲਾ ਦਿੰਦਾ ਹੈ ਭਾਈ। ਨਹੀਂ ਤਾਂ ਮਾਲਕ ਪਾਉਂਦਾ ਹੈ, ਮਾਲਕ ਜਿਹੜਾ ਹੈਗਾ ਇਹਨੂੰ ਐਕਸ ਨੂੰ ਲਾ ਦੂਗਾ, ਵਾਈ ਨੂੰ ਨਹੀਂ ਲਾਊਗਾ। ਇਵੇਂ ਦਾ ਤਾਂ ਗੇਮ ਹੈ ਨਹੀਂ ਗੀ ਭਾਈ। ਮਾਲਕ ਤਾਂ ਕਹਿੰਦਾ ਭਾਵੇਂ ਸਾਰੇ ਆ ਜਾਓ ਭਾਈ, ਭਾਵੇਂ ਕੋਈ ਤੁਹਾਡੀ ਮਰਜ਼ੀ ਆ, ਜਿਹੜਾ ਆਊਗਾ
ਉਹ ਜਿਹੜਾ ਨਾਮ ਮੰਗੂਗਾ ਮੈਂ ਨਾਮ ਵੱਲ ਲਾ ਦੂੰਗਾ। ਸਭ ਆਪੇ ਆਪ ਵਰਤੈ ਕਰਤਾ, ਜੋ ਭਾਵੇ ਸੋ ਨਾਇ ਲਾਇਆ। ਜਨ ਨਾਨਕ ਨਾਮ ਲਏ ਤਾਂ ਜੀਵੈ, ਬਿਨ ਨਾਮੈ ਖਿਨ ਮਰ ਜਾਇਆ। ਬਸ ਕਹਿੰਦੇ ਜਿਹੜਾ ਵੀ ਇਨਸਾਨ ਜਨ ਨਾਨਕ ਆਪਣੇ ਤੇ ਲਾ ਕੇ ਕਹਿ ਰਿਹਾ ਮਹਾਰਾਜ ਮੈਂ ਤਾਂ ਭਾਈ ਨਾਮ ਦੇ ਨਾਲ ਜੁੜਦਾ ਹੈ, ਧਿਆਨ ਸਿਮਰਨ ਕਰਦਾ ਹੈ ਤੇ ਜਿਉਂਦਾ ਰਹਿਣਾ ਆ। ਜਦ ਮੈਨੂੰ ਧਿਆਨ ਸਿਮਰਨ ਮਰ ਜਾਂਦਾ ਹੈ, ਵਿਸਰ ਜਾਂਦਾ ਹੈ, ਉਸੇ ਟਾਈਮ ਜਿਹੜਾ ਹੈਗਾ ਮੇਰੇ ਅੰਦਰ ਮੌਤ ਹੋਣ ਲੱਗ ਪੈਂਦੀ ਹੈ। ਬਿਨ ਨਾਮੇ ਖਿੰਨ ਮਰ ਜਾਇਆ, ਕਹਿੰਦੇ ਉਸੇ ਉਹ ਸਮਾਂ ਮੇਰਾ ਵੇਸਟ ਹੋ ਜਾਂਦਾ ਹੈ। ਹਾਂਜੀ ਗੋਰਖੀ ਸਾਹਿਬ। ਹਾਂਜੀ, ਉਹ ਤੋਂ ਕਹਿੰਦੀ ਨਾ ਆਖੇ ਜੀਵਾ ਮਿਸਰੇ ਮਰ ਜਾਵਾਂ। ਆਖਾਂ ਜੀਵਾਂ ਵਿਸਰੇ ਮਰ ਜਾਉ, ਆਖਣ ਔਖਾ ਸਾਚਾ ਨਾਉ। ਨਹੀਂ ਤਾਂ ਕਹਿ ਦਿੰਦੇ ਜੀ ਇਹ ਬਾਣੀ ਦੀ ਗੱਲ ਹੋ ਰਹੀ ਆ। ਮਹਾਰਾਜ ਨੇ ਅੱਗੇ ਹੀ ਜਿਹੜਾ ਇਮੀਡੀਏਟਲੀ ਲਗਾਤਾ ਪਾਏ, ਇਹ ਜਿਹੜਾ ਹੈਗਾ ਨਾਮ ਦੀ ਗੱਲ ਹੈ ਪਾਏ, ਐਕਸ਼ਨ ਆ। ਕਹਿੰਦੇ ਔਖਾ ਕੰਮ ਹੈ, ਆਸਾਨ ਤੇ ਨਹੀਂ। ਠੀਕ ਹੈ ਜੀ, ਆਪਾਂ ਪਿੱਛੇ ਆਉਂਦੇ ਹਾਂ। ਹੁਣ ਦੇਖੋ ਇੱਥੇ ਬਾਣੀ 'ਚ ਆਪਾਂ ਨੂੰ ਇਹ ਸਮਝਾਇਆ ਕਿ ਪਹਿਲਾਂ ਤੇ ਆਪਾਂ ਨੂੰ ਬਾਣੀ 'ਚ ਬਾਰ-ਬਾਰ 1400 ਜਿਹੜੇ ਇੰਨੇ ਅੰਗ ਹੈਗੇ, 30 ਅੰਗ ਨੇ ਜੀ ਸਾਹਿਬ। ਹਾਂਜੀ ਹਾਂਜੀ, ਜਿਹੜਾ ਸਾਨੂੰ ਬਾਰ-ਬਾਰ ਸਾਡੇ ਦਿਮਾਗ ਤੇ ਪ੍ਰੈਸ਼ਰ ਪਾ ਪਾ ਕੇ ਸਾਨੂੰ ਇੱਕੋ ਗੱਲ ਨੂੰ ਰਿਪੀਟ ਕਰ ਰਹੇ ਨੇ, ਨਾਮ ਕਰਨਾ ਹੈ, ਭਗਤੀ ਕਰਨੀ ਹੈ। ਕਿਉਂ? ਇਹ ਜਿੱਦਾਂ ਟੀਵੀ ਤੇ ਨਹੀਂ ਵੇਖਦੇ ਤੁਸੀਂ ਮਸ਼ਹੂਰੀ, ਬਾਰ-ਬਾਰ ਇੱਕੋ ਚੀਜ਼ ਬਾਰ-ਬਾਰ ਦਿਖਾਉਂਦੇ ਨੇ। ਕਿਉਂ ਦਿਖਾਉਂਦੇ ਨੇ? ਕਿ ਤੁਹਾਨੂੰ ਯਾਦ ਰਵੇ, ਨਹੀਂ ਤੇ ਤੁਸੀਂ ਭੁੱਲ ਜਾਓਗੇ। ਦੁਕਾਨ 'ਚ ਜਾਓਗੇ, ਤੁਹਾਨੂੰ ਚੀਜ਼ ਨਹੀਂ ਯਾਦ ਹੋਣੀ ਕਿਹੜਾ ਸਾਬਣ ਲੈਣਾ, ਤੁਹਾਨੂੰ ਉਹ ਚੀਜ਼ ਯਾਦ ਰਹਿਣੀ ਹੈ ਜਿਹੜੀ ਤੁਸੀਂ ਟੀਵੀ ਤੇ ਦੇਖੀ ਹੈ। ਬਾਰ-ਬਾਰ ਰਿਪੀਟ ਕਰਨਾ। ਇਸੇ ਹੀ ਤਰ੍ਹਾਂ ਇਹ ਬਾਣੀ ਦੇ ਵਿੱਚ ਬਾਰ-ਬਾਰ ਸਾਨੂੰ ਸਮਝਾ ਰਹੇ ਨੇ, ਦ੍ਰਿੜਾਉਂਦੇ ਨੇ। ਦ੍ਰਿੜਾਇਆ ਜਿੱਦਾਂ ਮਤਲਬ ਸਾਡੇ ਅੰਦਰ ਦ੍ਰਿੜ ਕੀਤਾ, ਪੱਕਾ ਕੀਤਾ। ਤੇ ਉਹਨਾਂ ਨੇ ਬਾਣੀ 'ਚ ਇਹੋ ਕਿਹਾ ਵਾ ਕਿ ਤਿੰਨ ਵਿੱਚੋਂ ਭਰਮ ਚੁਕਾਇਆ। ਉਹ ਫਿਰ ਭਰਮ ਖਤਮ ਕਰ ਦਿੰਦੇ। ਕਹਿੰਦੇ ਭਰਮ ਚੁੱਕਿਆ ਜਾਊਗਾ। ਭਰਮ ਤੇ ਉਦੋਂ ਚੁੱਕਿਆ ਜਾਣਾ ਜਦੋਂ ਅਸੀਂ ਥੋੜਾ ਬਹੁਤਾ ਆਪਣੀ ਅੱਖਾਂ ਤੇ ਪਾਣੀ ਮਾਰਾਂਗੇ। ਉਦਾਂ ਨਹੀਂ ਸਾਨੂੰ ਕੁਝ ਪਤਾ ਲੱਗਣਾ। ਬਿਲਕੁਲ, ਭਰਮ ਚੁੱਕਿਆ ਤਾਂ ਹੀ ਤਾਂ ਪਤਾ ਲੱਗਣਾ ਹੈ ਵੀ ਸੱਚ ਕੀ ਹੈ ਤੇ ਕੱਚ ਕੀ ਆ। ਇਹ ਤਾਂ ਰੱਸੀ ਹੈ ਜਿਹਨੂੰ ਮੈਂ ਸਮਝ ਰਿਹਾ ਸੱਪ ਸਮਝੀ ਜਾ ਰਿਹਾ। ਆਹੋ, ਤੇ ਭਰਮ ਤੇ ਚੁੱਕਣ ਦੀ ਫਿਰ ਸੰਗਤ ਕਰੋ, ਗੁਰਮੁਖਾਂ ਦੀ ਸੰਗਤ ਕਰੋਗੇ, ਤੁਹਾਡੇ ਆਪਣੇ ਆਪ ਹੀ ਅੰਦਰ ਗਿਆਨ ਨੇ ਪ੍ਰਗਟ ਹੋ ਜਾਣਾ। ਤੁਹਾਨੂੰ ਪਤਾ ਲੱਗ ਜਾਣਾ ਹੈ ਕਿ ਮੈਂ ਕੀ ਕਰ ਰਿਹਾ, ਮੇਰਾ ਰਸਤਾ ਸਹੀ ਆ ਜਾਂ ਗਲਤ ਆ। ਕਿਉਂਕਿ ਗੁਰੂਆਂ ਦੀ ਬਾਣੀ ਨੇ ਤਸਦੀਕ ਕਰ ਦੇਣਾ ਨਾ ਗੁਰਮੁਖਾਂ ਦੀ ਸੰਗਤ ਦੇ ਵਿੱਚ। ਬਿਲਕੁਲ, ਤੁਹਾਡਾ ਮਾਰਗ ਸਹੀ ਆ ਕਿ ਗਲਤ ਆ। ਇੱਥੇ ਤੇ 1 ਮਿੰਟ ਚ ਲਾਉਣਾ ਉਹਨਾਂ ਨੇ ਤੇ ਤੁਹਾਡੇ ਸਾਹਮਣੇ ਨਾਲ ਪ੍ਰਗਟ ਕਰ ਦੇਣਾ। ਸ਼ੁਰੂ ਤੇ ਪ੍ਰਗਟ ਕਰਤਾ। ਉਹ ਕਹਿੰਦੇ ਹੰਕਾਰ ਤੇਰੇ ਅੰਦਰ ਹੈਗਾ, ਜੇ ਨਹੀਂ ਮਰਿਆ ਤੇ ਸੱਜਣਾ ਤੂੰ ਹਜੇ ਰਸਤੇ 'ਚ ਹੀ ਆ। ਬਿਲਕੁਲ, ਤੇ ਜੇ ਤੈਨੂੰ ਪਤਾ ਹੀ ਨਹੀਂ ਹੰਕਾਰ ਕੀ ਆ ਤੇ ਤੈਨੂੰ ਕੁਛ ਵੀ ਨਹੀਂ ਪਤਾ, ਭਾਵੇਂ ਤੂੰ ਕਿੰਨੇ ਸਾਲ ਕਿੱਥੇ ਧੱਕੇ ਖਾਦੇ ਆ। ਨਿੱਜਾ ਸਾਹਿਬ ਇਹ ਵੀ ਸੱਚ ਜੇ। ਬਿਲਕੁਲ ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ। ਇਟ ਡਜ਼ਨਟ ਮੈਟਰ। ਉਹ ਕਹਿੰਦੇ ਆਊਟਪੁੱਟ ਕੀ ਆ। ਹੁਣ ਮੇਰੇ ਵਰਗਾ ਸਾਰੀ ਜ਼ਿੰਦਗੀ ਸਕੂਲੇ ਜਾਈ ਜਾਵੇ ਕਾਲਜ ਵੀ ਜਾਵੇ, ਤੇ ਜਿੱਦਣ ਮੈਂ ਪਾਸ ਹੀ ਨਹੀਂ ਹੋਇਆ ਤੇ ਫਿਰ ਮੇਰੇ ਜਾਣ ਦਾ ਵੀ ਨਿੱਜਾ ਸਾਹਿਬ ਉਹਦਾ ਕੀ ਮਨੋਰਥ। ਗੋਰਖੀ ਸਾਹਿਬ ਜੀਵਨ ਦੇ ਵਿੱਚ ਉਹੀ ਦਿਨ ਜਿਹੜਾ ਹੈਗਾ ਸਫਲ ਹੈਗਾ ਜਦ ਆਪਾਂ ਨੂੰ ਗਿਆਨ ਆ ਗਿਆ। ਬਸ ਜਿੱਦਣ ਆਪਾਂ ਭਰਮ ਤੋਂ ਉੱਠ ਗਏ, ਜਿੱਦਣ ਆ ਸੁਪਨਾ ਟੁੱਟ ਗਿਆ। ਠੀਕ ਹੈ ਜੀ। ਹੁਣ ਅਗਲੇ ਬੰਨੇ ਦੇਖੋ, ਰਾਮ ਨਾਮ ਹਰ ਕੀਰਤ ਗਾਈ, ਕਰ ਚਾਨਣ ਮਗ ਦਿਖਾਇਆ। ਰਸਤਾ ਦਿਖਾ ਦਿੱਤਾ ਭਾਈ, ਆ ਕੀਰਤੀ ਵਾਲਾ ਰਸਤਾ, ਇਹ ਧਿਆਨ ਸਿਮਰਨ ਵਾਲਾ ਰਸਤਾ, ਇਹ ਗਾਈ ਫਿਰ ਭਾਈ, ਕਿਉਂਕਿ ਚਾਨਣ ਹੋ ਗਿਆ, ਰਸਤਾ ਪਤਾ ਲੱਗ ਗਿਆ। ਕਿਰਤ ਕਰਨੀ ਪਊ ਭਾਈ, ਵੰਡ ਕੇ ਛਕਣਾ ਪੈਣਾ। ਕਿਰਤ ਕਰੋ, ਮਿਹਨਤ ਕਰੋ। ਕਿਰਤ ਦਾ ਭਾਵ ਆ ਜੋ ਤੁਹਾਡਾ ਹੈ ਉਹ ਤੁਹਾਡਾ ਹੈ, ਜੋ ਤੁਹਾਡਾ ਨਹੀਂ ਉਹ ਤੁਹਾਡਾ ਨਹੀਂ ਹੈ। ਇਟ ਡਜ਼ਨਟ ਮੈਟਰ। ਕੋਈ ਵੇਖ ਨਹੀਂ ਰਿਹਾ ਪਰ ਤੁਸੀਂ ਤਾਂ ਵੇਖ ਰਹੇ ਜੋ ਨਾ, ਇਸ ਕਰਕੇ ਕਿੱਥੇ ਉਹ ਲੈਣੀ ਹੈ। ਠੀਕ ਹੈ ਜੀ। ਕੀ ਇਹ ਕੀਰਤ ਗੋਰਖੀ ਸਾਹਿਬ, ਕੀਰਤ ਜਿਹੜਾ ਹੈਗਾ ਇਹ ਭਗਤੀ ਦੀ ਗੱਲ ਕਰ ਰਹੇ ਆ। ਰਾਮ ਨਾਮ ਹਰ ਕੀਰਤ ਗਾਈ ਕਰ। ਹਾਂਜੀ ਹਾਂਜੀ, ਹਾਂ ਚਲੋ ਭਗਤੀ। ਹਾਂ ਭਗਤੀ ਵੈਸੇ ਵੀ ਨਿੱਜਾ ਸਾਹਿਬ ਕਿਰਤ ਮੈਂ ਸੋਚਿਆ ਹੈ ਦੂਜੀ ਕਿਰਤ। ਨਹੀਂ ਕਿਰਤ ਵੀ ਨਿੱਜਾ ਸਾਹਿਬ ਸਾਡੇ ਜੀਵਨ ਦੀ ਜਿਹੜੀ ਕਿਰਤ ਹੈ ਨਾ, ਉਹ ਵੀ ਵਧੀਆ ਹੈ, ਉਹ ਵੀ ਬਿਲਕੁਲ ਸਹੀ ਚਾਹੀਦੀ। ਹਾਂ ਕਿਰਤ ਤੁਸੀਂ ਜੇ ਤੁਸੀਂ ਇੱਥੇ ਮੈਂ ਭਗਤੀ ਕਰਾਂ, ਮੈਂ ਬੜਾ ਕੁਝ ਕਰੀ ਜਾਵਾਂ, ਜੇ ਮੇਰੀ ਕਿਰਤ ਸਹੀ ਨਹੀਂ ਹੈ ਨਾ, ਕਿਰਤ ਤੇ ਕਰਮ, ਤੇ ਫਿਰ ਬਹੁਤ ਵੱਡੀ ਗੜਬੜ ਹੈ। ਆਊਟਪੁੱਟ ਜਿੰਨਾ ਵੀ ਤੁਸੀਂ ਗਿਆਨ ਪ੍ਰਾਪਤ ਕਰਨਾ, ਤੁਸੀਂ ਜਿੰਨੀ ਵੀ ਭਗਤੀ ਕਰਨੀ ਹੈ ਨਾ, ਆਖਰ ਤੇ ਤੁਹਾਡੇ ਆਚਾਰਾਂ ਤੇ ਗੱਲ ਖਤਮ ਹੋਣੀ ਆ। ਬਿਲਕੁਲ, ਉਹ ਸਿਆਰੀ ਤੇ ਬਿਹਾਰੀ ਦਾ ਫਰਕ ਆ ਬਸ। ਉਹ ਹੈਗੀ ਕੱਕੇ ਨੂੰ ਸਿਆਰੀ ਆ, ਇਹ ਬਿਹਾਰੀ ਹੈਗੀ। ਹਾਂ ਆਖਰ ਤੇ ਭਗਤੀ ਕਰੀ ਜਾਓ ਤੇ ਫਿਰ ਕਹਿੰਦੇ
ਸੱਚੋਂ ਉਰੇ ਸਭ ਕੁਝ ਉੱਪਰ ਸੱਚ ਅਚਾਰ ਤੇ ਉੱਪਰ ਸੱਚ ਅਚਾਰ। ਅਚਾਰ ਜਿਹੜੇ ਸੱਚ ਤੋਂ, ਕਹਿੰਦੇ ਸੱਚ ਤੋਂ ਅੱਗੇ ਕੀ ਆ, ਕਹਿੰਦੇ ਸੱਚ ਅਚਾਰ। ਤੇ ਫਿਰ ਕਹਿੰਦੇ ਬਿਨ ਨਾਵੇਂ ਕੈਸੇ ਅਚਾਰ, ਨਾ ਤੋਂ ਬਿਨਾਂ ਸੱਚ ਅਚਾਰ ਨਹੀਂ ਆ ਸਕਦੇ, ਕਿਉਂਕਿ ਪੌਦਾ ਹੀ ਨਹੀਂ ਲਾਇਆ ਤੇ ਫਲ ਕਿੱਥੋਂ ਲੱਗਣਾ। ਠੀਕ ਹੈ ਜੀ, ਭਗਤੀ ਦੇ ਨਾਲ ਹੀ ਚੰਗੇ ਅਚਾਰ ਪੈਦਾ ਹੁੰਦੇ ਨੇ। ਇਹ ਗੱਲ ਦੜਾਈ ਉਹਨਾਂ ਨੇ ਚੰਗੀ ਤਰ੍ਹਾਂ। ਕਹਿੰਦੇ ਆ ਕਿ ਫਿਰ ਦਿਖਾਇਆ, ਕਹਿੰਦੇ ਹਉਮੈ ਮਾਰ ਇੱਕ ਲੇਵ ਲਾਗੀ। ਤੇ ਵੇਖ ਲਓ, ਜਦੋਂ ਹਉਮੈ ਮਰ ਜਾਂਦੀ ਹੈ ਤੇ ਫਿਰ ਇੱਕ ਦੇ ਨਾਲ ਲੇਵ ਆਪਣੇ ਆਪ ਹੀ ਲੱਗ ਜਾਣੀ ਹੈ। ਉੱਥੇ ਆਤਮਾ ਹੀ ਤੇ ਹੈਗੀ ਆ। ਆਤਮਾ ਦੇ ਵਿੱਚ ਜੋ ਤੁਹਾਡੀ ਹਉਮੈ ਮਰ ਗਈ ਨਾ, ਤੇ ਤੁਹਾਡੀ ਸੁਰਤੀ ਬ੍ਰਹਮਲੀਨ ਹੋ ਜਾਣੀ ਆ। ਤੁਸੀਂ ਬ੍ਰਹਮ ਦੇ ਨਾਲ ਤੇ ਬ੍ਰਹਮ ਤੁਹਾਡੇ 'ਚ ਕੋਈ ਅੰਤਰ ਨਹੀਂ ਰਹਿ ਜਾਣਾ, ਕਿਉਂਕਿ ਮੈਂ ਮਰ ਗਿਆ ਵਾ, ਮੈਂ ਹੀ ਤੇ ਸਾਰੀ ਪ੍ਰੋਬਲਮ ਸੀ। ਦੇਖੋ ਨਾ, ਹਉਮੈ ਦੀਗਰ ਰੋਗ ਹੈ ਦਾਰੂ ਵੀ ਇਨ ਮਾਹੀ, ਬਾਣੀ 'ਚ ਲਿਖਿਆ ਨਿਜਾ ਸਾਹਿਬ ਨੇ, ਹਉਮੈ ਦੀਰਘ ਰੋਗ ਹੈ ਦਾਰੂ ਵੀ ਇਸਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਹਾਂਜੀ ਹਾਂ, ਤੇ ਉਹ ਕਹਿੰਦੇ ਲਾ ਇਲਾਜ ਬਿਮਾਰੀ ਨਹੀਂ ਹੈ, ਇਹਦਾ ਇਲਾਜ ਹੋ ਸਕਦਾ ਹੈ, ਕਿਉਂਕਿ ਦਾਰੂ ਇਹਦੇ ਅੰਦਰ ਹੈ। ਔਰ ਜਦੋਂ ਹਉਮੈ ਮਰ ਗਈ ਤੇ ਫਿਰ ਤੁਹਾਡੇ ਤੇ ਬ੍ਰਹਮ 'ਚ ਕੋਈ ਭੇਦ ਨਹੀਂ ਰਹੇਗਾ। ਤੇ ਫਿਰ ਕਿਹੜੀ ਆ, ਇੱਕੋ ਲਿਵ ਲੱਗ ਜਾਣੀ ਆ। ਤੁਸੀਂ ਕੁਛ ਵੀ ਕਰੋ, ਪਰ ਤੁਹਾਡੀ ਲਿਵ ਜਿਹੜੀ ਆ ਉਹ ਬ੍ਰਹਮ 'ਚ ਹੀ ਰਹੇਗੀ। ਬ੍ਰਹਮ 'ਚ ਰਹਿਣ ਦਾ ਮਤਲਬ ਨਿਰਵਿਚਾਰ ਅਵਸਥਾ ਹੈ। ਕੁਝ ਹੋਰ ਨਾ ਸਮਝ ਲਿਓ। ਜਦੋਂ ਤੁਸੀਂ ਨਿਰਵਿਚਾਰ ਹੋ ਗਏ ਨਾ, ਤੇ ਫਿਰ ਬ੍ਰਹਮ ਹੀ ਰਹਿ ਗਿਆ। ਬਿਲਕੁਲ, ਉਸ ਤੋਂ ਅੱਗੇ ਕੁਛ ਨਹੀਂ ਹੈਗਾ। ਉਹ ਤੁਹਾਡੀ ਲਿਵ ਬ੍ਰਹਮ 'ਚ ਲੀਨ ਹੋ ਗਈ ਆ। ਉਹ ਇਹ ਹੋਰ ਬਾਕੀ ਸਾਰਾ ਕੁਝ ਸੀ, ਉਹ ਕੇਵਲ ਇੱਥੋਂ ਤੱਕ ਪਹੁੰਚਣ ਦੇ ਲਈ ਹੈ, ਇਸ ਤੋਂ ਅੱਗੇ ਕੁਛ ਨਹੀਂ। ਠੀਕ ਹੈ ਜੀ। ਔਰ ਜਦੋਂ ਤੁਸੀਂ ਉੱਥੇ ਪਹੁੰਚ ਗਏ ਤੇ ਤੁਹਾਨੂੰ ਪਤਾ ਲੱਗ ਜਾਣਾ ਹੈ ਮੈਂ ਕੀ ਕਿਹਾ। ਇਹ ਰਿਕਾਰਡਿੰਗ ਫਿਰ ਸੁਣ ਲਿਓ। ਠੀਕ ਹੈ ਜੀ। ਇਹ ਕਹਿੰਦੇ ਆ ਕਿ ਇਹ ਲਿਵ ਲੱਗ ਗਈ, ਹੁਣ ਅੰਤਰ ਨਾਮ ਵਸਾਇਆ, ਵਸ ਗਿਆ। ਜਿੱਦਾਂ ਮੈਂ ਆਪਣੇ ਘਰ 'ਚ ਵਸਦਾ ਨਾ ਪੱਕਾ, ਨਿਜਾ ਸਾਹਿਬ। ਬਿਲਕੁਲ, ਪਹਿਲਾਂ ਨਹੀਂ ਹੈ, ਪਹਿਲਾਂ ਵਸਦਾ ਨਹੀਂ ਹੈ, ਪਹਿਲਾਂ ਆਉਣਾ ਹਾਂ ਜਾਣਾ ਹਾਂ, ਆਉਣਾ ਹਾਂ ਜਾਣਾ ਹਾਂ। ਜੇ ਤੁਹਾਡੀ ਲਿਵ ਲੱਗ ਗਈ, ਵਿਚਾਰ ਖਤਮ ਹੋ ਗਏ, ਫਿਰ ਕੀ ਹੋ ਗਿਆ, ਨਾਮ ਤੁਹਾਡੇ 'ਚ ਵਸ ਜਾਣਾ ਹੈ। ਵਸ ਜਾਣ ਦਾ ਮਤਲਬ ਹੁਣ ਆਉਣ ਜਾਣ ਵਾਲਾ ਕੰਮ ਬੰਦ ਹੋ ਗਿਆ। ਇਹਨੂੰ ਕਹਿੰਦੇ ਨੇ, ਪਹਿਲਾਂ ਕਹਿੰਦੇ ਆ ਆਪਾਂ ਸਮਾਧੀ, ਫਿਰ ਅੱਗੇ ਕਹਿੰਦੇ ਸਹਿਜ ਸਮਾਧੀ। ਸਹਿਜ ਸਮਾਧੀ ਮਤਲਬ ਹੁਣ ਮੈਂ ਕੁਝ ਕਰਦਾ ਨਹੀਂ ਆ, ਸਹਿਜ ਹੀ ਹੋ ਰਿਹਾ ਮੇਰੇ ਤੋਂ, ਆਤਮਿਕ ਅਡੋਲਤਾ। ਹਾਂ, ਹੁਣ ਆਈ ਡੋਂਟ ਨੀਡ ਟੂ ਡੂ ਐਨੀਥਿੰਗ, ਮੈਨੂੰ ਕੁਛ ਨਹੀਂ ਕਰਨ ਦੀ ਲੋੜ। ਉਹ ਕਹਿੰਦਾ ਫਿਰ ਜੇ ਤੂੰ ਬ੍ਰਹਮ ਗਿਆਨੀ ਹੈ ਤੇ ਕੀ ਕਰੇਗਾ? ਉਹ ਕਹਿੰਦਾ ਜਦੋਂ ਮੈਂ ਪਾਣੀ ਭਰਦਾ ਤੇ ਮੈਂ ਪਾਣੀ ਭਰਦਾ, ਮੈਂ ਜਦੋਂ ਰੋਟੀ ਖਾਣਾ ਤੇ ਮੈਂ ਇਕੱਲੀ ਰੋਟੀ ਖਾਣਾ। ਤੇ ਕਹਿੰਦਾ ਕਹਿੰਦਾ ਮੈਂ ਜਦੋਂ ਨਹਾਉਣਾ ਹੈ ਨਾ, ਮੈਂ ਇਕੱਲਾ ਇਸ਼ਨਾਨ ਹੀ ਕਰਦਾ ਵਾਂ। ਜਦੋਂ ਮੈਂ ਚੱਲਦਾ ਵਾਂ ਤੇ ਮੈਂ ਇਕੱਲਾ ਚੱਲਦਾ ਵਾਂ। ਮਤਲਬ ਜੋ ਵੀ ਮੈਂ ਕਰ ਰਿਹਾ ਉਹਦੇ ਵਿੱਚ ਮੈਂ ਕੰਪਲੀਟ ਆ, ਨਾ ਮੈਂ ਅੱਗੇ ਆ ਤੇ ਨਾ ਮੈਂ ਪਿੱਛੇ ਆ। ਨਿੱਜਾ ਸਾਹਿਬ ਅਨਮਨੀ ਅਵਸਥਾ ਹੈ। ਬਿਲਕੁਲ, ਹਾਂ ਹਾਂਜੀ, ਅੱਗੇ ਚੱਲੀਏ ਪਲੀਜ਼। ਗੁਰਮਤੀ ਜਮ ਜੋ ਨਾ ਸਕੇ ਸਾਚੇ ਨਾਮ ਸਮਾਇਆ। ਜਮ ਦਾ ਜਿਹੜਾ ਹੈਗਾ, ਜੋਣਾ ਜਿਹੜਾ ਹੈਗਾ, ਜਮ ਨੇ ਜਿਹੜੇ ਸ਼ਕਲ ਦਿਖਾਉਣੀ ਆ, ਜਮ ਨੇ ਲੈਣ ਜਿਹੜਾ ਹੈਗਾ ਜੂਨਾਂ 'ਚ ਭੇਜਣਾ ਹੈ, ਉਹਦੇ ਵਾਸਤੇ ਵਿਚਾਰ ਚਾਹੀਦੇ ਆ। ਉਹ ਕਹਿੰਦੇ ਵਿਚਾਰ ਤਾਂ ਹੈ ਨਹੀਂ ਗੇ। ਹੁਣ ਜਮ ਕੀ ਕਰੂਗਾ? ਕਹਿੰਦੇ ਉਹ ਨਹੀਂ ਲਿਜਾ ਸਕਦਾ ਭਾਈ, ਕਿਉਂਕਿ ਉਹ ਤਾਂ ਸੱਚੇ ਨਾਮ ਦੇ ਵਿੱਚ ਸਮਾ ਗਿਆ ਜਿਹੜਾ ਹੈਗਾ। ਹਾਂਜੀ ਗੋਰਖ ਸਾਹਿਬ। ਹਾਂਜੀ, ਫਿਰ ਕੀ ਹੋਊਗਾ? ਜਮ ਨੇ ਕੀ ਕਰਨਾ ਉੱਥੇ? ਜਮ ਵਾਲਾ ਕੰਮ ਹੀ ਨਹੀਂ ਹੈਗਾ। ਜਿਹਦਾ ਹਿਸਾਬ ਕਿਤਾਬ ਹੁੰਦਾ ਸੀ ਉਹ ਤੇ ਬ੍ਰਹਮਲੀਨ ਹੋ ਗਿਆ। ਹਾਂ, ਹੁਣ ਤੇ ਉਹ ਪੁਤਲਾ ਰਹਿ ਗਿਆ। ਉਹ ਪੁਤਲੇ ਦੀ ਜਿੰਨੀ ਮਨਿਆਦ ਹੈ ਉਹਨਾਂ ਚਿਰ ਤੱਕ ਤੁਰਿਆ ਫਿਰਦਾ ਰਹੇਗਾ। ਜਦੋਂ ਇਹ ਸਰੀਰ ਡਿੱਗ ਜਾਏਗਾ, ਖਤਮ ਕਹਾਣੀ। ਫਿਰ ਕਬੀਰ ਸਾਹਿਬ ਕਹਿੰਦੇ ਆ, ਜਿਸ ਮਰਨੀ ਸੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਕਿ ਜਿਸ ਮਰਨੇ ਤੋਂ ਲੋਕ ਡਰਦੇ ਸੀ, ਕਿ ਮੈਂ ਹੀ ਤੇ ਮਰਨ ਤੋਂ ਡਰਦੀ ਹੈ, ਹੋਰ ਕੀ ਹੈ। ਬੰਦਾ ਜੰਮਣ ਤੋਂ ਲੈ ਕੇ ਆਖਰ ਤੱਕ ਆਪਣੀ ਹਉਮੈ ਨੂੰ ਉਹ ਬਣਾ ਕੇ ਰੱਖਣਾ ਚਾਹੁੰਦਾ ਹੈ, ਘਰ ਬਣਾਉਂਦਾ ਹੈ। ਤੇ ਉਹਦੇ ਪਿੱਛੇ ਵੀ ਮੈਂ ਵਾਂ। ਮੈਂ ਪਿੰਡ 'ਚ ਉੱਚਾ, ਮੈਂ ਸ਼ਹਿਰ 'ਚ ਉੱਚਾ, ਮੈਂ ਸਟੇਟ 'ਚ ਉੱਚਾ, ਮੈਂ ਦੇਸ਼ 'ਚ ਉੱਚਾ, ਮੈਂ ਫਲਾਨਾ, ਮੈਂ ਟਿਮਕਾ। ਕੀ ਹੈ ਮੈਂ? ਮੈਨੂੰ ਕੀ ਕਹਿਣਗੇ? ਉਹ ਤੇਰੇ ਬੱਚੇ ਨੇ ਮਾੜੇ ਆ। ਹਰ ਚੀਜ਼ ਨੂੰ ਆਪਣੇ ਨਾਲ ਜੋੜਦਾ। ਜਿੰਨੀ ਤੁਸੀਂ ਮੈਂ ਪ੍ਰਗਟ ਕਰ ਲਈ ਆ, ਓਨੇ ਤੁਸੀਂ ਦੁਖੀ ਇਨਸਾਨ। ਜਿੰਨਾ ਤੁਸੀਂ ਮੈਂ ਤੋਂ ਪਿੱਛੇ ਚੱਲ ਗਏ, ਉਹਨੇ ਤੁਸੀਂ ਸੁਖੀ ਇਨਸਾਨ। ਇੱਕ ਸਿੰਪਲ ਜੀ ਗੱਲ। ਜਿੱਥੇ ਜਿੱਥੇ ਤੁਸੀਂ ਮੈਂ ਕਰ ਲਈ, ਹੁਣ ਇੱਕ ਬੰਦਾ ਮੈਂ ਕਰਕੇ ਬਹਿ ਜਾਂਦਾ, ਮੈਂ ਜੀ ਅੱਜ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਬਣ ਗਿਆ। ਉਸ ਤੋਂ ਬਾਅਦ ਉਹ ਚਾਹੁੰਦਾ ਹੈ ਕਿ ਮੈਂ ਇੱਥੇ ਬਣਿਆ ਰਵਾਂ, ਮੈਂ ਥੱਲੇ ਨਾ ਆਵਾਂ। ਨਿੱਜਰ ਸਾਹਿਬ, ਬਿਲਕੁਲ ਸਹੀ ਗੱਲ ਹੈ। ਉਹ ਫਿਰ ਬੜਾ ਦੁੱਖ ਲੱਗਦਾ। ਇੱਥੇ ਨਾ ਇੱਕ ਖਿਡਾਰੀ ਆ, ਸਟੈਫੀ ਗ੍ਰਾਫ ਆ, ਮੈਨੂੰ ਸ਼ਾਇਦ ਨਾਮ ਦਾ ਪੂਰਾ ਨਹੀਂ ਆਉਂਦਾ, ਟੈਨਿਸ, ਕੋਈ ਚੰਗੇ ਪਲੇਅਰ ਨੇ। ਹਾਂਜੀ, ਲੇਡੀਜ਼ ਆ ਮੇਰੇ ਖਿਆਲ। ਹਾਂਜੀ ਹਾਂਜੀ, ਹਾਂ,
ਸਟੈਫੀ ਗ੍ਰਾਫ ਸੀ ਤੇ ਇੱਕ ਸਰੀਨਾ ਵਿਲੀਅਮ ਸੀ, ਹੂੰ, ਰਾਈਟ? ਦੋਨੋਂ ਭੈਣਾਂ ਸੀ ਸ਼ਾਇਦ ਮੇਰੇ ਖਿਆਲ। ਹਾਂ, ਜਿਹੜੀ ਸਰੀਨਾ ਵਿਲੀਅਮ ਸੀ ਨਾ, ਉਹ ਹੁਣੇ ਜੇ ਉਹ ਜ਼ਿੰਦਗੀ ਚ ਹਾਰੀ ਨਹੀਂ ਕਦੇ। ਨਹੀਂ, ਉਹ ਜਿੱਦਣ ਹਾਰੀ, ਵਿਲੀਅਮ ਸਿਸਟਰ ਸੀਗੀਆਂ ਤੇ ਇਹ ਸਟੈਫੀ ਗ੍ਰਾਫ ਇੱਕ ਹੋਰ ਹੈਗੀ ਆ। ਹਾਂਜੀ ਹਾਂਜੀ। ਸਟੈਫੀ ਗ੍ਰਾਫ ਤੇ ਜਿਸ ਤਰ੍ਹਾਂ ਪਹਿਲਾਂ ਹੁੰਦੀ ਸੀ, ਉਹ ਤੇ ਵਿਚਾਰੀ ਉਹਨੂੰ ਤੇ ਬਹੁਤ ਦੁਨੀਆ ਦੀ ਵੱਡੀ ਪਲੇਅਰ ਸੀ, ਉਹ ਤੇ ਲੋਕੀ ਭੁੱਲ ਹੀ ਗਏ, ਕੋਈ ਮੀਡੀਆ 'ਚ ਨਹੀਂ ਹੈਗੀ ਨਾ, ਉਹ ਰਿਟਾਇਰ ਹੋ ਗਈ ਨਹੀਂ ਮੇਰੇ ਹਿਸਾਬ ਨਾਲ। ਬਿਲਕੁਲ। ਜਿਹੜੀ ਵਿਲੀਅਮ ਸੀ ਨਾ, ਵਿਲੀਅਮ ਜ਼ਿੰਦਗੀ ਭਰ ਜਿੱਤੀ ਆ, ਆਖਰ ਦੇ ਪਤਾ ਨਹੀਂ ਕਿਹੜੀ ਇੱਕ ਹੋਰ ਟੈਨਿਸ ਪਲੇਅਰ ਆ, ਉਹਨਾਂ ਨੇ ਉਹਨੂੰ ਹਰਾ ਦਿੱਤਾ। ਬਾਈ ਗॉड, ਉਹ ਮਾਈਕਲ ਟਾਇਸਨ ਕੋ ਗਈ, ਰੋਈ, ਕਿਉਂਕਿ ਕਿੰਨਾ ਵੱਡਾ ਹੰਕਾਰ ਬਣ ਗਿਆ ਸੀ ਅੰਦਰ, ਮੈਂ ਜਿੱਤਦੀ ਆ, ਮੈਂ ਜਿੱਤਦੀ ਆ। ਕਿਉਂਕਿ ਹਉਮੈ ਨੂੰ ਜਿੰਨਾ ਤੁਸੀਂ ਤਿੱਖਾ ਕਰ ਲਿਆ ਨਾ, ਫਿਰ ਤੁਸੀਂ ਬਹੁਤ ਉੱਪਰ ਚੱਲ ਜਾਣਾ ਹੈ। ਜਦੋਂ ਉੱਥੇ ਦਿਖਦਾ ਨਾ ਬੰਦਾ, ਜਾਨ ਨਿਕਲ ਜਾਂਦੀ ਹੈ ਬੰਦੇ ਦੀ, ਬੜੀ ਰੋਈ ਜਾ ਕੇ। ਟਾਇਸਨ ਕੋ ਕਹਿੰਦੀ ਆ ਕਿ ਬਈ ਉਹ ਜਿਹੜੀ ਮੇਰਾ ਇੱਕ ਰਿਕਾਰਡ ਸੀ, ਹਾਂ ਇਹ ਹੋ ਸਕਦਾ ਸੀ ਕਿ ਉਹ ਹਾਰਨ ਤੋਂ ਪਹਿਲਾਂ ਰਿਟਾਇਰ ਹੋ ਜਾਂਦੀ, ਫਿਰ ਜ਼ਿੰਦਗੀ ਭਰ ਜਿੱਤ ਰਹਿਣੀ ਸੀ। ਪਰ ਉਹਨੇ ਉਹ ਬੰਦੇ ਨੂੰ ਨਹੀਂ ਪਤਾ ਲੱਗਦਾ, ਬੰਦਾ ਤੁਰਿਆ ਜਾਂਦਾ, ਬੰਦਾ ਤੁਰਿਆ ਜਾਂਦਾ, ਕਿਉਂਕਿ ਇੱਕ ਚੀਜ਼ ਬਣ ਗਈ ਆ। ਫਿਰ ਉਹਦਾ ਦੁਨੀਆ ਦੇ ਉੱਤੇ ਨਾਂ ਰਹਿਣਾ ਸੀ ਕਿ ਉਹ ਕਿਤੇ ਹਾਰੀ ਨਹੀਂ। ਪਰ ਉਹ ਅੰਦਰੋਂ ਬੰਦੇ ਦੇ ਅੰਦਰ ਜਦੋਂ ਆ ਜਾਂਦਾ ਹੈ, ਬੰਦਾ ਤੁਰਿਆ ਜਾਂਦਾ, ਉਹਨੂੰ ਪੈਸੇ ਦੀ ਲੋੜ ਨਹੀਂ ਸੀ। ਬਟ ਇੱਕ ਸਮਾਂ ਆਇਆ, ਓਪਰਚੁਨਿਟੀ ਤੇ ਜਿਹਨੂੰ ਮਿਲੀ, ਉਹਨੇ ਉਹਨੂੰ ਹਰਾਤਾ। ਫਿਰ ਉਹ ਕਿੰਨਾ, ਉਹਦੀ ਜਿੰਨੀ ਜਿੱਤ ਸੀ ਨਿੱਜਰ ਸਾਹਿਬ, ਸਭ ਦੁੱਖ ਬਣ ਗਈ। ਬਿਲਕੁਲ, ਸਰੀਰ ਤਾਂ ਕਮਜ਼ੋਰ ਹੋਣਾ ਨਾ ਗੁਰਕੀ ਸਾਹਿਬ। ਇੱਕ ਸਮਾਂ, ਇੱਕ ਪਰਟੀਕੂਲਰ ਉਚਾਈ ਤੇ ਜਾ ਕੇ ਤਾਕਤ ਨੇ ਜਿਹੜਾ ਘਟਣਾ ਹੈ, ਉਸ ਤੋਂ ਬਾਅਦ ਫਿਰ ਘਟਣ ਦੇ ਬਾਅਦ ਵੀ ਇਹਨੇ ਸਮਝਿਆ ਕਿ ਬਸ ਮੈਂ ਤਾਂ ਉਸ ਤਰ੍ਹਾਂ ਹੀ ਹੈਗੀ। ਅਗਲਾ ਜਵਾਨ ਹੈ, ਉਹਨੇ ਹਰਾ ਦਿੱਤਾ ਪਰੇ। ਹਾਂਜੀ ਹਾਂ, ਉਹਨੂੰ ਬੀਟ ਕਰਤਾ। ਫਿਰ ਉਹ ਜਿੰਨੀ ਵਧੀ ਜ਼ਿੰਦਗੀ ਦੀ ਪ੍ਰਾਪਤੀ ਸੀ, ਆਪ ਸਮਝਦੇ ਨਾ, ਤੁਸੀਂ ਹਾਰ ਗਏ ਜੋ। ਆਪ ਕਿਤੇ ਕੋਈ ਖਿਲਾੜੀ ਹੋ ਗਏ ਨਾ, ਤੁਹਾਨੂੰ ਪਤਾ ਲੱਗ ਜੂ ਮੈਂ ਕੀ ਕਹਿਣਾ ਚਾਹੁੰਦਾ। ਬਹੁਤ ਔਖਾ ਹੈ ਮੁੜ ਕੇ ਹਾਰ ਦੇ ਨਾਲ ਜਿੰਦਾ ਰਹਿਣਾ। ਤੁਸੀਂ ਜਿੱਤ ਹੈਗੀ ਨਾ, ਕੋਈ ਜਿੱਤੇ ਨਾ ਹਾਰੇ, ਉਹ ਮੈਟਰ ਨਹੀਂ ਕਰਦਾ, ਕਿਉਂਕਿ ਜਿੱਤ ਦਾ ਜਿਹੜਾ ਸਿਹਰਾ ਲੱਗ ਗਿਆ, ਉਹ ਲੱਗਿਆ ਰਹਿ ਗਿਆ। ਪਰ ਜਦੋਂ ਆਖਰ ਤੇ ਬੰਦਾ ਹਾਰ ਜਾਂਦਾ ਹੈ, ਤੇ ਫਿਰ ਉਹ ਇੱਕ ਬੜੀ ਮੁਸ਼ਕਿਲ ਹੋ ਜਾਂਦੀ ਹੈ। ਇਸੇ ਕਹਿੰਦੇ ਆ ਬਾਣੀ, ਆਪਾਂ ਫਿਰ ਬਾਣੀ ਤੇ ਵਾਪਸ ਆਉਂਦੇ ਆ। ਨਾਲ ਵੀ ਇਹੀ ਹੋਇਆ ਨਾ। ਹਾਂ, ਬਾਦਲ ਸਾਹਿਬ ਨਾਲ ਵਿਚਾਰੇ ਨਾਲ ਵੀ ਇਹੋ ਹੋ ਗਿਆ, ਕਿਉਂਕਿ ਇੱਕ ਸਮਾਂ ਆਉਂਦਾ ਬੰਦਾ। ਪੁੱਤਨ ਦੇਖ ਲਓ ਵੀਰ ਜੀ, ਇਹ ਕਹਿੰਦਾ ਸੀ ਕਿ ਵੀ ਮੇਰੇ ਨਾਲ ਕੌਣ ਪਾਵਰਫੁਲ ਹੈ, ਕਿ ਮੈਨੂੰ ਕੱਲ ਦਾ ਸ਼ੋਕਰਾ ਮੈਨੂੰ ਚੈਲੰਜ ਕਰੂਗਾ ਜੈਲੀ ਸਿੰਘ ਕੀ, ਜਿਹੜਾ 40-42 ਸਾਲ ਦਾ। ਤੇ ਉਹ ਬਸ ਉਹ ਹਉਮੈ ਜਿਹੜੀ ਉਹਨੂੰ ਦੇਖੋ ਚੜਾਈ ਕਰਵਾਤੀ ਉਹਨੇ, ਪਾਗਲਪਨ ਦਾ ਦੌਰਾ ਪੈਂਦਾ ਜਦੋਂ ਕਹਿੰਦਾ ਜੀ ਮੈਂ ਮੇਰੇ ਤੋਂ ਉੱਪਰ ਹੋ ਗਿਆ, ਇਹ ਮੇਰੇ ਨੇੜੇ ਹੋ ਕੇ। ਹਾਂ, ਨਹੀਂ ਪਤਾ ਲੱਗਦਾ ਬੰਦੇ ਨੂੰ ਨਾ ਭਾਜੀ। ਉਹ ਬਾਣੀ ਆਵੇ ਕਹਿੰਦੀ ਹੈ, ਕਹਿੰਦੇ ਸਭ ਆਪੇ ਆਪ ਵਰਤੇ, ਕਰਤਾ ਜੋ ਭਾਵੇ ਸੋ ਨਾ ਲਾਇਆ। ਹੁਣ ਜਦੋਂ ਪਰਮਾਤਮਾ, ਦੇਖੋ ਤੁਹਾਨੂੰ ਕਿਹਾ ਵੀ, ਪਹਿਲਾਂ ਵੀ ਕਿਹਾ, ਇਹ ਗੱਲ ਬਿਲਕੁਲ ਸਹੀ ਆ। ਤੁਸੀਂ ਨਹੀਂ, ਨਾਮ ਹੈਗਾ ਅੰਦਰ, ਕੁਛ ਨਹੀਂ ਹੈਗਾ, ਸਭ ਕੁਝ ਜ਼ੀਰੋ ਆ। ਤੁਸੀਂ ਇੱਕ ਕੰਮ ਕਰਨਾ ਸ਼ੁਰੂ ਕਰ ਦਿਓ, ਤੁਸੀਂ ਸੱਚ ਤੇ ਚੱਲਣਾ ਸ਼ੁਰੂ ਕਰ ਦਿਓ, ਤੁਹਾਡੀ ਆਤਮਾ ਤੁਹਾਨੂੰ ਆਪਣੇ ਆਪ ਹੀ ਸਹੀ ਰਸਤੇ ਤੇ ਲੈ ਜਾਏਗੀ। ਅਜੇ ਤੱਕ ਕੋਈ ਬੰਦਾ ਕਿਸੇ ਨੂੰ ਕਿਸੇ ਚੰਗੀ ਜਗ੍ਹਾ ਤੇ ਨਹੀਂ ਲੈ ਕੇ ਜਾ ਸਕਿਆ, ਕਿਉਂਕਿ ਚੰਗੀ ਜਗ੍ਹਾ ਜਿਹੜੀ ਹੁੰਦੀ ਨਾ, ਉੱਥੇ ਸਿਸਟਮ ਬੜਾ ਅਜੀਬ ਜਿਹਾ ਹੁੰਦਾ ਹੈ। ਖਾਸ ਕਰਕੇ ਸੰਸਾਰ ਤੋਂ ਬਿਲਕੁਲ ਉਲਟ ਪੁਲਟ ਹੁੰਦਾ ਹੈ, ਤੇ ਉੱਥੇ ਜਾਂਦੇ ਨਹੀਂ ਲੋਕ, ਡਰਦੇ, ਕਿਉਂਕਿ ਉਹ ਸੰਸਾਰ ਦੇ ਵਿੱਚ ਕੁਝ ਹੋਰ ਦੱਸਿਆ ਹੁੰਦਾ ਹੈ, ਪਰ ਉਹਨਾਂ ਦੀ ਜਿਹੜਾ ਸਿਸਟਮ ਅਲੱਗ ਹੁੰਦਾ ਹੈ, ਤੇ ਇਸ ਕਰਕੇ ਲੋਕ ਉੱਥੇ ਜਾਂਦੇ ਹੀ ਨਹੀਂ। ਪਰ ਕਹਿੰਦੇ ਜਦੋਂ ਤੁਹਾਡੀ ਆਤਮਾ ਨੂੰ ਪਤਾ ਲੱਗ ਗਿਆ ਕਿ ਤੁਹਾਡੇ ਪੱਲੇ ਕੁਛ ਹੈਗਾ, ਤੇ ਫਿਰ ਉਹਨਾਂ ਕਹਿਣਾ ਕਿ ਆਪਣੇ ਆਪ ਹੀ ਤੁਹਾਨੂੰ ਲੈ ਜਾਣਾ ਸਹੀ ਜਗ੍ਹਾ ਤੇ। ਜਿੱਥੇ ਵੀ ਲੈ ਕੇ ਜਾਏਗੀ ਉਹ ਜਗ੍ਹਾ ਸਹੀ ਹੋਵੇਗੀ। ਹਾਂਜੀ ਨੇਜਰ ਸਾਹਿਬ, ਅੱਗੇ ਚਲੀਏ। ਹਾਂ, ਜਨ ਸਭ ਆਪੇ ਆਪ ਵਰਤੈ, ਕਰਤਾ ਜੋ ਭਾਵੈ ਸੋ ਨਾਇ ਲਾਇਆ। ਕਹਿੰਦੇ ਸਾਰੀ ਦੀ ਸਾਰੀ ਖੇਡ ਜਿਹੜੀ ਹੈਗੀ, ਇਹ ਲਿਵ ਔਰ ਧਾਤ ਦੀ ਖੇਡ, ਮਾਲਕ ਪਰਮਾਤਮਾ ਦੋਨਾਂ ਨੂੰ ਮਾਲਕ ਕੰਟਰੋਲ ਕਰ ਰਿਹਾ। ਔਰ ਦੋਨੋਂ ਜਿਹੜੀ ਮਾਲਕ ਨੂੰ ਪਸੰਦ ਹੈਗੀ ਭਾਈ, ਦੋਨੋਂ ਰਸਤੇ ਪਸੰਦ ਹੈ ਮਾਲਕ ਨੂੰ। ਜੇ ਪਸੰਦ ਨਾ ਹੋਣ ਤੇ ਬਣਾਵੇ ਕਿਉਂ ਮਾਲਕ ਪਰਮਾਤਮਾ? ਤੇ ਉਹ ਨਿਊਟਰਲ ਹੈ ਮਾਲਕ ਪਰਮਾਤਮਾ। ਜੋ ਭਾਵੈ ਸੋ ਨਾਇ ਲਾਇਆ। ਕਹਿੰਦੇ ਜਿਹਨੂੰ ਨਾਮ ਵਾਲਾ ਰਸਤਾ ਚੰਗਾ ਲੱਗਦਾ, ਉਹਨੂੰ ਨਾਮ ਵਾਲੇ ਰਸਤੇ ਤੇ ਲਾ ਦਿੰਦਾ ਹੈ ਭਾਈ। ਜਨ ਨਾਨਕ ਨਾਮ ਲਏ ਤਾਂ ਜੀਵੈ, ਬਿਨ ਨਾਮੈ ਖਿਨ ਮਰ ਜਾਇਆ। ਕਹਿੰਦੇ ਭਾਈ ਮਹਾਰਾਜ ਚੌਥੀ ਮੇਰੇ ਖਿਆਲ ਤੀਸਰੀ ਪਾਤਸ਼ਾਹੀ ਕਹਿ ਰਹੀ ਭਾਈ ਕਿ ਮੈਂ ਤਾਂ ਭਾਈ ਨਾਮ ਲੈਣਾ ਹੈ ਤੇ ਆਤਮਿਕ ਮੇਰੀ ਜੀਵਨ ਮਿਲ ਜਾਂਦਾ ਮੈਨੂੰ, ਤੇ ਜਦ ਜਿਹੜਾ ਹੈਗਾ ਬਿਨ ਨਾਮੇ ਤਾਂ ਮੈਂ ਖਿਨ 'ਚ ਮਰ ਜਾਣਾ। ਕਹਿੰਦੇ ਮੇਰੀ ਮੌਤ ਹੋ ਜਾਂਦੀ, ਆਤਮਿਕ ਮੌਤ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਜਦੋਂ ਤੁਸੀਂ ਪਰਮਾਤਮਾ ਨੂੰ ਪਰੇ ਕਰਤਾ ਤੇ
ਆਪਣਾ ਜੀਵਨ ਬਤੀਤ ਕਰਨਾ ਸ਼ੁਰੂ ਕਰਤਾ, ਭਾਵੇਂ ਇੱਕ ਛਣ ਦੇ ਲਈ ਹੈ, ਉਹ ਵੀ ਸਹੀ ਨਹੀਂ ਹੈ। ਬਿਲਕੁਲ ਸਹੀ ਨਹੀਂ। ਹਾਂ, ਕਿਉਂਕਿ ਤੁਸੀਂ ਉੱਥੇ ਮੇਨ ਚੀਜ਼ ਕੱਢਤੀ ਹੈ। ਹੁਣ ਉੱਥੇ ਕੁਝ ਵੀ ਨਹੀਂ ਹੈਗਾ। ਉੱਥੇ ਮਾਇਆ ਹੈਗੀ ਆ, ਉੱਥੇ ਅਗਿਆਨ ਹੈਗਾ, ਉੱਥੇ ਹਨੇਰਾ ਹੈਗਾ। ਤੁਹਾਨੂੰ ਕੁਝ ਨਹੀਂ ਪਤਾ। ਜਦੋਂ ਤੁਸੀਂ ਪਰਮਾਤਮਾ ਨੂੰ ਆਪਣੇ ਕਰਮ ਦੇ ਵਿੱਚ ਫਸਾ ਕੇ ਰੱਖਿਆ, ਜੋ ਮਰਜ਼ੀ ਕਰੀ ਜਾਓ, ਤੁਹਾਨੂੰ ਕੁਝ ਨਹੀਂ ਹੋਵੇ। ਠੀਕ ਹੈ ਨਾ ਜੈ ਸਾਹਿਬ? ਬਿਲਕੁਲ। ਪੌੜੀ ਜਿਹੜੀ ਆ ਅੱਗੇ ਪੌੜੀ ਇਹੀ ਕਹਿ ਰਹੀ ਹੈ, ਜੋ ਮਿਲਿਆ ਹਰ ਦੀਵਾਨ ਸਿਓ। ਕਹਿੰਦੇ ਜਿਹਨੇ ਜਿਹੜਾ ਮਾਲਕ ਪਰਮਾਤਮਾ ਦੇ ਨਾਲ, ਉਹਦੀ ਮਾਲਕ ਦੇ ਦੀਵਾਨ 'ਚ ਜਿਹੜਾ ਹੈਗਾ, ਉਹਦੀ ਮਾਲਕ ਦੀ ਜਿਹੜੀ ਹੈਗੀ, ਜਿਸਨੇ ਆਪਣਾ ਕਰਤਾ ਜਿਹੜਾ ਹੈਗਾ, ਆਪਣਾ ਮਾਲਕ ਪਰਮਾਤਮਾ ਨੂੰ ਸਮਝ ਲਿਆ, ਜਿਹਨੇ ਜੋ ਮਿਲਿਆ ਹਰ ਦੀਵਾਨ ਸਿਓ ਸੋ ਸਭਨੀ ਦੀਵਾਨੀ ਮਿਲਿਆ। ਕਹਿੰਦੇ ਹਰੇਕ ਜਗ੍ਹਾ ਜਿੱਥੇ ਵੀ ਉਹ ਜਾਏਗਾ ਭਾਈ, ਜਿੱਥੇ ਵੀ ਜਾਏਗਾ ਉਹਦੀ ਸੋਭਾ ਹੋਏਗੀ। ਜਿਹੜਾ ਮਾਲਕ ਪਰਮਾਤਮਾ ਦੇ ਦਰਬਾਰ ਦੇ ਵਿੱਚ, ਜਿਹੜਾ ਮਾਲਕ ਪਰਮਾਤਮਾ ਦੇ ਦਰਬਾਰ ਨੂੰ ਮੰਨਦਾ ਹੈ ਭਾਈ, ਉਹਦੀ ਭਗਤੀ ਕਰਦਾ ਹੈ, ਕਹਿੰਦੇ ਉਹ ਜਿੱਥੇ ਵੀ ਜਾਊਗਾ ਦੁਨੀਆ ਦੇ ਵਿੱਚ ਉਹਦੀ ਸੋਭਾ ਹੋਏਗੀ। ਸੋ ਸਭਨੀ ਦੀਵਾਨੀ ਮਿਲਿਆ। ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ। ਕਹਿੰਦੇ ਉਸ ਜਿੱਥੇ ਵੀ ਜਾਊਗਾ ਉਹ ਜਿਹੜਾ ਇਨਸਾਨ ਜਿਹੜਾ ਹੈਗਾ ਇੱਕਦਮ ਖੁਸ਼ੀ ਦੇ ਵਿੱਚ ਰਹੇਗਾ, ਆਨੰਦ ਦੇ ਨਾਲ ਉਹ ਖਿੜੇ ਮੱਥੇ ਖਿੜਿਆ ਰਹੇਗਾ ਹਮੇਸ਼ਾ, ਜਿਵੇਂ ਫੁੱਲ ਖਿੜਿਆ ਰਹਿੰਦਾ ਹੈ। ਉਸ ਕੈ ਮੂੰਹ ਡਿੱਠਾ ਸਭ ਪਾਪੀ ਤਰਿਆ। ਉਹਦੀ ਸੰਗਤ ਕਰਕੇ, ਉਹਦਾ ਸਾਥ ਮਾਣ ਕੇ, ਕਹਿੰਦੇ ਪਾਪੀ ਤੋਂ ਪਾਪੀ ਵੀ ਤਰ ਜਾਂਦੇ ਆ ਭਾਈ। ਉਸੇ ਅੰਦਰ ਨਾਮ ਨਿਦਾਨ ਹੈ, ਉਸੇ ਅੰਤਰ ਨਾਮ ਨਿਦਾਨ ਹੈ, ਨਾਮੋ ਪਰਵਰਿਆ। ਕਹਿੰਦੇ ਕੀ ਉਹਦੇ ਵਿੱਚ ਖਾਸੀਅਤ ਹੈ? ਕਹਿੰਦੇ ਸਭ ਤੋਂ ਕੀਮਤੀ ਨਾਮ ਦਾ ਖਜ਼ਾਨਾ ਹੈ ਉਹਦੇ ਅੰਦਰ ਭਾਈ, ਤੇ ਨਾਮ ਹੀ ਉਹਦਾ ਪਰਿਵਾਰ ਹੈਗਾ। ਉਹਦੇ ਅੰਦਰ ਨਾਮ ਪ੍ਰਗਟ ਹੈਗਾ। ਨਾਉ ਪੂਜੀਏ ਨਾਉ ਮੰਨੀਏ, ਨਾਏ ਕਿਲ ਵਿਕ ਸਭ ਹਿਰਿਆ। ਉਹਨੇ ਨਾਮ ਦੀ ਪੂਜਾ ਕਰਦਾ ਹੈ, ਨਾਮ ਹੀ ਪੂਜਾ ਹੈ ਉਹਦੇ ਵਾਸਤੇ, ਨਾਮ ਹੀ ਮਨ 'ਚ ਵਸਾਇਆ ਹੈ ਉਹਨੇ, ਤੇ ਨਾਮ ਦੇ ਨਾਲ ਸਾਰੇ ਦੇ ਸਾਰੇ ਉਹਨੇ ਆਪਣੇ ਕਿਲ ਵਿਕ ਬਜਰ ਪਾਪ, ਆਪਣਾ ਸਾਰਾ ਲੇਖਾ ਜਿਹੜਾ ਹੈਗਾ ਖਤਮ ਕਰ ਲਿਆ। ਜਿਨੀ ਨਾਮ ਤੇ ਆਇਆ ਇੱਕ ਮਨੇ ਇੱਕ ਚਿੱਤ। ਆ ਦੇਖੋ ਭਾਈ, ਮਨ ਔਰ ਚਿੱਤ, ਦੇਖੋ ਇਸ ਤੋਂ ਬਗੈਰ ਨਾਮ ਨਹੀਂ ਧਿਆਇਆ ਜਾ ਸਕਦਾ, ਧਿਆਨ ਨਹੀਂ ਲੱਗੇਗਾ। ਮਨ ਨੂੰ ਖੁੱਲ੍ਹਾ ਛੱਡ ਦਾਂਗੇ ਤੇ ਚਿੱਤ ਦੇ ਉੱਤੇ ਵਿਚਾਰ ਹੀ ਵਿਚਾਰ ਆਉਣਗੇ ਭਾਈ। ਇਹ ਸੁਰਤ ਜਿਹੜੀ ਹੈਗੀ, ਇਹਨੂੰ ਮਨ ਦੇ ਵਿੱਚ ਟਿਕਾ ਕੇ ਰੱਖਣਾ ਪੈਣਾ। ਜਿਨੀ ਨਾਮ ਤੇ ਆਇਆ ਇੱਕ ਮਨੇ ਇੱਕ ਚਿੱਤੇ, ਸੇ ਅਸਥਿਰ ਜਗ ਰਿਹਾ। ਉਹ ਸੰਸਾਰ ਦੇ ਵਿੱਚ ਆਇਆ, ਸਫਲ ਆ ਭਾਈ, ਉਹ ਅਸਥਿਰ ਹੋ ਗਿਆ, ਉਹ ਵਿਚਾਰਾਂ ਤੋਂ ਮੁਕਤ ਹੋ ਗਿਆ, ਸੰਸਾਰ ਤੋਂ ਮੁਕਤ ਹੋ ਗਿਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਨੇ ਕਿ ਜਦੋਂ ਕੋਈ ਪਰਮਾਤਮਾ ਦੀ ਬੰਦਗੀ ਕਰਦਾ ਹੈ, ਫਿਰ ਉਹਦੀ ਸੁਰਤੀ ਬ੍ਰਹਮਲੀਨ ਹੋ ਜਾਂਦੀ ਹੈ। ਉਹ ਭਾਵੇਂ ਜਿੱਥੇ ਮਰਜ਼ੀ ਜਾਵੇ, ਉਹਦਾ ਅਸਰ ਹੋਵੇਗਾ। ਉਹਦੀ ਬੋਲੇ ਦਾ, ਉਹਦੇ ਕਹੇ ਦਾ, ਉਹਦੀ ਸਮਝਾਏ ਦਾ ਅਸਰ ਹੋਣਾ। ਬੰਦਾ ਕੀ ਕਹਿੰਦੇ ਆ, ਸਭ ਪਾਪੀ ਤਰਿਆ, ਕਿਉਂਕਿ ਉਹਦੇ ਚ ਦਮ ਹੈ, ਉਹ ਬ੍ਰਹਮ ਦੇ ਵਿੱਚ ਬੈਠਾ ਹੈ, ਉਹ ਚੇਤਨਾ ਚ ਬੈਠਾ ਹੈ, ਬਹੁਤ ਸ਼ਕਤੀ ਉਹਦੇ ਕੋਲ, ਉਹਦੇ ਲਫ਼ਜ਼ਾਂ ਚ ਬਹੁਤ ਗਹਿਰਾਈ ਹੈ। ਉਹ ਕਿਸੇ ਨੂੰ ਵੀ ਕੁਝ ਕਹਿੰਦਾ ਹੈ ਤੇ ਉਹ ਬੰਦੇ ਤੇ ਅਸਰ ਹੁੰਦਾ ਹੈਗਾ, ਕਿਉਂਕਿ ਉਹ ਕਾਫੀ ਗਹਿਰਾਈ ਚ ਬੋਲ ਰਿਹਾ ਹੈ। ਕਿਉਂਕਿ ਬ੍ਰਹਮ ਉਹਨੂੰ ਨਹੀਂ ਪਤਾ, ਪਰ ਉਹ ਬ੍ਰਹਮ ਦੀ ਸ਼ਕਤੀ ਮਗਰ ਉਹਦੇ ਨਾਲ ਆ ਰਹੀ ਹੈ। ਉਹਦੀ ਸ਼ਕਤੀ ਨਹੀਂ ਹੁੰਦੀ, ਬ੍ਰਹਮ ਦੀ ਸ਼ਕਤੀ ਹੁੰਦੀ ਹੈ। ਠੀਕ ਹੈ ਜੀ। ਤੇ ਫਿਰ ਕਹਿੰਦੇ ਆ ਉਸ ਅੰਤਰ ਨਾਮ ਨਿਧਾਨ ਹੈ, ਨਾਮੋ ਪਰਵਾਰਿਆ। ਉਹਦਾ ਪਰਿਵਾਰ ਵੀ ਨਾਮ ਹੀ ਆ ਤੇ ਭਾਈ ਖਜ਼ਾਨਾ ਹੈ ਉਹਦੇ ਕੋਲ। ਹਾਂ, ਉਹਦੇ ਕੋਲ ਸ਼ਕਤੀ ਬਹੁਤ ਹੈ, ਕਿਉਂਕਿ ਉਹਦੀ ਸੁਰਤੀ ਬ੍ਰਹਮਲੀਨ ਹੈ। ਇੱਥੇ ਵੀ ਬੈਠਾ ਹੈ। ਵੱਡੀ ਗੱਲ ਤੇ ਉਹ ਕਿ ਇੱਥੇ ਸੰਸਾਰ ਚ ਵੀ ਬੈਠਾ ਹੈ ਤੇ ਉੱਥੇ ਵੀ ਜੁੜਿਆ ਹੋਇਆ ਹੈ। ਆਪਣਾ ਕੰਮ ਕਰਕੇ ਪੈਕਅਪ ਕਰਕੇ ਬੈਗ ਰੈਡੀ ਕਰਕੇ ਬੈਠਾ ਹੋਇਆ, ਪਰ ਉਹਨੂੰ ਪਤਾ ਕਿ ਬੈਗ ਕਿੱਦਾਂ ਪੈਕ ਕਰਨਾ ਹੈ। ਜੋ ਉਹ ਜੇਕਰ ਉਹ ਕਹਿੰਦਾ ਹੈ ਤੇ ਲੋਕੀ ਉਹਨੂੰ ਫੋਲੋ ਕਰਦੇ, ਜਿੱਦਾਂ ਆਪਾਂ ਗੁਰੂਆਂ ਦੀ ਬਾਣੀ ਨੂੰ ਫੋਲੋ ਕਰਦੇ ਹਾਂ, ਤੇ ਉਹਨਾਂ ਦਾ ਬੈਗ ਵੀ ਪੈਕ ਹੋ ਸਕਦਾ। ਬਿਲਕੁਲ। ਅੱਗੇ ਮਹਾਰਾਜ ਕਹਿੰਦੇ ਨਾਉ ਪੂਜੀਏ, ਇਸ ਕਰਕੇ ਕਹਿੰਦੇ ਪਿਆਰਿਓ ਦੁਨੀਆ 'ਚ ਆਏ ਹੋ ਨਾ, ਨਾਮ ਦੀ ਪੂਜਾ ਹੈ ਭਾਈ। ਆਹ ਕਰੀਏ ਆਪਾਂ, ਨਾਉ ਮੰਨੀਏ, ਨਾਉ ਨੂੰ ਮਨ 'ਚ ਵਸਾਈਏ, ਨਾਏ ਕਿਲ ਵਿਕ ਸਭ ਹਿਰਿਆ। ਨਾਮ ਦੇ ਨਾਲ ਹੀ ਬਜਰ ਪਾਪ ਕਹਿੰਦੇ ਸਾਰੇ ਦੇ ਸਾਰੇ ਖਤਮ ਹੁੰਦੇ ਆ। ਹਾਂਜੀ ਵੀਰ ਜੀ। ਹਾਂ, ਉਹ ਕਹਿੰਦੇ ਕਿ ਬਸ ਤੁਸੀਂ ਰੁੱਖ ਲਾ ਦਿਓ, ਉਸ ਤੋਂ ਬਾਅਦ ਕੰਮ ਆਪਣੇ ਆਪ ਹੀ ਸ਼ੁਰੂ ਹੋ ਜਾਏਗਾ, ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ। ਠੀਕ ਹੈ ਜੀ। ਤੇ ਅਗਲੀ ਤੋਂ ਬੋਲਦੇ ਨੇ ਜਿਹੜੇ ਜਿਹਨੇ ਨਾਮ ਤੇ ਆਇਆ ਇੱਕ ਮਨੇ ਇੱਕ ਚਿੱਤ, ਸੇ ਅਸਥਿਰ ਜਗ ਰਿਹਾ। ਕੰਡੀਸ਼ਨ ਹੈ ਭਾਈ, ਮਨ ਔਰ ਚਿੱਤ ਇੱਕ ਹੋਣੇ ਚਾਹੀਦੇ ਆ। ਚਿੱਤ ਦੇ ਵਿੱਚ, ਮਨ ਦੇ ਵਿੱਚ ਕੋਈ ਜਿਹੜਾ ਹੈਗਾ ਵਿਚਾਰ ਨਹੀਂ ਆਉਣਾ ਚਾਹੀਦਾ। ਹਾਂਜੀ ਵੀਰ ਜੀ। ਹਾਂਜੀ, ਜਿਨ੍ਹਾਂ ਨੇ ਮਨ ਨੂੰ ਦੇਖ ਲਓ ਇੱਥੇ ਧਿਆਨ ਕੀਤਾ ਹੈ, ਧਿਆਨ ਤੇ ਸਿਮਰਨ ਆਪਾਂ ਕੀ ਕਰ ਰਹੇ ਹਾਂ? ਇਸੇ ਮਨ ਨੂੰ, ਇਸੇ ਚਿੱਤ ਨੂੰ
ਇੱਕ ਇੱਕ ਅਲਾਈਨ ਕਰਨਾ ਚਾਹੁੰਦੇ ਆ। ਆਪਾਂ ਚਾਹੁੰਦੇ ਹਾਂ ਕਿ ਮਨ ਤੇ ਚਿੱਤ ਜਿਹੜੇ ਨਾ ਉਹ ਸਾਮ ਹੋ ਜਾਣ। ਬਿਲਕੁਲ। ਜਿੱਦਾਂ ਦੋ ਤਕੜੀ ਦੇ ਪੱਲੇ ਨਾ ਇੱਕ ਹਾਈ ਇੱਕ ਅਪ ਡਾਊਨ ਹੁੰਦਾ, ਉਹ ਕਹਿੰਦੇ ਨਹੀਂ ਦੋਨੋਂ ਬਰਾਬਰ ਮਨ ਤੇ ਚਿੱਤ। ਤੇ ਫਿਰ ਕੀ ਹੋ ਜਾਊਗਾ ਉਹਨੂੰ ਜਦੋਂ ਕਰ ਲੋਗੇ ਤੇ ਫਿਰ ਕਹਿੰਦੇ ਆ ਸੇ ਅਸਥਿਰ ਜਗ ਰਿਹਾ ਹੋ ਗਿਆ। ਫਿਰ ਉੱਥੇ ਰੁਕ ਜਾਓ, ਜਾ ਕੇ ਉੱਥੇ ਰੁਕ ਜਾਓ, ਗੱਲ ਖਤਮ। ਦੇਖ ਲਓ ਸਾਧ ਸੰਗਤ ਜੀ ਬਾਣੀ ਕੀ ਕਹਿ ਰਹੀ ਆ। ਬਾਣੀ ਜੋ ਕਹਿ ਰਹੀ ਆ ਅਸੀਂ ਉਸ ਨੂੰ ਸਾਹਮਣੇ ਪ੍ਰਗਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਬਾਣੀ ਦੀ ਇਹ ਤੁਕ ਮੈਨੂੰ ਤਾਂ ਨਹੀਂ ਲੱਗਦਾ ਕੋਈ ਕਹਿੰਦਾ ਪਿਆ ਹੋਊਗਾ ਕਿਤੇ ਮਨ ਨੂੰ ਚਿੱਤ ਕਰਨਾ ਹੈ, ਸ਼ਾਂਤ ਕਰਨਾ ਹੈ, ਮਨ ਨੂੰ ਤੇ ਚਿੱਤ ਨੂੰ ਇੱਕ ਕਰਨਾ ਹੈ। ਨਹੀਂ, ਮੁਸ਼ਕਲ ਆ। ਉਹ ਪੜ੍ਹਦੇ ਨਹੀਂ ਹੋਣੇ ਆ ਤੁਕ ਮੇਰੇ ਹਿਸਾਬ ਨਾਲ, ਨਾ ਉਹਨਾਂ ਦੱਸਣੀ। ਉਹ ਦੇਖ ਲਓ ਸਾਧ ਸੰਗਤ ਜੀ ਆਪਾਂ ਪੜ੍ਹਦੇ ਹਾਂ, ਕਮ ਸੇ ਕਮ ਆਪਾਂ ਧਿਆਨ ਦੇਈਏ। ਉਹ ਦੇਖ ਲਓ ਤੁਸੀਂ ਜਿਹੜਾ ਗੁਰਕੀ ਸਾਹਿਬ ਰਾਮਾਨੰਦ ਜੀ ਦਾ ਜਿਹੜਾ ਹੈਗਾ, ਮੇਰਾ ਚਿੱਤ ਨਾ ਚਲੇ ਮਨ ਭਇਓ ਭੰਗ, ਕਰ ਲਿਆ ਸਮ ਉਹਨਾਂ ਨੇ। ਕੱਤ ਜਾਈਏ ਰੇ ਘਰੇ ਲਾ ਦੋ ਰੰਗ। ਨਿਜਾ ਸਾਹਿਬ ਬਾਣੀ ਮੈਂ ਨਹੀਂ ਪੜ੍ਹੀ ਹੈ, ਮੈਂ ਝੂਠ ਬੋਲਾਂ, ਮੈਂ ਕਥਾ ਕੁਥਾ ਬਹੁਤ ਸੁਣੀ ਹੈ। ਪਰ ਫਿਰ ਜਦੋਂ ਹੀ ਬਾਣੀ ਪੜ੍ਹਨੀ ਸ਼ੁਰੂ ਕੀਤੀ ਗੱਲ ਤੇ ਉਹੀ ਘੁੰਮ ਰਹੀ ਹੈ। ਉੱਥੇ ਹੀ ਰਾਮਾਨੰਦ ਜੀ ਵੀ ਉੱਥੇ, ਕਬੀਰ ਸਾਹਿਬ ਵੀ ਕਹਿੰਦੇ ਨੇ ਉਹ ਸਹਿਜ ਸਮਾਧੀ, ਸਾਧੂ ਸਹਿਜ ਸਮਾਧੀ ਭਲੀ। ਹੁਣ ਆ ਵੇਖੋ ਆ ਬਾਣੀ ਆ ਕਹਿ ਰਹੀ ਹੈ ਕਿ ਨਹੀਂ ਚਿੱਤ ਨੂੰ ਸ਼ਾਂਤ ਕਰੋ, ਚਿੱਤ ਨੂੰ ਸਮ ਕਰੋ, ਚਿੱਤ ਨੂੰ ਮਨ ਨੂੰ ਬਰਾਬਰ ਕਰੋ ਉਹਨੂੰ। ਤੇ ਜਦੋਂ ਤੁਸੀਂ ਅਸਥਿਰ ਹੋ ਜਾਓਗੇ ਤੇ ਗੱਲ ਖਤਮ ਹੋ ਗਈ। ਬਿਲਕੁਲ। ਇਹ ਬਾਣੀ ਦੇ ਵਿੱਚ ਗੁਰਕੀ ਸਾਹਿਬ ਬਾਣੀ ਦੇ ਵਿੱਚ ਨਾ ਕੋਈ ਵੀ ਇੱਧਰ ਉੱਧਰ ਦੀਆਂ ਗੱਲਾਂ ਹੈ ਨਹੀਂ ਗਿਆ, ਕੋਈ ਜਿਹੜਾ ਮਸਾਲਾ ਮਸੂਲਾ ਹੈ ਨਹੀਂਗਾ ਬਾਣੀ ਦਾ। ਨਿਰੋਲ ਬਾਣੀ ਹੈਗੀ, ਬਿਲਕੁਲ ਨਿਰੋਲ ਗਿਆਨ ਹੈਗਾ। ਪੁਆਇੰਟ ਟੂ ਪੁਆਇੰਟ ਗੱਲ ਆ ਨਿੱਜਾ ਸਾਹਿਬ। ਤੇ ਇਹ ਮੂਰਖ ਲੋਕ ਕਹੀ ਜਾਂਦੇ ਆ ਕਿ ਇਹ ਮਤਲਬ ਉਹ ਕੀ ਕਹਿੰਦੇ ਇਹਨੂੰ, ਇਹ ਜੋਗ ਮਤ ਆ। ਮਨ ਨੂੰ ਸ਼ਾਂਤ ਕਰਨਾ, ਚਿੱਤ ਨੂੰ ਸ਼ਾਂਤ ਕਰਨਾ, ਏਦਾਂ ਦਾ ਕੁਛ ਵੀ ਨਹੀਂ ਲਿਖਿਆ। ਆਪ ਜਸਟ ਸੋਚੋ ਕਿ ਇੱਕ ਢੱਡਰੀਆਂ ਵਾਲਾ ਕਿੱਡਾ ਵੱਡਾ ਬਾਬਾ ਬਣਿਆ ਵਾ ਉਹ ਸ਼ਖਸ, ਤੇ ਉਹ ਕਹਿੰਦਾ ਕਿ ਹੈ ਹੀ ਨਹੀਂ ਕੁਛ ਨਹੀਂ ਹੈਗਾ, ਇਹ ਗੱਲਾਂ ਹੀ ਨਹੀਂ ਹੈਗੀਆਂ। ਆਹ ਨਿੱਜਾ ਸਾਹਿਬ ਮੈਂ ਰਿਕਾਰਡਿੰਗ ਭੇਜੀ ਸੀ, ਤੁਹਾਡਾ ਮਨ ਕਰੇ ਮੈਂ ਦੁਬਾਰਾ ਪਾ ਦੂੰਗਾ। ਨਹੀਂ ਮੈਂ ਸੁਣੀ ਸੁਣੀ ਆ। ਉਹ ਖੁੰਡੀ ਜੀ ਲੈ ਕੇ ਘੁੰਮ ਰਿਹਾ, ਨਾਲੇ ਬੋਲੀ ਜਾ ਰਿਹਾ। ਉਹ ਕਹਿੰਦਾ ਉੱਥੇ ਮੈਂ ਪੁੱਟ ਗਈਆਂ ਝੁੱਗੀਆਂ ਝੱਗੀਆਂ ਪੁੱਟ ਕੇ ਉਹ ਮਾਰੀਆਂ ਵਾ, ਕੁੱਟੀਆਂ ਕੱਟੀਆਂ ਤੇ ਉੱਥੇ ਨਾ ਅੰਬ ਲਾਏ ਆ, ਅੰਬਾਂ ਦਾ ਅੰਬ ਖਾਂਦੇ ਆ ਬੜੀ ਬੜੀ ਕਿਸਮ ਦੇ। ਸੋ ਬਾਣੀ ਚ ਤੇ ਇਹੋ ਲਿਖਿਆ ਕਿ ਤੈਨੂੰ ਆਪਣੇ ਮਨ ਨੂੰ ਵੇਖਣਾ ਪੈਣਾ। ਹੰਕਾਰ, ਹੁਣ ਆਪਾਂ ਸਮਰਾਈਜ਼ ਕਰਦੇ ਹਾਂ ਜੀ ਬਾਣੀ ਸਾਰੀ ਅੱਜ ਜੋ ਆਪਾਂ ਪੜ੍ਹੀ ਆ। ਸਭ ਤੋਂ ਪਹਿਲਾਂ ਤੇ ਕਹਿੰਦੇ ਹੰਕਾਰ ਦੀ ਗੱਲ ਕੀਤੀ ਉਹਨਾਂ ਨੇ। ਉਹ ਕਹਿੰਦੇ ਕਿ ਹੰਕਾਰ ਜੇ ਹੈਗਾ ਹੈ ਤੇ ਤੈਨੂੰ ਪਹਿਲਾਂ ਉਹਨੂੰ ਆਇਡੈਂਟੀਫਾਈ ਕਰਨਾ ਪਊਗਾ। ਆਇਡੈਂਟੀਫਾਈ ਕਰਨ ਦਾ ਤਰੀਕਾ ਕੀ ਹੈ? ਤੁਸੀਂ ਦੇਖੋ ਤੁਹਾਡੀਆਂ ਗੱਲਾਂ ਗੁੱਲਾਂ ਚ ਕਿਤੇ ਤੁਹਾਡੀ ਧੌਣ ਸਿੱਧੀ ਤੇ ਨਹੀਂ ਹੋ ਜਾਂਦੀ, ਕਿੱਲਾ ਤੇ ਨਹੀਂ ਆ ਜਾਂਦਾ ਵਿੱਚ, ਹੈਂ? ਤੁਹਾਨੂੰ ਪਤਾ ਲੱਗ ਜਾਏਗਾ ਮੈਂ ਕੀ ਕਹਿਣਾ ਚਾਹੁੰਦਾ। ਤੁਸੀਂ ਕੱਲ ਵੇਖ ਲਿਓ, ਠੀਕ ਹੈ? ਤੁਹਾਡੀਆਂ ਗੱਲਾਂ ਚ, ਤੁਹਾਡੇ ਬੋਲਾਂ ਚ ਜਦੋਂ ਸ਼ੋਅ ਆਫ ਹੋ ਗਈ ਨਾ, ਦਿਖਾਵਾ, ਸਮਝ ਲਓ ਕਿ ਉਹ ਹੰਕਾਰ ਆ ਗਿਆ। ਹੁਣ ਤੁਹਾਨੂੰ ਪਤਾ ਲੱਗ ਗਿਆ ਇਹ ਤੇ ਬੜਾ ਖਤਰਨਾਕ ਹੈ। ਮੇਰੀ ਜ਼ੁਬਾਨ ਚ, ਮੇਰੇ ਚੱਲਣ ਚ, ਮੇਰੇ ਬਹਿਣ ਚ ਹਉਮੈ ਪ੍ਰਗਟ ਹੁੰਦੀ ਆ। ਤੁਸੀਂ ਵੇਖੋ ਹੰਕਾਰ ਬੜਾ ਪ੍ਰਗਟ, ਹੰਕਾਰ ਬੜਾ ਪਾਵਰਫੁਲ ਹੈ, ਬੜੀ ਦੂਰ ਤੱਕ ਆਉਂਦਾ। ਇੱਕ ਕਾਮ ਤੇ ਇੱਕ ਹੰਕਾਰ ਬੜੀ ਦੂਰ ਤੱਕ ਆਉਣਗੇ। ਤੁਸੀਂ ਖੁਦ ਕਹੋਗੇ ਬੜੀ ਦੂਰ ਤੱਕ ਆ ਗਏ, ਬੜੀ ਦੂਰ ਤੱਕ ਤੁਹਾਡੇ ਨਾਲ ਤੁਰੇ ਆਉਂਦੇ ਆ। ਤੁਸੀਂ ਕਿੰਨੀ ਮਰਜ਼ੀ ਭਗਤੀ ਕਰ ਲਓ, ਬਹੁਤ ਆਖਰ ਤੱਕ ਤੁਰੇ ਆਉਂਦੇ ਨਿੱਜਰ ਸਾਹਿਬ। ਬਿਲਕੁਲ ਬਿਲਕੁਲ। ਫਿਰ ਉੱਥੇ ਜਾ ਕੇ ਉਹ ਫਿਰ ਉੱਥੇ ਜਦੋਂ ਅਸੀਂ ਆਤਮਾ ਚ ਚੱਲ ਜਾਂਦੇ ਉੱਥੇ ਜਾ ਨਹੀਂ ਸਕਦੇ, ਉੱਥੇ ਐਂਟਰੀ ਨਹੀਂ ਹੈਗੀ ਇਹਨਾਂ ਨੂੰ। ਇਹ ਜਿਹੜਾ ਚਿੱਤ ਤੇ ਮਨ ਚ ਸਥਿਰ ਹੋ ਜਾਂਦੇ ਨਾ, they can't go there। ਉੱਥੇ ਜਗ੍ਹਾ ਨਹੀਂ ਹੈਗੀ। ਉੱਥੇ ਕੇਵਲ ਇੱਕ ਚੀਜ਼ ਵਾਸਤੇ ਜਗ੍ਹਾ ਹੈਗੀ ਹੈ, ਤੁਹਾਡੀ ਸੁਰਤੀ ਵਾਸਤੇ। ਸੁਰਤੀ ਦੇ ਨਾਲ ਵਿਚਾਰ ਲੱਗਿਆ ਮਨ ਚ, ਸੁਰਤੀ ਜਿਹੜੀ ਬਾਹਰ ਆ ਜਾਣੀ ਆ, ਬਾਹਰ ਮੁਖੀ ਹੋ ਜਾਣਾ ਤੁਹਾਡਾ ਮਨ। ਜਦੋਂ ਸੁਰਤੀ ਮਨ ਦੇ ਵਿੱਚ ਠਹਿਰ ਜਾਂਦੀ ਆ, ਉੱਥੇ ਕੁਛ ਵੀ ਨਹੀਂ ਜਾ ਸਕਦਾ, ਉੱਥੇ ਕਾਲ ਨਹੀਂ ਜਾ ਸਕਦਾ, ਜਮਦੂਤ ਤੇ ਬੜੀ ਦੂਰ ਦੀ ਗੱਲ ਆ। ਇਹ ਜਿਹੜਾ ਸਮਾਂ ਨਹੀਂ ਉੱਥੇ ਹੈਗਾ। ਜੋ ਤੁਹਾਡੀ ਸੁਰਤੀ ਜਦੋਂ ਮਨ ਦੇ ਵਿੱਚ ਸਥਿਰ ਹੋ ਜਾਂਦੀ ਨਿੱਜਾ ਸਾਹਿਬ, ਤੇ ਮਨ ਤੁਹਾਡਾ ਚਿੱਤ ਚ ਸਥਿਰ। ਵੇਖੋ ਇੱਕ ਚੀਜ਼ ਨੂੰ ਸਮਝੋ, ਇਹ ਬਹੁਤ ਕੁਛ ਆ। ਇਹ ਇੰਦਰੀਆਂ ਤੁਹਾਡੀਆਂ ਮਨ ਦੇ ਵਿੱਚ ਨੇ, ਮਨ ਤੁਹਾਡਾ ਚਿੱਤ ਚ ਸਥਿਰ ਹੋਣਾ, ਤੇ ਚਿੱਤ ਨੇ ਤੁਹਾਡੇ ਨੇ ਆਤਮਾ ਚ ਖਲੋ ਜਾਣਾ। ਨਹੀਂ ਸੌਰੀ ਤੁਹਾਡੀਆਂ ਇੰਦਰੀਆਂ ਮਨ ਦੇ ਵਿੱਚ ਨੇ। ਮਨ ਜਦੋਂ ਚਿੱਤ ਚ ਖਲੋ ਗਿਆ, ਚਿੱਤ ਤੁਹਾਡੇ ਨੇ ਕਾਰਨ ਸਰੀਰ ਚ ਖਲੋਣਾ ਹੈ, ਤੇ ਕਾਰਨ ਸਰੀਰ ਨੇ ਆਤਮਾ ਚ ਸਥਿਰ ਹੋ ਜਾਣਾ। ਇਹ ਇੱਕ ਤੇ ਇੱਕ ਵੱਡਾ ਵਾ। ਇਹ ਜਦੋਂ ਸਥਿਰ ਹੋ ਗਏ ਨਾ ਸਾਰੇ, ਤੇ ਲੋਕ ਲੱਗ ਜਾਣਾ। ਇਹਨੂੰ ਲੋਕ ਲਾਉਣ ਦੇ ਲਈ ਮਨੁੱਖਾ ਜੀਵਨ ਹੈ ਬਸ ਸਾਡੇ ਕੋਲ। ਔਰ ਜਿਹੜੇ ਬੰਦੇ ਲਾ ਲੈਂਦੇ ਨੇ ਉਹ ਮੁਕਤ ਨੇ, ਜਿਹੜੇ ਨਹੀਂ ਲਾ ਸਕਦੇ ਬਸ ਉਹ ਕਹਿੰਦੇ ਫਿਰ ਜੂਆ ਹਾਰ ਲੈਂਦੇ ਨੇ।
ਉਹ ਬਾਰ-ਬਾਰ ਫਿਰ ਘੁੰਮੀ ਜਾਂਦੇ ਆ। ਵੈਸੇ ਪ੍ਰਕਿਰਤੀ 'ਚ ਕੋਈ ਫਰਕ ਨਹੀਂ ਪੈਂਦਾ, ਕੋਈ ਕਿੱਦਾਂ ਦਾ ਮਰਜ਼ੀ ਜੀਵਨ ਬਤੀਤ ਕਰ ਸਕਦਾ। ਤੁਸੀਂ ਵੀ ਆਪਣਾ ਜੀਵਨ ਜਿੱਦਾਂ ਦਾ ਚਾਹੋ ਤੁਹਾਨੂੰ ਬਤੀਤ ਕਰ ਸਕਦੇ ਆ, ਕੁਛ ਲੈਣਾ ਦੇਣਾ ਨਹੀਂ ਆ। ਪਰ ਇਹ ਆ ਕਿ ਇਹ ਆਪਾਂ ਸੋਚੀਏ ਕਿ ਏਦਾਂ ਹੀ ਫ੍ਰੀ ਸਭ ਕੁਝ ਗੱਫੇ ਚੱਲਣ ਦੇ ਨੇ ਔਰ ਮੈਨੂੰ ਕੋਈ ਪਾਵਰ ਪੂਵਰ ਕੁਛ ਨਹੀਂ ਦੇਖਦੀ, ਕੋਈ ਜਮਦੂਤ ਨਹੀਂ ਹੈਗਾ, ਕੋਈ ਧਰਮਰਾਜ ਨਹੀਂ ਹੈਗਾ। ਨਹੀਂ, ਸਭ ਕੁਛ ਹੈਗਾ। ਤਬ ਦੇਖੋਗੇ ਤੁਹਾਨੂੰ ਪਤਾ ਲੱਗ ਜਾਏਗਾ ਸਾਰਾ ਕੁਝ ਸਿਸਟਮੈਟਿਕਲੀ ਆ। ਤੁਸੀਂ ਇੱਕ ਟੂਟੀ ਆਨ ਨਹੀਂ ਕਰੋਗੇ, ਟੂਟੀ ਆਨ ਆਪਣੇ ਆਪ ਨਹੀਂ ਹੋਣੀ। ਤੁਸੀਂ ਕਰੋਗੇ ਤੇ ਹੋਊਗਾ, ਆਪਣੇ ਆਪ ਕੁਛ ਨਹੀਂ ਹੁੰਦਾ। ਇਹਦਾ ਮਤਲਬ ਕਰਮ ਕਰਾਂਗੇ ਉਹਦਾ ਫਲ ਮਿਲੂਗਾ। ਜੇ ਤੁਸੀਂ ਮਿਹਨਤ ਕਰੋਗੇ ਪੈਸੇ ਘਰ ਆਉਣਗੇ, ਤੇ ਤੁਸੀਂ ਕੰਮ ਨਹੀਂ ਕਰੋਗੇ ਤੇ ਘਰੇ ਪੈਸੇ ਨਹੀਂ ਆਉਣਗੇ। ਜਿਹੜੇ ਬੈਂਕ 'ਚ ਪਏ ਹੌਲੀ ਹੌਲੀ ਕਰਕੇ ਉਹ ਖਤਮ ਹੋ ਜਾਣ। ਇਸੇ ਹੀ ਤਰ੍ਹਾਂ ਚੰਗਿਆਈ ਨੂੰ ਵੀ ਤੁਹਾਨੂੰ ਕਰਨਾ ਪੈਣਾ। ਤੂੰ ਕਰਮ ਭੂਮੀ ਹੈ। ਜੇ ਤੁਸੀਂ ਚੰਗੀ ਦਿਸ਼ਾ ਦੇ ਵੱਲ ਗਤੀ ਕਰੋਗੇ ਤੁਸੀਂ ਪ੍ਰਮਾਤਮਾ ਦੇ ਲਾਗੇ ਚੱਲ ਜਾਣਾ। ਤੇ ਜਦੋਂ ਤੁਸੀਂ ਪ੍ਰਮਾਤਮਾ ਨਾਲ ਪਿੱਠ ਕਰ ਲੈਂਦੇ ਜੋ, ਮਨਮੁਖ ਬਣ ਜਾਂਦੇ ਜੋ, ਤੇ ਫਿਰ ਤੁਸੀਂ ਪ੍ਰਮਾਤਮਾ ਤੋਂ ਦੂਰ ਜਾ ਰਹੇ ਜੋ, ਲਾਗੇ ਨਹੀਂ ਆ ਰਹੇ ਨੇ। ਸਾਹਿਬ ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ। ਗੁਰਮੁਖ ਕੌਣ ਹੈ? ਗੁਰੂ ਮੁਖ ਉਹ ਹੈ ਜਿਨੇ ਪ੍ਰਮਾਤਮਾ ਦੇ ਵੱਲ ਮੁਖ ਕੀਤਾ ਹੋਇਆ। ਜੋ ਕਰਮ ਤੇ ਕਰਦਾ ਹੈ ਪਰ ਉਹ ਵੇਂਦਾ ਕਿ ਮੇਰਾ ਰੱਬ ਸਾਹਮਣੇ ਬੈਠਾ ਹੈ, ਤੇ ਗੱਲ ਖਤਮ। ਜਦੋਂ ਤੁਹਾਡੇ ਮਨ 'ਚ ਇਹ ਗੱਲ ਆ ਗਈ ਨਾ, ਔਨ ਦਾ ਸਪੌਟ ਹੀ ਤੁਸੀਂ ਬ੍ਰਹਮ ਗਿਆਨੀ ਬਣ ਜਾਣਾ। ਇੱਕ ਐਨੀ ਗੱਲ ਦੇ ਨਾਲ ਕਿ ਮੈਂ ਪ੍ਰਮਾਤਮਾ ਨੂੰ ਦੇਖ ਰਿਹਾ, ਪ੍ਰਮਾਤਮਾ ਮੈਨੂੰ ਵੇਖ ਰਿਹਾ, ਤੇ ਜੀਵਨ ਮੈਂ ਏਦਾਂ ਦੀ ਬਤੀਤ ਕਰੂੰਗਾ। ਮੈਂ ਮਨਮੁਖ ਨਹੀਂ ਬਣਨਾ, ਮੈਂ ਬੈਕ ਨਹੀਂ ਕਰਨੀ ਰੱਬ ਵੱਲ। ਗੱਲ ਖਤਮ ਤੇ ਪ੍ਰੋਜੈਕਟ ਕੰਪਲੀਟ ਹੋ ਜਾਣਾ। ਕੋਈ ਔਖਾ ਕੰਮ ਨਹੀਂ। ਅੱਜ ਦੀ ਵਿਚਾਰ ਇੱਥੇ ਸਮਾਪਤ ਕਰੀਏ। 18 ਮਿੰਟ ਹੋ ਗਏ। ਨਹੀਂ ਕੋਈ ਨਹੀਂ ਗੋਰਖੀ ਸਾਹਿਬ, ਇੱਕ ਨਾ ਉਹ ਰੇਸ਼ਮ ਜੀ ਜਿਹੜੇ ਹੈਗੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ। ਕੋਈ ਬੰਦਾ ਜਿਹੜਾ ਹੈਗਾ ਉਹ ਪਟਿਆਲੇ ਐਡਮਿਟ ਸੀਗਾ, ਸਾਈਕਲ ਵਾਲਾ, ਤੇ ਉਹ ਹੁਣ ਸਾਈਕਲ ਵਾਲਾ ਵੀ ਠੀਕ ਹੋ ਗਿਆ ਜੀ, ਬਿਲਕੁਲ ਬਾਹਰ ਆ ਗਿਆ ਤੇ ਛੁੱਟੀ ਮਿਲ ਗਈ ਉਹਨੂੰ, ਤੇ ਸਾਰਾ ਕੇਸ ਵੀ ਰਫਾ ਦਫਾ ਹੋ ਗਿਆ। ਤੇ ਉਹ ਕਹਿੰਦੇ ਵੀ ਮੇਰੀ ਸ਼ੁਕਰਾਨੇ ਦੀ ਅਰਦਾਸ ਕਰ ਦੇਣਾ ਪਲੀਜ਼। ਹਾਂਜੀ ਗੁਰਕੀ ਸਾਹਿਬ। ਠੀਕ ਹੈ ਜੀ, ਜ਼ਰੂਰ ਜ਼ਰੂਰ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ। ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਤੇ ਭੁੱਲਾਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਮੇਰੇ ਪਿਤਾ ਦੇਹ ਨਿਰੋਗਤਾ ਬਖਸ਼ਣੀ, ਤੰਦਰੁਸਤੀ ਬਖਸ਼ਣੀ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ। ਇੱਕ ਮੇਰੇ ਮਾਲਿਕ ਅਰਦਾਸ ਕੀਤੀ ਸੀ ਇੱਕ ਸਾਧਕ ਦੀ। ਉਹ ਕਹਿੰਦੇ ਨੇ ਕਿ ਉਹ ਸ਼ੁਕਰਾਨੇ ਦੇ ਲਈ ਆਪ ਜੀ ਦਾ ਸ਼ੁਕਰਾਨਾ ਕਰਨਾ ਚਾਹੁੰਦੇ ਨੇ। ਆਪ ਨੇ ਉਹਨਾਂ ਨੂੰ ਇਸ ਸੰਕਟ ਤੋਂ ਮੁਕਤ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਧ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।